ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ, ਤੇ ਮੇਰੇ ਨਾਲ ਬੈਠੇ ਨੇ ਸੰਜੀਵ ਯਸ਼ ਖੰਨਾ ਜੀ। ਤੇ ਖੰਨਾ ਜੀ, ਅੱਜ ਅਸੀਂ ਇਸ ਆਪਣੇ ਪ੍ਰੋਗਰਾਮ ਵਿੱਚ ਜਿਹੜੇ ਮਸਲੇ ਲੈਂਦੇ ਹਾਂ ਪੰਜਾਬ ਵਿੱਚ ਵਾਪਰੇ ਨੇ ਰੀਸੈਂਟਲੀ, ਔਰ ਉਹ ਹੋ ਸਕਦਾ ਬਾਹਰਲੇ ਦੇਸ਼ਾਂ ਵਿੱਚ ਵੀ ਬੜੇ ਵਾਪਰ ਰਹੇ ਆ। ਇਸ ਪ੍ਰੋਗਰਾਮ ਵਿੱਚ ਜਿਹੜੀ ਵੰਨ ਸਵੰਨਤਾ, ਜਿਹੜੇ ਵੰਨ ਸਵੰਨੇ ਮਸਲੇ ਨੇ, ਉਹਨਾਂ ਵਿੱਚੋਂ ਤੁਸੀਂ ਅੱਜ ਕਿਹੜਾ ਮਸਲਾ ਲੈ ਕੇ ਪੇਸ਼ ਹੋਏ ਨੇ, ਤੇ ਉਹ ਮੈਨੂੰ ਦੱਸੋਗੇ ਕਿ ਕਿਹੜਾ ਮਸਲਾ ਸੀ ਉਹਨਾਂ ਆਪਣੇ ਦਰਸ਼ਕਾਂ ਦੀ ਨਜ਼ਰ ਕਰੀਏ। ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਅਮਰੀਕਾ ਹੀ ਚੱਲਦੇ ਹਾਂ। ਜ਼ਰੂਰ। ਅਮਰੀਕਾ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਬਹੁਤ ਕੋਸ਼ਿਸ਼ਾਂ ਵੀ ਜਾਰੀ ਨੇ, ਗੌਰਮੈਂਟ ਵੀ ਕਰ ਰਹੀ ਹੈ, ਪਰ ਉੱਥੇ ਵੀ ਕਹਿੰਦੇ ਨੇ ਕਿ ਦੋ ਧੜੇ ਬਣੇ ਹੋਏ ਨੇ, ਇੱਕ ਫੇਵਰ ਵਿੱਚ ਨੇ, ਇੱਕ ਫੇਵਰ ਵਿੱਚ ਨਹੀਂ ਹੈਗੇ। ਕਹਿੰਦੇ ਨੇ ਗਨ ਕਲਚਰ ਨੂੰ ਰੋਕਣ ਵਾਸਤੇ ਪਾਬੰਦੀ ਲੱਗਣੀ ਚਾਹੀਦੀ ਹੈ, ਸਾਰੀਆਂ ਗਨਸ ਦੇ ਉੱਤੇ ਲਾਇਸੈਂਸ ਸ਼ੁਦਾ ਉਮਰ ਔਰ ਤਮਾਮ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਔਰ ਕਾਨੂੰਨ ਵੀ ਬਣਦੇ ਨੇ। ਔਰ ਦੂਜੇ ਪਾਸੇ ਜੋ ਧੜਾ ਹੈ ਉਹ ਕਹਿੰਦਾ ਨਹੀਂ, ਇਹ ਸਾਡਾ ਕਲਚਰ ਹੈ, ਪੁਰਾਤਨ ਹੈ, ਸ਼ੁਰੂ ਤੋਂ ਅਸੀਂ ਗਨਸ ਰੱਖਣ ਦੇ ਸ਼ੌਕੀਨ ਹਾਂ, ਔਰ ਤਰ੍ਹਾਂ ਤਰ੍ਹਾਂ ਦੀਆਂ ਗਨਸ ਨੇ, ਛੋਟੀ ਛੋਟੀ ਉਮਰ ਦੇ ਬੱਚਿਆਂ ਕੋਲ ਨੇ। ਸੋ ਇਹ ਸਭ ਚੀਜ਼ਾਂ ਹੁੰਦੀਆਂ ਨੇ। ਔਰ ਕੁਝ ਲੋਕ ਕਹਿੰਦੇ ਨੇ ਕਿ ਜਿਹੜੀਆਂ ਉੱਤੇ ਗਨ ਇੰਡਸਟਰੀਜ਼ ਨੇ, ਉਹਨਾਂ ਦਾ ਬੈਕਅਪ ਹੈ, ਉਹਨਾਂ ਦਾ ਸਾਰਾ ਕਾਰੋਬਾਰ ਬੰਦ ਹੋ ਜਾਣਾ ਜੇ ਇੱਦਾਂ ਦੇ ਕਾਨੂੰਨ ਪਾਸ ਹੋ ਗਏ ਕਿ ਗਨਸ ਨਹੀਂ ਰੱਖਣੀਆਂ, ਔਰ ਇੱਦਾਂ ਦੇ तमाम ਕਾਨੂੰਨ ਜੋ ਪਾਬੰਦੀ ਲਗਾਉਂਦੇ ਨੇ। ਤਾਂ ਜੋ ਬਾਈਡਨ ਸਾਹਿਬ, ਕਮਲਾ ਹੈਰਿਸ ਜੀ, ਇਹ ਸਭ ਰੋਕਣਾ ਚਾਹੁੰਦੇ ਨੇ। ਇਹਨਾਂ ਦੀ ਆਪਣੀ ਸੋਚ ਹੈ, ਔਰ ਬਾਕੀ ਕਈ ਧੜੇ ਬੈਠੇ ਨੇ ਜਿਨ੍ਹਾਂ ਦੀ ਆਪਣੀ ਸੋਚ ਹੈ, ਉਹਨੂੰ ਪ੍ਰਮੋਟ ਕਰਦੇ ਨੇ ਔਰ ਕਹਿੰਦੇ ਨੇ ਕਿ ਜਿਹੜਾ ਗਨਸ ਰੱਖਣਾ ਹੈ ਉਹ ਮੈਨਹੁੱਡ, ਮਰਦਾਨਗੀ ਦਾ ਪ੍ਰਤੀਕ ਹੈ, ਉਹਦਾ ਸਿੰਬਲ ਹੈ। ਸੋ ਇਹ तमाम ਗੱਲਾਂ ਚੱਲਦੀਆਂ ਪਈਆਂ, ਜਿਸ ਦੇ ਚੱਲਦੇ ਮੌਤਾਂ ਵੀ ਹੋ ਰਹੀਆਂ ਨੇ, ਗੋਲੀਆਂ ਵੀ ਚੱਲਦੀਆਂ ਪਈਆਂ ਨੇ। ਸਕੂਲ ਦੇ ਵਿੱਚ ਨਿੱਕੇ ਨਿੱਕੇ ਬੱਚੇ ਆਪਣੀ ਟੀਚਰ ਨੂੰ ਸ਼ੂਟ ਕਰ ਦਿੰਦੇ ਨੇ। ਇਹ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਪਈਆਂ ਨੇ। ਹਾਂ, ਜਿਸ ਤਰ੍ਹਾਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਗਨ ਕਲਚਰ ਦਾ ਬੜਾਵਾ ਜਿਹੜਾ ਹੈਗਾ ਇਹ USA 'ਚ ਦਿਨ ਬ ਦਿਨ ਵੱਧਦਾ ਜਾ ਰਿਹਾ। ਇਹਦੇ 'ਤੇ ਮੇਰਾ ਖਿਆਲ ਹੈ ਕੋਈ ਇਸ ਤਰ੍ਹਾਂ ਦੀ ਸਖਤੀ ਨਹੀਂ ਅਪਣਾਈ ਗਈ, ਜਾਂ ਲੋਕਾਂ ਦਾ ਸ਼ੌਕ ਹੈ, ਜਾਂ ਜਿਹਦੇ ਵਿੱਚ ਬਹੁਤ ਸਟੇਟ ਨੇ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਗਨ ਕਲਚਰ ਜਿਹੜਾ ਇੰਨਾ ਵੱਧ ਗਿਆ, ਜਿਹਦੇ ਵਿੱਚ ਤੁਸੀਂ ਹੁਣ ਦੱਸਿਆ ਕਿ ਸਕੂਲਾਂ ਵਿੱਚ, ਕਾਲਜ ਦੇ ਵਿੱਚ ਵੀ ਰਾਹ ਜਾਂਦੇ ਰਾਹੀਆਂ 'ਤੇ ਵੀ ਫਾਇਰਿੰਗ ਹੋ ਜਾਂਦੀ ਆ। ਹੁਣੇ ਇਹ ਪਤਾ ਲੱਗਿਆ ਕਿ ਜਿਹੜਾ ਸਾਨ ਫਰਾਂਸਿਸਕੋ ਉਹਦੇ ਵਿੱਚ, ਜਿਹੜਾ ਕੈਲੀਫੋਰਨੀਆ ਦਾ ਨਾਲ ਸ਼ਹਿਰ ਆ, ਉਹਦੇ ਵਿੱਚ ਗੋਲਾਬਾਰੀ ਹੋਈ ਆ। ਉਹਦੇ ਵਿੱਚ ਬਹੁਤ ਲੋਕ ਫੱਟੜ ਹੋਏ ਆ, ਮਾਰੇ ਵੀ ਗਏ ਆ। ਔਰ ਉਹ ਖੇਤਾਂ ਦੇ ਵਿੱਚ ਹੋਈ ਆ, ਜਿਸ 'ਚ ਖੇਤੀਬਾੜੀ ਦਾ ਧੰਦਾ ਕਰ ਰਹੇ ਸੀ, ਟਰੱਕਿੰਗ ਦਾ ਵੀ ਲੋਡਿੰਗ ਅਨਲੋਡਿੰਗ ਹੁੰਦੀ ਸੀ। ਉਹਦੇ ਵਿੱਚ ਕੀ ਇਖਤਲਾਫ ਹੋਇਆ, ਕੀ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਵਿਰੋਧਤਾ ਹੋਈ ਆ, ਉਹ ਦਿਨ ਦਿਹਾੜੇ ਗੋਲੀ ਚੱਲੀ ਆ, ਔਰ ਉਹਦੇ ਗੋਲੀ ਦੇ ਵਿੱਚ ਬਹੁਤ ਲੋਕ ਫੱਟੜ ਹੋਏ ਆ। ਔਰ ਉਹਦੇ ਨਾਲ ਸਕੂਲ ਇੱਕ ਹੈਗਾ ਸੀ, ਉਹਦੇ 'ਚ ਵੀ ਇਹਨਾਂ ਨੇ ਬੱਚਿਆਂ 'ਤੇ ਗੋਲੀ ਚਲਾਈ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਟੀਚਰਸ 'ਤੇ ਵੀ ਹੈ। ਔਰ ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਕੰਮ ਕੀਤਾ ਕਿ ਸਕੂਲਾਂ ਦੇ ਵਿੱਚ ਐਂਟਰੀ ਤਾਂ ਇਹਨਾਂ ਨੇ ਬੈਨ ਕਰਤੀ ਲੋਕਾਂ ਦੀ। ਜਿਹੜੇ ਆਉਂਦੇ ਜਾਂਦੇ ਸੀ, ਗਾਇਬ ਵੜ ਜਾਂਦੇ ਸੀ ਜਾਂ ਗੰਨਾਂ ਲੈ ਕੇ ਅੰਦਰ ਜਾ ਵੜਦੇ ਸੀ, ਉਹ ਤਾਂ ਇਹਨਾਂ ਨੇ ਸਖਤੀ ਵਰਤ ਦਿੱਤੀ ਉਹਦੇ 'ਤੇ ਕਈ ਤਰ੍ਹਾਂ ਦੇ ਜਿਹੜੀਆਂ ਉਹ ਪੁਲਿਸ ਨੂੰ ਇਹਨਾਂ ਨੇ ਹਦਾਇਤਾਂ ਦੇ ਦਿੱਤੀਆਂ। ਔਰ ਉਹਦੇ ਵਿੱਚ ਇਹ ਗੱਲ ਹੈਗਾ ਕਿ ਜਿੱਥੇ ਇੱਦਾਂ ਦੀ ਸ਼ਾਂਤੀ ਭੰਗ ਹੋ ਜੂਗੀ, ਉਹਦੇ 'ਚ ਹਿੰਸਕ ਵਾਰਦਾਤਾਂ ਹੋਣਗੀਆਂ, ਅਤੇ ਉਹਦੇ ਵਿੱਚ ਬੱਚੇ, ਬੁੱਢੇ ਅਤੇ ਔਰਤਾਂ ਪਿਸ ਜਾਂਦੀਆਂ। ਔਰ ਉਹ ਮੇਰਾ ਖਿਆਲ ਹੈ ਕਿ ਕੋਈ ਵੀ, ਜੇ ਸਾਡੇ NRI ਵੀ ਜਾਣਦੇ ਆ ਜਿਹੜੇ ਉੱਥੇ ਕੰਮ ਕਰ ਰਹੇ ਆ, ਜਿਹੜੇ ਬੜੇ ਤਰੀਕੇ ਨਾਲ ਅਸਟੈਬਲਿਸ਼ ਨੇ ਉੱਥੇ ਸਾਰੇ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਆ, ਪਰ ਆਹ ਗੱਲ ਤੋਂ ਜਿਹੜਾ USA ਉਹ ਨਾ ਲੱਗਦਾ। ਕਿਉਂਕਿ ਜੇ ਸੁਪਰ ਕੰਟਰੀ ਹੈ ਜਿੱਥੇ ਇੰਨੀ ਆਰਥਿਕਤਾ ਦੀ ਬੜਾਵਾ ਹੋ ਗਿਆ, ਲੋਕਾਂ ਨੂੰ ਰੋਜ਼ੀ ਰੋਟੀ ਲਈ ਲੋਕ ਜਾ ਰਹੇ ਆ, ਔਰ ਉਹਦੇ ਵਿੱਚ ਸਾਰੇ ਦੇਸ਼ਾਂ ਵਿੱਚ ਲੋਕ ਉੱਥੇ ਮਿਲਦੇ ਆ, ਚਾਈਨਾ ਦੇ ਵੀ ਆ, ਬਾਕੀ ਇੰਗਲੈਂਡ ਤੋਂ ਵੀ ਆ, ਔਰ ਬਾਹਰਲੇ ਭਾਰਤ ਤੋਂ ਤਾਂ ਬਹੁਤ ਜ਼ਿਆਦਾ ਹੈਗੇ ਆ। ਔਰ ਇਹਨਾਂ ਲੋਕਾਂ ਨੂੰ ਜਿਹੜੀ ਉੱਥੇ ਵੇਖ ਕੇ, ਜਿਹੜੀ ਸ਼ਾਂਤੀ ਭੰਗ ਹੋਈ ਵੇਖ ਕੇ ਲੋਕਾਂ ਦਾ ਮਨ ਨਹੀਂ ਲੱਗਦਾ। ਜਦੋਂ ਵੀ ਅਸੀਂ ਆਪਣੇ ਬੱਚੇ ਪੜ੍ਹਨ ਲਈ ਭੇਜਦੇ ਹਾਂ, ਜਾਂ ਜਦੋਂ ਬੱਚੇ ਉੱਥੇ ਆਪਣੀ ਟਰੱਕਿੰਗ ਕਰਦੇ ਆ, ਟਰੱਕ ਚਲਾਉਂਦੇ ਆ, ਔਰ ਜਿਹਦੇ ਵਿੱਚ ਕਈ ਬਿਜ਼ਨਸ ਕਰਦੇ ਆ, ਉਹਦੇ ਵਿੱਚ ਮਾਂ ਪਿਓ ਥੋੜ੍ਹਾ ਜਿਹਾ ਚਿੰਤਾਜਨਕ ਹੋ ਜਾਂਦਾ। ਖਾਸ ਤੌਰ 'ਤੇ ਇੰਡੀਆ ਵੱਲੋਂ ਪੰਜਾਬੀ ਤਾਂ ਬਹੁਤ ਹੈਗੇ ਆ, ਪੰਜਾਬ ਦੇ ਲੋਕ ਉੱਥੇ ਮੋਹਰਲੀ ਕਤਾਰ 'ਚ ਬੈਠੇ ਨੇ, ਕੰਮ ਕਰ ਰਹੇ ਆ। ਹਰ ਸ਼ਹਿਰ 'ਚ, ਹਰ ਇਲਾਕੇ 'ਚ, ਹਰ ਸਫੀਅਰ 'ਚ ਸਾਡੇ ਪੰਜਾਬੀ ਉੱਥੇ ਡੋਮੀਨੇਟ ਕਰ ਰਹੇ ਆ, ਕੰਮ ਕਰ ਰਹੇ ਆ, ਔਰ ਐਸਟੈਬਲਿਸ਼ ਲੋਕ ਨੇ। ਉਹਨਾਂ ਨੇ ਜੋ ਕੰਮ ਕੀਤੇ ਆ ਉਹਦੇ ਵਿੱਚ ਆਪਣੇ ਇਕਨੋਮਿਕ ਤੌਰ 'ਤੇ ਬਹੁਤ ਉੱਪਰ ਬੈਠੇ ਨੇ। ਔਰ ਮੇਰਾ ਖਿਆਲ ਹੈ ਕਿ ਜਿਹੜਾ ਇਹ ਗਨ ਕਲਚਰ ਨੂੰ ਜੇ ਉੱਥੋਂ ਦੀ ਸੰਸਦ ਧਿਆਨ ਨਾਲ ਰੱਖੇ, ਔਰ ਉਹ ਤਰੀਕੇ ਨਾਲ ਦੇਵੇ, ਉਹਨਾਂ ਨੂੰ ਲਾਇਸੈਂਸ ਜਿਹੜੇ ਲੋਕ ਖਾਸ ਤੌਰ 'ਤੇ ਚਾਹੁੰਦੇ ਨੇ ਸੈਲਫ ਪ੍ਰੋਟੈਕਸ਼ਨ ਲਈ ਰੱਖੇ ਜਾਂਦੇ, ਨਾ ਕਿ ਲੋਕਾਂ ਨੂੰ ਮਾਰਨ ਦੇ। ਜੇ ਕੋਈ ਤੁਹਾਡੇ 'ਤੇ ਵਾਰ ਕਰਦਾ ਜਾਂ ਤੁਸੀਂ ਉਹਨੂੰ ਕਰਦੇ ਹੋ ਤਾਂ ਉਹਦੇ 'ਚ ਤੁਸੀਂ ਉਹਦੇ ਲਈ
ਆਪਣਾ ਫਾਇਰਿੰਗ ਕਰ ਸਕਦੇ ਜੇ। ਪਰ ਜੇ ਤੁਸੀਂ ਅੰਨ੍ਹੇਵਾਹ ਉੱਦਾਂ ਹੀ ਲੋਕਾਂ ਨੂੰ ਮਾਰੀ ਜਾਓਗੇ, ਸੜਕ ਚੱਲਦਿਆਂ ਨੂੰ ਗੱਡੀ 'ਤੇ ਬੈਠੇ ਨੂੰ ਹੁਣ ਜਿਹੜੇ ਲੋਕਾਂ ਨੇ ਸਾਨ ਫਰਾਂਸਿਸਕੋ 'ਚ ਮਾਰੇ ਆ, ਉਹ ਮੁੰਡੇ ਫੜੇ ਗਏ, ਉਹਦੇ ਵਿੱਚ ਉਹ ਗੱਡੀ 'ਚ ਬੈਠੇ ਸੀ, ਗੱਡੀ 'ਚੋਂ ਫਾਇਰਿੰਗ ਕਰ ਰਹੇ ਸੀ। ਔਰ ਇਸੇ ਤਰ੍ਹਾਂ ਦੇ ਹੋਰ ਵੀ ਕਾਰਨਾਮੇ ਹੋ ਗਏ, ਇੰਨੀਆਂ ਘਟਨਾਵਾਂ ਉੱਤੇ ਹੋਈਆਂ। ਗਾਇਬ ਗਏ ਅਸੀਂ ਰੋਜ਼ ਅਖਬਾਰਾਂ 'ਚ, ਰੋਜ਼ ਮੀਡੀਆ 'ਚ ਦੇਖਦੇ ਹਾਂ। ਉਹਨਾਂ ਦੇ ਨਾਲ ਹੁਣ ਵੱਸਦਾ ਕੈਨੇਡਾ ਵੀ ਹੈਗਾ। ਕੈਨੇਡਾ 'ਚ ਇੰਨੀ ਦਹਿਸ਼ਤਗਰਦੀ ਨਹੀਂ ਜਿੰਨੀ USA 'ਚ। ਇਹ ਸਾਡੇ ਸਾਰੇ NRI ਪ੍ਰਵਾਸੀ ਭਾਰਤੀ ਜਾਣਦੇ ਨੇ ਕਿ ਇਸ ਕਰਕੇ ਇਹ ਹਾਲਤ ਨਾਜ਼ੁਕ ਹੋ ਗਈ ਆ ਕਿ ਬਾਈਡਨ ਸਾਹਿਬ ਨੇ ਜਾਂ ਸੰਸਦ ਨੇ ਜਾਂ ਜਿਹੜੇ ਉਹਦੇ 'ਚ ਇਹਦੇ ਨਾਲ ਰਿਲੇਟਡ ਮੰਤਰੀ ਨੇ, ਉਹਨਾਂ ਨੇ ਇਹਦੇ ਵੱਲ ਸ਼ਾਇਦ ਧਿਆਨ ਨਹੀਂ ਦਿੱਤਾ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਖੰਨਾ ਜੀ, ਕਿ ਇਹਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਗੰਨਾਂ ਬਣਾਉਣ ਵਾਲੀਆਂ, ਜਿਹਦੇ 'ਚ ਕਾਰਤੂਸ, ਜਿਹਦੇ ਵਿੱਚ ਸਾਰਾ ਕੁਝ, ਰਿਵਾਲਵਰ ਜਿਹਦੇ ਵਿੱਚ ਪਿਸਟਲ ਬਣਦੇ ਆ, ਉਹਦੇ ਵਿੱਚ ਬਹੁਤ ਲੋਕ ਉੱਥੋਂ ਦੇ ਅਮਰੀਕਨ ਨੇ, ਕੁਝ ਸਾਰੇ ਪੰਜਾਬੀ ਵੀ ਹੈਗੇ ਜਿਨ੍ਹਾਂ ਦੀਆਂ ਫੈਕਟਰੀਆਂ। ਪਰ ਫੈਕਟਰੀਆਂ ਗਨ ਹਾਊਸ ਤਾਂ ਹੈਗੇ ਆ, ਉਹ ਪੰਜਾਬ 'ਚ ਵੀ ਹੈਗੇ ਆ, ਹਿੰਦੁਸਤਾਨ 'ਚ ਵੀ ਹੈਗੇ ਆ, ਪਰ ਗੰਨਾਂ ਤਾਂ ਪ੍ਰੋਟੈਕਸ਼ਨ ਲਈ ਲਈਆਂ ਜਾਂਦੀਆਂ। ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਸੀਗਾ, ਉਹ ਉਪਦੇਸ਼ ਉਹਨਾਂ ਦਾ, ਜਦੋਂ 5 ਕੱਕੇ ਪਹਿਨਦੇ ਨੇ, ਜਦੋਂ ਅੰਮ੍ਰਿਤ ਛਕਦੇ ਨੇ, ਬਪਟਿਜ਼ਮ ਜਦੋਂ ਅਖਤਿਆਰ ਕਰਦੇ ਆ, ਉਹਦੇ ਵਿੱਚ ਸੈਲਫ ਪ੍ਰੋਟੈਕਸ਼ਨ ਲਈ ਗਾਤਰਾ ਪਾਇਆ ਜਾਂਦਾ, ਤਲਵਾਰ ਉਹਨਾਂ ਦੇ ਕੋਲ ਸਾਰਾ ਕੁਝ ਹੈਗਾ। ਨਾ ਕਿ ਇਹ ਤਲਵਾਰ ਨਹੀਂ ਕਿ ਸਾਰੇ ਜਾਂਦਿਆਂ ਦੇ ਰਾਹੀਆਂ 'ਤੇ ਮਾਰ ਦਿਓ, ਬੱਚਿਆਂ ਦੇ ਮਾਰ ਦਿਓ, ਸਕੂਲਾਂ 'ਚ ਚੱਲ ਜਾਓ। ਇਹ ਕਿਸ ਪਾਸੇ ਦੀ ਸਿਆਣਪ ਨਹੀਂ, ਅਤੇ ਨਾ ਸਿਆਣਪ ਦੀ ਕੋਈ ਭਾਵਨਾ ਇਹਨਾਂ ਦੇ ਵਿੱਚ। ਔਰ ਮੇਰਾ ਖਿਆਲ ਹੈ ਕਿ ਜੇ ਅਸੀਂ ਇਸ ਗੱਲ ਦੇ ਉੱਤੇ ਆਪਣੇ ਇੰਡੀਵਿਜੂਅਲ ਵਿਚਾਰ ਰੱਖੀਏ ਤਾਂ ਕੋਈ ਚੰਗੀ ਗੱਲ ਨਹੀਂ। ਸਾਡਾ ਮੀਡੀਆ, ਬਾਕੀ ਸਾਰੇ ਮੀਡੀਆ ਦੇ, ਪ੍ਰਿੰਟ ਮੀਡੀਆ ਔਰ ਪੂਰੇ ਲੋਕ ਇਸ ਗੱਲ ਤੋਂ ਖਫਾ ਨੇ। ਇਸ ਕਰਕੇ ਖਫਾ ਨੇ ਕਿ ਉੱਥੋਂ ਦੀ ਸਰਕਾਰ ਸ਼ਾਇਦ ਸੁੱਤੀ ਪਈ ਹੈ, ਜਾਂ ਉਹਨਾਂ ਦਾ ਕੋਈ ਧਿਆਨ ਨਹੀਂ, ਜਾਂ ਇਸ ਕੰਮ ਨੂੰ ਜ਼ਿਆਦਾ ਬੜਾਵਾ ਦੇਣਾ ਚਾਹੁੰਦੇ ਆ। ਔਰ ਹਾਲਾਂਕਿ ਸੁਪਰ ਕੰਟਰੀ ਆ, ਹਰ ਪਾਸੇ ਉਹਦਾ ਡਾਲਰ ਚੱਲਦਾ, ਸੋਨਾ ਗੋਲਡ ਤੋਂ ਵਜੋਂ ਵੀ ਉਹਨਾਂ ਕੋਲ ਕੋਈ ਕਮੀ ਨਹੀਂ, ਹਰ ਚੀਜ਼ ਪਿੱਛੇ ਬੇਸ਼ੁਮਾਰ ਚੀਜ਼ਾਂ ਉਹਨਾਂ ਕੋਲ। ਪਰ ਉਹਦੇ ਬਾਵਜੂਦ ਜੇ ਇਹ ਗੱਲਾਂ ਵਾਪਰਦੀਆਂ ਤਾਂ ਲੋਕਾਂ ਦੀ ਸ਼ਾਂਤੀ ਭੰਗ ਹੋ ਕੇ ਲੋਕ ਉੱਥੇ ਰਹਿਣਾ ਵੀ ਪਸੰਦ ਨਹੀਂ ਕਰਨਗੇ। ਠੀਕ ਹੈ ਨਾ ਖੰਨਾ ਜੀ? ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਔਰ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੇ ਉੱਤੇ ਡਿਸਕਸ਼ਨਸ ਹੁੰਦੀਆਂ ਨੇ ਕਿ ਹਰ ਥਾਂ ਦੇ ਉੱਤੇ, ਹਰ ਦੇਸ਼ ਦੇ ਵਿੱਚ ਕਾਨੂੰਨ ਨੇ, ਲਾਇਸੈਂਸ ਹੈ ਔਰ ਏਜ ਲਿਮਿਟ ਹੈ, ਸਭ ਕੁਝ ਹੈ। ਤਾਂ ਅਮਰੀਕਾ ਦੇ ਵਿੱਚ ਕਿਉਂ ਨਹੀਂ? ਕਿਸੇ ਵਕਤ ਹੋ ਸਕਦਾ ਲੋੜ ਹੋਵੇ, ਪਰ ਉਹ ਜੋ ਵਕਤ ਨਹੀਂ ਰਹਿ ਗਿਆ। ਅੱਜ ਤਾਂ ਸਿਕਿਉਰਿਟੀ ਹਰ ਥਾਂ ਦੇ ਉੱਤੇ ਹੈ। ਤਾਂ ਇਸ ਤਰ੍ਹਾਂ ਸੈਲਫ ਪ੍ਰੋਟੈਕਸ਼ਨ ਵਾਸਤੇ ਇਸ ਤਰ੍ਹਾਂ ਗਨਸ ਰੱਖਣੀਆਂ ਔਰ ਉਹਦਾ ਗਲਤ ਇਸਤੇਮਾਲ ਹੋ ਜਾਵੇ ਔਰ ਕਈ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ, ਅਨਾਈ ਮੌਤ ਹੁੰਦੀ ਹੈ, ਤਾਂ ਉਹ ਸਭ ਚੀਜ਼ਾਂ 'ਤੇ ਰੋਕ ਹੋਣੀ ਚਾਹੀਦੀ ਹੈ। ਸਿਵਲਾਈਜ਼ ਸੋਸਾਇਟੀ ਦੇ ਵਿੱਚ ਅਸੀਂ ਇਹ ਗੱਲ ਮੰਨਦੇ ਹਾਂ, ਕਿਉਂਕਿ ਅਮਰੀਕਨ ਸੋਸਾਇਟੀ ਸਭ ਤੋਂ ਸਿਵਲਾਈਜ਼ ਸੋਸਾਇਟੀ ਅਸੀਂ ਮੰਨਦੇ ਹਾਂ। ਉਹਦੇ 'ਚ ਜੋ ਇਹ ਨੈਗੇਟਿਵਿਟੀ ਚੱਲਦੀ ਪਈ ਆ, ਸਾਰੇ ਮਾਹਿਰ ਹੀ ਮੰਨਦੇ ਨੇ ਕਿ ਇਹਦੇ ਉੱਤੇ ਰੋਕਥਾਮ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਕਿਉਂਕਿ ਕੰਟਰੋਲ ਨਹੀਂ ਹੁੰਦਾ, ਗੁੱਸਾ ਆ ਜਾਂਦਾ ਕਿਸੇ ਨਾ ਕਿਸੇ ਗੱਲ ਦੇ ਉੱਤੇ। ਔਰ ਵੈਸੇ ਵੀ ਅੱਜ ਕੱਲ੍ਹ ਲੋਕਾਂ ਦੇ ਅੰਦਰ ਪੇਸ਼ੈਂਸ ਨਹੀਂ ਹੈ। ਦੂਜਾ, ਬੱਚਿਆਂ ਦੀਆਂ ਗੇਮਸ ਵੀ ਉੱਦਾਂ ਦੀਆਂ ਨੇ, ਵਾਇਲੈਂਸ ਹਮੇਸ਼ਾ ਦੇਖੋ ਬੱਚਿਆਂ ਦੀਆਂ ਗੇਮਸ ਦੇ ਵਿੱਚ ਹੈ, ਔਰ ਆਲੇ ਦੁਆਲੇ ਮੀਡੀਆ ਦੇ ਵਿੱਚ ਵੀ ਵਾਇਲੈਂਸ ਹੈ। ਤਾਂ ਉਹ ਦਿਮਾਗ ਦੇ ਵਿੱਚ ਭਰੀ ਹੋਈ ਹੈ। ਕਿਤੇ ਵੀ ਉਹ ਗਨ ਕੱਢ ਕੇ ਸ਼ੂਟ ਕਰ ਦਿੰਦੇ ਨੇ, ਗੋਲੀ ਚਲਾ ਦਿੰਦੇ ਨੇ, ਔਰ ਨਤੀਜੇ ਬੁਰੇ ਸਾਬਤ ਹੁੰਦੇ ਨੇ। ਸੋ ਮੇਰੇ ਖਿਆਲ ਇੱਕ ਗੱਲ ਹੋਰ ਹੈ ਜਿਹੜੀ ਇਨ ਐਡੀਸ਼ਨ ਗੱਲ ਉਹ ਹੈਗੀ ਹੈ ਕਿ ਜਿਹੜੇ ਲੋਕ ਸਾਡੇ ਉੱਤੇ ਵੱਸ ਰਹੇ ਨੇ, ਬਾਹਰੋਂ ਕਮਾਈ ਕਰਨ ਜਾ ਰਹੇ ਆ, ਵੀਜ਼ਾ ਲੈ ਕੇ ਪਹੁੰਚੇ ਉੱਥੇ ਔਰ ਬਿਜ਼ਨਸ ਕਰ ਰਹੇ ਆ, ਉਹ ਲੋਕ ਨਹੀਂ ਹੈਗੇ। ਇਹ ਲੋਕ ਉਹਨਾਂ ਦੇ ਅਮਰੀਕਨ ਲੋਕ, ਲੋਕਲਸ ਨੇ, ਲੋਕਲ ਹੈਗੇ, ਅਫਰੀਕਨ ਹੈਗੇ ਆ, ਜਿਹੜੇ ਸਾਊਥ ਦੇ ਲੋਕ ਨੇ, ਉਹ ਲੋਕ ਨੇ। ਪਰ ਦੂਜੀ ਗੱਲ ਹੈ ਕਿ ਜਦੋਂ ਅਮਰੀਕਾ ਆਪਣੇ ਸਾਰੀ ਇੱਕ ਮੰਡੀ ਬਣਾ ਕੇ ਵੈਪਨ ਲੋਕਾਂ ਨੂੰ ਸਪਲਾਈ ਕਰਦਾ, ਜਿੱਥੇ ਲੜਾਈ ਲੱਗੇ ਹੋਏ ਅਮਰੀਕਨ ਟੈਂਕਾਂ ਉੱਤੇ, ਅਮਰੀਕਨ ਤੋਪਾਂ ਉੱਥੇ, ਅਮਰੀਕਨ ਜਿਹੜੇ ਰਡਾਰ ਨੇ, ਅਮਰੀਕਨ ਸਾਰਾ ਜੰਗੀ ਵੇੜੇ ਉੱਥੇ ਚਲੇ ਜਾਂਦੇ ਆ। ਪਰ ਇਹਦੇ ਵਿੱਚ ਇਹ ਲੋਕਾਂ ਨੂੰ ਤਾਂ ਸਪਲਾਈ ਕਰਦੇ ਆ, ਪਰ ਜਿਹੜੇ ਇਟਰਨਲ ਉਹਨਾਂ ਦੇ ਲੋਕ ਚਲਾ ਕੇ ਲੋਕਾਂ ਨੂੰ ਮਾਰੀ ਜਾ ਰਹੇ ਆ। ਇਹ ਵੀ ਗੱਲ ਵੀ ਮੇਰਾ ਖਿਆਲ ਕੋਈ ਸਿਆਣਪ ਵਾਲੀ ਨਹੀਂ, ਜਾਂ ਕੰਟਰੋਲ ਤੋਂ ਬਾਹਰ ਦੀ ਗੱਲ ਹੈ, ਜਾਂ ਲੋਕਾਂ ਦਾ ਇੱਧਰ ਜ਼ਿਆਦਾ ਝੁਕਾਅ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਦਿਮਾਗੀ ਤੌਰ 'ਤੇ ਲੋਕਾਂ ਨੂੰ ਇਹ ਪਰੇਸ਼ਾਨ ਕਰ ਰਹੀਆਂ, ਸਾਰੀ ਬਿਲਕੁਲ ਪਰੇਸ਼ਾਨ ਕਰ ਰਹੀਆਂ ਨੇ। ਸੋ ਇੱਕ ਪਰੇਸ਼ਾਨੀ ਵਾਲੀ ਗੱਲ ਇੱਥੇ ਵੀ ਹੋ ਰਹੀ ਹੈ ਕਿ BBC ਦੀ ਦਸਤਾਵੇਜ਼ੀ ਫਿਲਮ ਜਿਹੜੀ ਬਣੀ ਹੈ ਗੁਜਰਾਤ ਦੰਗਿਆਂ ਦੇ ਉੱਤੇ, ਉਹਦੇ ਵਿਰੋਧ ਦੇ ਵਿੱਚ ਸਰਕਾਰ ਵੀ ਖੜੀ ਹੈ ਔਰ ਓਪੋਜੀਸ਼ਨ ਵੀ ਆਮਣੇ ਸਾਹਮਣੇ ਹੈ। ਦੁਨੀਆ ਦੇ ਵਿੱਚ ਇਸ ਦੇ ਉੱਤੇ ਕਾਫੀ ਚਰਚਾ, ਡਿਬੇਟ ਹੋ ਰਹੀ ਹੈ, ਜਿਹਦੇ ਵਿੱਚ PM ਮੋਦੀ ਸਾਹਿਬ ਦੇ ਉੱਤੇ ਇੱਕ ਸਾਈਨ ਆਫ ਇੰਟਰੋਗੇਸ਼ਨ ਲੱਗਦਾ ਪਿਆ ਕਿ ਉਹਨਾਂ ਦੀ ਇਨਵੋਲਵਮੈਂਟ ਨੂੰ ਲੈ ਕੇ ਇਹ BBC ਦੀ ਡਾਕੂਮੈਂਟਰੀ ਹੈ। ਔਰ ਜੋ ਭਾਰਤ ਸਰਕਾਰ ਵੱਲੋਂ ਇਹ ਗੱਲ ਆਈ ਹੈ ਕਿ ਇਹ ਇੱਕ ਪ੍ਰੋਪੇਗੈਂਡਾ ਹੈ, ਇਹਦੇ ਵਿੱਚ ਸੱਚਾਈ ਨਹੀਂ ਹੈ। ਪਰ BBC ਕਹਿ ਰਹੀ ਹੈ ਕਿ ਅਸੀਂ ਪੂਰੀ ਜਾਂਚ ਕਰਨ ਤੋਂ ਬਾਅਦ ਫੈਕਟਸ ਦੇ ਬਾਰੇ ਔਰ ਪੂਰੀ ਤਹਿ ਵਿੱਚ ਜਾਣ ਤੋਂ ਬਾਅਦ ਇਹ ਡਾਕੂਮੈਂਟਰੀ ਬਣਾਈ ਹੈ। ਹੁਣ ਇਹ ਡਿਬੇਟ ਦਾ ਇੱਕ ਬਣ ਜਾਂਦਾ ਹੈ ਮੁੱਦਾ ਕਿ ਸੱਚਾਈ ਕੀ ਹੈ। PM ਮੋਦੀ ਜਿਨ੍ਹਾਂ ਨੂੰ ਕਿ ਸਾਡੀਆਂ ਕੋਰਟਸ ਵੱਲੋਂ ਵੀ ਕਲੀਨ ਚਿੱਟ ਮਿਲ ਚੁੱਕੀ ਹੈ, ਤੇ ਫਿਰ ਇਹ ਦਸਤਾਵੇਜ਼ੀ ਫਿਲਮ ਕਿਉਂ ਸਾਈਨ ਆਫ ਇੰਟਰੋਗੇਸ਼ਨ ਲਗਾਉਂਦੀ ਪਈ ਹੈ? ਇਹ ਸਾਰੀਆਂ ਗੱਲਾਂ ਲੈ ਕੇ ਕਾਫੀ ਬਹਿਸ ਮਗੀ ਹੋਈ ਹੈ ਸਿਆਸੀ ਗਲਿਆਰਿਆਂ ਦੇ ਵਿੱਚ।
ਬੇਸਿਕ ਗੱਲ ਹੈਗੀ ਕਿ ਜਦੋਂ ਅਸੀਂ ਦੇਖਦੇ ਹਾਂ, ਜਦੋਂ ਫਿਲਮ ਬਣਦੀ ਆ, ਮੂਵੀ ਬਣਦੀ ਆ, ਉਹ ਕ੍ਰੀਏਟ ਕੀਤੀ ਜਾਂਦੀ ਹੈ, ਉਹ 'ਚ ਕਿਰਦਾਰ ਹੁੰਦੇ ਆ। ਜਦੋਂ ਡਾਕੂਮੈਂਟਰੀ ਬਣਦੀ ਹੈ, ਡਾਕੂਮੈਂਟਰੀ ਫਿਲਮ ਬਣਦੀ ਆ, ਉਹਦੇ ਵਿੱਚ ਬੇਸਿਕ ਜਿਹੜਾ ਸੱਚ ਹੁੰਦਾ, ਉਹਦੇ ਵਿੱਚ ਤੱਥ ਹੁੰਦੇ ਆ, ਉਹ ਸਾਰੇ ਕਲੈਕਟ ਕੀਤੇ ਜਾਂਦੇ ਆ। ਨੰਬਰ 2 ਦੀ ਗੱਲ ਹੈਗੀ ਕਿ ਜਿਹੜੇ ਜਦੋਂ ਡਾਕੂਮੈਂਟਰੀ ਬਣਾਉਣ ਵਾਲੀ ਬ੍ਰੌਡਕਾਸਟ ਜਿਹੜੀ ਬ੍ਰਿਟਿਸ਼ ਬ੍ਰੌਡਕਾਸਟ ਕੰਪਨੀ ਆ, ਉਹਨੇ ਬਣਾਈ ਆ, BBC ਨੇ। ਔਰ BBC ਦਾ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਜਿਹੜੀ ਬਣੀਆਂ ਫਿਲਮਾਂ ਜਾਂ ਉਹਨਾਂ 'ਤੇ ਕੋਈ ਉਂਗਲ ਨਹੀਂ ਉਠਾਈ ਗਈ, ਕਿਉਂਕਿ ਉਹਨਾਂ ਦੇ ਜਿੰਨੇ ਵੀ ਪ੍ਰੋਗਰਾਮ ਆਉਂਦੇ ਆ, ਜਿੰਨੇ ਵੀ ਫਿਲਮਾਂ ਬਣਦੀਆਂ, ਜੋ ਵੀ ਹੈਗਾ ਉਹ ਤੱਥਾਂ 'ਤੇ ਆਧਾਰਿਤ ਹੁੰਦੀ ਹੈ, ਉਹਦੇ 'ਚ ਕੋਈ ਝੂਠ ਨਹੀਂ ਹੁੰਦਾ। ਪਰ ਦੂਜੇ ਪਾਸੇ ਸਾਡੀ ਸਰਕਾਰ ਨੇ ਇਹ ਕਹਿਤਾ ਕਿ ਕੂੜ ਪ੍ਰਚਾਰ ਹੈਗਾ। ਕੂੜ ਪ੍ਰਚਾਰ ਮਤਲਬ ਝੂਠਾ ਹੈਗਾ, ਸਾਰਾ ਕੁਛ ਝੂਠ 'ਤੇ ਆਧਾਰਿਤ ਹੈਗੀ ਆ। ਦੂਜੇ ਪਾਸੇ ਵਿਰੋਧੀ ਤਾਕਤਾਂ ਜਾਂ ਵਿਰੋਧੀ ਪਾਰਟੀਆਂ ਨੇ ਕਹਿਤਾ ਕਿ ਨਹੀਂ, ਇਹਦੇ ਵਿੱਚ ਬੜਾ ਸੱਚ ਲੁਕਿਆ ਹੈਗਾ। ਤੀਜੀ ਗੱਲ ਹੈਗੀ ਕਿ ਇਹ ਤਾਂ ਲੋਕਾਂ ਨੇ ਇੰਡੀਆ ਨੇ ਸਾਰੇ ਨੇ ਅੱਖਾਂ ਨਾਲ ਵੇਖਿਆ ਹੈਗਾ। ਇਹ ਸਨ 2002 ਦੇ ਵਿੱਚ ਵਾਪਰਿਆ, ਗੁਜਰਾਤ ਦੇ ਵਿੱਚ ਵਾਪਰਿਆ, ਜਿੱਥੇ ਉਦੋਂ ਦੇ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨੇ ਮੋਦੀ ਜੀ, ਉਦੋਂ ਦੇ ਮੁੱਖ ਮੰਤਰੀ ਸੀਗੇ। ਔਰ ਜੋ ਕੁਝ ਵਾਪਰਿਆ, ਗੱਡੀਆਂ ਸਾੜੀਆਂ ਗਈਆਂ ਔਰ ਜਿਹੜੇ ਘੱਟ ਗਿਣਤੀ ਦੇ ਲੋਕ ਉਹਨਾਂ ਨੂੰ ਮਾਰਿਆ ਗਿਆ, ਔਰ ਉਹਦੇ ਵਿੱਚ ਕਈ ਤਸ਼ੱਦਦ ਹੋਏ, ਕੇਸ ਵੀ ਰਜਿਸਟਰਡ ਹੋਏ ਆ। ਉਹਦੇ ਵਿੱਚ ਕਈ ਨੇਤਾ ਨੇ, ਕਈ ਲੋਕ ਨੇ, ਉਦੋਂ ਦੇ ਡਾਇਰੈਕਟਰ ਜਨਰਲ ਪੁਲਿਸ ਨੇ, ਉਹਨਾਂ ਨੂੰ ਵੀ ਪਤਾ ਹੈਗਾ ਕੀ ਕੁਛ ਹੋਇਆ। ਔਰ ਇਸ ਗੱਲ ਤੋਂ ਮੁਨਕਰ ਮੇਰਾ ਖਿਆਲ ਇੰਡੀਆ ਦੇ ਲੋਕ ਤਾਂ ਨਹੀਂ ਹੋਣਗੇ ਜਿਨ੍ਹਾਂ ਨੇ ਉਸ ਸਮੇਂ ਵੇਖਿਆ, ਸਾਰਾ ਕੁਛ ਭਾਂਪਿਆ ਵਾ, ਸਾਰਾ ਕੁਛ ਕੀਤਾ ਹੈਗਾ। ਔਰ ਉਹ ਲੋਕ ਚਲੋ ਉਹ ਇਹ ਮੰਨ ਲੈਂਦੇ ਕਿ ਭੁੱਲ ਗਿਆ, ਕਿਉਂਕਿ ਟਾਈਮ ਗੈਪ ਬੜਾ ਕੁਛ ਕਰ ਦਿੰਦਾ। ਜਿਹੜਾ ਸਮਾਂ ਹੁੰਦਾ ਗਿਆ, ਸਮਾਂ ਦਾ ਮਰਮ ਹੁੰਦੀ ਹੈ ਜ਼ਖਮਾਂ 'ਤੇ। ਪਰ ਹੁਣ ਦੂਜੀ ਵਾਰੀ ਜਦੋਂ ਇਹ ਰਿਵਾਈਵ ਦੁਬਾਰਾ ਹੋ ਗਈ ਆ, ਦੁਬਾਰਾ ਆ ਗਈ ਆ ਫਿਲਮ, ਇਹਨਾਂ ਨੇ ਤਿੰਨ ਚਾਰ ਜਗ੍ਹਾ 'ਤੇ ਇਹਨਾਂ ਨੇ ਬੈਨ ਕਰਤਾ ਸੀ, ਸੈਂਸਰ ਲਾਤਾ ਸੀਗਾ, ਜਿਹਦੇ ਵਿੱਚ ਨਹਿਰੂ ਯੂਨੀਵਰਸਿਟੀ ਹੈਗੀ ਆ ਦਿੱਲੀ, ਉਹਦੇ ਵਿੱਚ ਕੇਰਲਾ ਯੂਨੀਵਰਸਿਟੀ ਹੈਗੀ ਆ, ਉਹਦੇ ਵਿੱਚ ਮਦਰਾਸ ਹੈਗਾ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਯੂਥ ਨਾ ਭੜਕਣ, ਇਹਨਾਂ ਨੂੰ ਬਚਾਉਣ ਲਈ ਇਹਨਾਂ ਨੇ ਕਹਿਤਾ ਕਿ ਇਹ 'ਤੇ ਬੈਨ ਲਾ ਦਿਓ ਅਤੇ ਨਾ ਰਿਵਿਊ ਹੋਵੇ, ਨਾ ਚੱਲੇ, ਇਹਦਾ ਸ਼ੋਅ ਬੰਦ ਕਰ ਦਿਓ। ਪਰ ਕੁਝ ਏਰੀਆ 'ਤੇ ਮੁੰਡਿਆਂ ਸਟੂਡੈਂਟਸ ਨੇ ਵੇਖੀ ਹੈ ਔਰ ਉਹਨਾਂ ਨੇ ਵੇਖਣ ਤੋਂ ਬਾਅਦ ਉਹਦੀ ਆਲੋਚਨਾ ਕੀਤੀ ਹੈ। ਔਰ ਉਹ ਆਲੋਚਨਾ ਜਿਹੜੀ ਹੈ ਕਿ ਪੂਰੇ ਸੋਸਾਇਟੀ 'ਚ ਪ੍ਰਵੇਲ ਕਰ ਗਈ, ਸਾਰੀ ਦੁਨੀਆ ਦੇ ਵਿੱਚ ਤਾਂ ਆ ਹੀ ਗਈ ਹੈ। ਜਿੱਥੇ ਸਾਡੇ ਪ੍ਰਵਾਸੀ ਭਾਰਤੀ ਬੈਠੇ ਉਹਨਾਂ ਨੂੰ ਪਤਾ ਲੱਗਿਆ, ਜਿਹੜੇ ਸਾਡੇ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਪਤਾ ਲੱਗਿਆ। ਔਰ ਇਹਦੇ ਵਿੱਚ ਟੀਚਰ, ਅਧਿਆਪਕ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਉਹਨਾਂ ਨੂੰ ਪਤਾ ਲੱਗ ਗਿਆ। ਜਦੋਂ ਐਜੂਕੇਸ਼ਨ ਦਾ ਇੱਕ ਏਰੀਆ, ਜਿਹੜੇ ਸੂਝਵਾਨ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੇ, ਉਹਦੇ 'ਤੇ ਕਈ ਤਰ੍ਹਾਂ ਦੇ ਥੀਸਿਸ ਆ ਜਾਂਦੇ, ਕਈ ਤਰ੍ਹਾਂ ਦੀਆਂ ਬੋਲਦੇ ਨੇ, ਕਈ ਤਰ੍ਹਾਂ ਦੇ ਲੈਸਨ ਬਣ ਜਾਂਦੇ, ਕਈ ਕੁਛ ਹੋ ਜਾਂਦਾ। ਪਰ ਇਸ ਵੇਲੇ ਦੂਜੀ ਗੱਲ ਹੈਗੀ ਕਿ ਪਾਵਰ 'ਚ ਜਿਹੜੀ ਸਾਡੀ ਸਰਕਾਰ ਹੈ, ਉਹ ਪਾਵਰ 'ਚ ਹੈਗੀ ਆ। ਉਹਨਾਂ ਕੋਲ ਪਤਾ ਹੈਗਾ ਕਿ ਇਹਨੂੰ ਕਿਸ ਤਰ੍ਹਾਂ ਰੋਕਣਾ ਚਾਹੀਦਾ, ਕਿ ਇਹਦੇ ਵਿੱਚ ਕੀ ਕੰਟਰੋਲ ਕਰੀਏ। ਉਸੇ ਤਰ੍ਹਾਂ ਕੰਟਰੋਲ ਨਾਲ ਵੈਸੇ ਰੋਕੀ ਆ, ਗੱਲ ਸਹੀ ਵੀ ਹੈਗੀ ਆ, ਕਿਉਂਕਿ ਇਹਦੇ ਨਾਲ ਕਈ ਦਹਿਸ਼ਤਗਰਦ ਲੋਕ ਆ ਜਾਂਦੇ ਨੇ। ਇਹਦੇ ਵਿੱਚ ਜਿਹੜਾ ਤੁਹਾਡੇ ਸ਼ਾਂਤੀ ਵੀ ਜਿਹੜੀ ਭੰਗ ਹੋ ਸਕਦੀ ਹੈ। ਔਰ ਮੇਰਾ ਖਿਆਲ ਹੈ ਕਿ ਸ਼ਾਂਤੀ ਨੂੰ ਬਾਹਰ ਰੱਖਣ ਲਈ ਇਹਨੂੰ ਜ਼ਿਆਦਾ ਤਰੀਕੇ ਨਾਲ ਸ਼ੋਅ ਨਹੀਂ ਦਿਖਾਉਣੇ ਚਾਹੀਦੇ। ਆਉਣ ਵਾਲੀ ਜਨਰੇਸ਼ਨ ਜਿਹੜੀ ਉਹਨਾਂ ਨੂੰ ਬੁਰਾ ਲੱਗੂਗਾ, ਕਿਉਂਕਿ ਜਿਹੜੇ ਮੁੰਡੇ ਇਸ ਵੇਲੇ ਜਵਾਨ ਨੇ, ਉਦੋਂ 2002 'ਚ ਉਹ ਇੰਨੇ ਜਵਾਨ ਨਹੀਂ ਹੋਣਗੇ, ਇੰਨੇ ਜੋਸ਼ ਖਰੋਸ਼ ਵਿੱਚ ਨਹੀਂ ਹੋਣਗੇ। ਅਤੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ, ਉਹ ਗੋਡ, ਇਹ ਉਦੋਂ ਇਹ ਹੋਇਆ ਸੀਗਾ, ਇੰਨੇ ਲੋਕ ਮਰ ਰਹੇ ਸੀ, ਉਹਨਾਂ ਨੇ ਹੂਬਹੂ ਉਸੇ ਤਰ੍ਹਾਂ ਦਿਖਾਇਆ, ਕ੍ਰੀਏਟ ਕਰਕੇ ਦਿਖਾਇਆ ਵੈਸੇ ਤਾਂ। ਪਰ ਉਹਨੂੰ ਜਦੋਂ ਅੰਧਾਧੁੰਦ ਫਾਇਰਿੰਗ ਹੋ ਰਹੀ ਹੈ, ਲੋਕਾਂ ਨੂੰ ਮਾਰਿਆ ਜਾ ਰਿਹਾ, ਬਲੱਡ ਸ਼ੈਡ ਹੋ ਰਹੀ ਹੈ, ਕਈ ਚੀਜ਼ਾਂ ਹੋ ਰਹੀਆਂ, ਉਹਨਾਂ ਨੂੰ ਇਹ ਸੱਚ ਉਹਨਾਂ ਨੇ ਰਿਕਾਰਡ ਕਰਕੇ ਲੋਕਾਂ ਦੇ ਸਾਹਮਣੇ ਕੀਤਾ। ਪਰ ਮੇਰਾ ਖਿਆਲ ਹੈ ਕਿ ਇਹ ਗੱਲ ਜਿਹੜੀ ਹੈਗੀ ਆ, ਹੁਣ ਇਸ ਵੇਲੇ ਲੋਕਾਂ ਨੂੰ ਇਹਦੇ ਤੋਂ ਬਚਣਾ ਚਾਹੀਦਾ, ਤਾਂ ਕਿ ਉਹ ਨਾ ਆ ਜੇ। ਫਿਰ ਕਈ ਵਾਰੀ ਫਿਰ ਗੁਰਸ਼ਾਗਰਦੀ, ਕਈ ਥਾਈਂ ਮਾਰਿਆ ਜਾਂਦਾ ਲੋਕ, ਕਈ ਤਰ੍ਹਾਂ ਬੱਚੇ ਵਿਚਾਰੇ ਤੁਰੇ ਫਿਰਦੇ ਸੜਕਾਂ 'ਤੇ ਮਾਰੇ ਜਾਂਦੇ ਆ। ਪਰ ਇਸ ਤੋਂ ਥੋੜ੍ਹਾ ਬਚਣਾ ਚਾਹੀਦਾ, ਕਿਉਂਕਿ ਬੱਚਿਆਂ ਦਾ ਭਵਿੱਖ ਨੂੰ ਉਜਲ ਬਣਾਉਣ ਲਈ ਸਾਨੂੰ ਇਸ 'ਤੇ ਪੂਰਾ ਜ਼ੋਰ ਦੇਣਾ ਚਾਹੀਦਾ। ਖਾਸ ਕਰਕੇ ਅਧਿਆਪਕਾਂ ਨੂੰ, ਪ੍ਰੋਫੈਸਰਾਂ ਨੂੰ, ਜਿਹੜੇ ਪੜ੍ਹੇ ਲਿਖੇ ਹੋਰ ਵੀ ਲੋਕ ਨੇ, ਉਹਨਾਂ ਨੂੰ ਇਕਜੁੱਟ ਹੋ ਕੇ ਇਸ ਚੀਜ਼ ਨੂੰ ਅਵਾਇਡ ਕਰਨਾ ਚਾਹੀਦਾ, ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਦੇ 'ਤੇ ਕੋਈ ਇਸ ਤਰ੍ਹਾਂ ਦਾ ਧੱਬਾ ਨਾ ਲੱਗੇ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸ਼ਾਂਤੀ ਭੰਗ ਹੋਣ ਦਾ ਨਾ ਲੱਗੇ, ਅਤੇ ਉਹ ਆਪਣੇ ਤਰੀਕੇ ਨਾਲ ਪੜ੍ਹਾਈ ਸ਼ੁਰੂ ਕਰਨਾ ਔਰ ਵੱਡੇ ਵੱਡੇ ਅਫਸਰ ਬਣਨ। ਇਹ ਸਾਡੀ ਅਰਦਾਸ ਹੈਗਾ। ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਅੱਗੇ ਵਧੀਏ ਕਿ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਨੂੰ ਜਨਤਕ ਕਰਨਾ ਚਿੰਤਾ ਦਾ ਵਿਸ਼ਾ ਹੈ। ਇਹ ਆਪਣੇ ਕਹਿ ਰਹੇ ਨੇ, ਕੋਰਟਸ ਕਹਿ ਰਹੀਆਂ ਨੇ, ਸੁਪਰੀਮ ਕੋਰਟ ਵੀ ਕਹਿ ਰਹੀ ਹੈ, ਮੰਤਰੀ ਜੀ ਵੀ ਕਹਿ ਰਹੇ ਨੇ। ਔਰ ਜੀ ਸੋ ਜੀ ਕਿਰਨ ਜੀ ਕਹਿ ਰਹੇ ਨੇ, ਤੇ ਨਾਲ ਕੋਰਟਸ ਵੱਲੋਂ ਵੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਨੇ, ਨੈਚੁਰਲੀ ਇਹਨਾਂ ਨੂੰ ਜਨਤਕ ਕਰੋਗੇ ਤਾਂ ਜਿਹੜੀ ਸਿਕਿਉਰਿਟੀ ਹੈ ਮੁਲਕ ਦੀ, ਚਾਹੇ ਉਹ ਇੰਟਰਨਲ ਹੈ ਚਾਹੇ ਐਕਸਟਰਨਲ ਹੈ, ਉਹ ਵੀ ਇੱਕ ਤਰ੍ਹਾਂ ਨਾਲ ਦਾਅ 'ਤੇ ਲੱਗ ਜਾਂਦੀ ਹੈ। ਕਿਉਂਕਿ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਚੀਜ਼ ਛੁਪੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਦੇਖੋ ਨਾ, ਟਰੰਪ ਦੇ ਔਰ ਬਾਈਡਨ ਦੇ ਘਰੋਂ ਵੀ ਜੋ ਰਿਪੋਰਟਸ ਮਿਲ ਰਹੀਆਂ ਨੇ, ਜੋ ਕਾਗਜ਼ਾਤ ਮਿਲ ਰਹੇ ਨੇ, ਦੈਟ ਇਜ਼ ਅਗੇਂਸਟ ਦ ਲਾਅ। ਔਰ ਉਸੇ ਤਰ੍ਹਾਂ ਹੀ ਹਰ ਥਾਂ ਦੇ ਉੱਤੇ ਇਹੀ ਹੈ ਕਿ ਜੋ ਸਿਕਿਉਰਿਟੀ ਹੈ ਇੰਟਰਨਲ ਐਂਡ ਐਕਸਟਰਨਲ, ਉਹਦੇ ਵਾਸਤੇ ਜੋ ਸੀਕ੍ਰੇਟਸ ਨੇ ਗਵਰਨਮੈਂਟ ਦੇ, ਉਹ ਸੀਕ੍ਰੇਟ ਰਹਿਣੇ ਚਾਹੀਦੇ ਨੇ, ਉਹਨਾਂ ਨੂੰ ਪਬਲਿਕਲੀ ਨਹੀਂ ਉਛਾਲਣਾ ਚਾਹੀਦਾ। ਵੈਸੇ ਇਹ ਗੱਲ ਠੀਕ ਆ। ਜਿਹੜੀ ਹੁਣ ਇਹਨਾਂ ਨੇ ਇੱਕ
ਕਾਨੂੰਨ ਬਣਾਉਣ ਜਾ ਰਹੇ ਆ, ਜਿਹਦੇ 'ਚ ਇਨਫੋਰਮੇਸ਼ਨ ਟੈਕਨੋਲੋਜੀ ਤੇ ਬੇਸਡ ਜਿਹੜਾ 2021 ਦਾ ਬਿੱਲ ਤੈਅ ਕਰ ਲਿਆ, ਉਹਦੀ ਬਣਤਰ ਬਣ ਰਹੀ ਆ। ਉਹ ਇਸੇ ਕਰਕੇ ਬਣ ਰਹੀ ਹੈ ਕਿ ਜਿਹੜੀ ਜਨਤਕ ਸੂਚਨਾਵਾਂ ਹੋ ਜਾਂਦੀਆਂ, ਜਿਹੜੀਆਂ ਸੰਸਦ ਦੇ ਵਿੱਚੋਂ ਉੱਠਦੀਆਂ ਨੇ, ਜਿਹੜੀਆਂ ਕੁਝ ਉਹਨਾਂ ਦੀਆਂ ਸੀਕ੍ਰੇਸੀ ਨੇ, ਜਿਹਦੇ ਵਿੱਚ ਸਾਰੇ ਮੰਤਰੀਆਂ ਨੇ ਮਿਲ ਕੇ ਕੁਝ ਕੀਤਾ ਹੁੰਦਾ, ਔਰ ਉਹ ਉਦੋਂ ਲਾਗੂ ਹੁੰਦੀਆਂ ਜਦੋਂ ਕੋਈ ਬਾਹਰ ਆ ਜਾਂਦੀਆਂ। ਇਹਦੇ ਵਿੱਚ ਇੱਕ ਰਾਹ ਏਜੰਸੀ ਆ, ਉਹਦੀ ਕੁਝ ਸੂਚਨਾਵਾਂ ਸੀ, ਕੁਝ ਉਹਦੀ ਵਿਉਂਤ ਸੀਗੀ, ਉਹਨੂੰ ਸ਼ਰੇਆਮ ਬਾਹਰ ਕੱਢਿਆ ਗਿਆ। ਉਹਦੇ ਵਿੱਚ ਸੁਪਰੀਮ ਕੋਰਟ ਦਾ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਨਿਆਂਇਕ ਪ੍ਰਣਾਲੀ ਇਹ ਵੀ ਕਰ ਰਹੀ ਹੈ। ਤੀਜੀ ਗੱਲ ਇਹ ਹੈਗੀ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪੈਂਦੀਆਂ ਜਾਂ ਉਹਦੇ 'ਤੇ ਲੋਕਾਂ ਦੀਆਂ ਸੂਚਨਾਵਾਂ ਆਉਂਦੀਆਂ, ਉਹ ਵਿੱਚ ਕੁਝ ਤਾਂ ਫੇਕ ਹੁੰਦੀਆਂ, ਕੁਝ ਜਿਹੜੀਆਂ ਹੈਗੀਆਂ ਸੀਕ੍ਰੇਟ ਗੌਰਮੈਂਟ ਦੀਆਂ, ਉਹਨੂੰ ਵੀ ਉਸੇ ਤਰ੍ਹਾਂ ਵਾਇਰਲ ਕੀਤਾ ਜਾਂਦਾ। ਔਰ ਜਦੋਂ ਇਹ ਵਾਇਰਲ ਹੋ ਜਾਂਦੀਆਂ, ਲੋਕਾਂ ਨੂੰ ਪਤਾ ਲੱਗਦਾ ਵੀ ਆਹ ਗੌਰਮੈਂਟ ਕਰ ਰਹੀ ਹੈ, ਆਹ ਏਜੰਸੀਆਂ ਕਰ ਰਹੀਆਂ, ਤੇ ਜਨਤਾ ਕਿੱਥੇ ਬੈਠੀ? ਫਿਰ ਜਨਤਾ ਵਿਚਾਰੀ ਨੂੰ ਕਿਉਂ ਭੋਲੇਪਨ 'ਚ ਮਾਰਿਆ ਜਾ ਰਿਹਾ? ਔਰ ਇਹ ਕਈ ਵਾਰੀ ਲੋਕਾਂ ਦੇ ਜਿਹੜੀ ਨੌਲੇਜ ਆ ਜਾਂਦੀ ਹੈ, ਲੋਕਾਂ ਨੂੰ ਇਨਫੋਰਮੇਸ਼ਨ ਕਲੈਕਟ ਹੋ ਜਾਂਦੀ ਹੈ, ਔਰ ਉਹ ਅਗੇਂਸਟ ਕੀਤੀ ਜਾਂਦੀ ਹੈ ਗੌਰਮੈਂਟ ਦੇ। ਗੌਰਮੈਂਟ ਨੂੰ ਚਾਹੀਦਾ ਹੈਗਾ ਕਿ ਜਿਸ ਤਰ੍ਹਾਂ ਵੀ ਇਹ ਚਾਹੁੰਦੀ ਹੈ, ਜਿਸ ਤਰ੍ਹਾਂ ਵੀ ਇਹਦੇ 'ਤੇ ਕੰਟਰੋਲ ਕੀਤਾ ਜਾਣਾ ਚਾਹੀਦਾ। ਜਿਸ ਤਰ੍ਹਾਂ ਆਪਾਂ ਪਹਿਲੀ ਗੱਲ ਕੀਤੀ ਆ, ਜਿਹੜੀ ਡਾਕੂਮੈਂਟਰੀ ਵਾਲੀ ਗੱਲ ਜਿਹੜੀ ਮੋਦੀ ਸਾਹਿਬ ਦੇ ਅਗੇਂਸਟ ਜਾ ਰਹੀ ਆ, ਉਸ 'ਤੇ ਕੰਟਰੋਲ ਕਰਨਾ ਇਹਨਾਂ ਨੇ ਸਮਝ ਲਿਆ ਕਿ ਕੰਟਰੋਲ ਹੋਣਾ ਚਾਹੀਦਾ। ਇਹ ਵੀ ਇਨ ਬਿਨ ਉਸੇ ਤਰ੍ਹਾਂ ਦਾ ਹੈਗਾ ਕਿ ਜਦੋਂ ਇਨਫੋਰਮੇਸ਼ਨ ਚੱਲ ਜਾਂਦੀ ਹੈ, ਪ੍ਰੋਵੋਕੇਸ਼ਨ ਹੁੰਦੀ ਆ, ਲੋਕਾਂ 'ਚ ਲੜਾਈ ਝਗੜਾ ਹੁੰਦਾ ਹੈ ਨਾ, ਮਾਰ ਤਾੜ ਹੁੰਦੀ ਆ। ਖਾਸ ਤੌਰ 'ਤੇ ਜਿਹੜੀਆਂ ਵਿਰੋਧੀ ਪਾਰਟੀਆਂ ਬੈਠੀਆਂ ਨੇ, ਉਹ ਵੀ ਇਸ ਗੱਲ 'ਤੇ ਉਹਨੂੰ ਮੂਲ ਮਤਾ ਬਣਾ ਲੈਂਦੀਆਂ। ਹਾਲਾਂਕਿ ਜਿਹੜੀ ਕਾਂਗਰਸ ਆ, ਉਹਨੇ ਅਜੇ ਤੱਕ ਕੋਈ ਇੱਦਾਂ ਦੀ ਆਲੋਚਨਾ ਨਹੀਂ ਕੀਤੀ, ਕਿਉਂਕਿ ਬੀਜੇਪੀ ਜਿਹੜੀ ਹੈਗੀ ਹੈ, ਇਹ ਪਾਵਰਫੁਲ ਜਿਹੜੀ ਪਾਰਟੀ ਹੈਗੀ ਹੈ, ਨੈਸ਼ਨਲ ਪਾਰਟੀ ਹੈਗੀ ਹੈ। ਪਰ ਇਹਦੇ ਅਗੇਂਸਟ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਅਗੇਂਸਟ ਕੋਈ ਗੱਲਬਾਤ ਕੀਤੀ। ਮੇਰਾ ਖਿਆਲ ਹੈ ਕਿ ਜੇ ਰਲ ਮਿਲ ਕੇ ਇਸ ਚੀਜ਼ ਨੂੰ ਬੰਦ ਕਰ ਲੈਣਗੇ ਤਾਂ ਅੱਛੀ ਗੱਲ ਹੋਊਗੀ। ਇਹਦੇ ਵਿੱਚ ਜਿਹੜੇ ਮੰਤਰੀ ਮੰਡਲ ਨੇ, ਜਿਹਦੇ ਵਿੱਚ ਮੰਤਰੀ ਸਾਹਿਬ ਇਹਦੇ ਨਾਲ ਰਿਲੇਟਡ ਨੇ, ਕਾਨੂੰਨ ਮੰਤਰੀ ਵੀ ਨੇ, ਦੂਸਰੇ ਮੰਤਰੀ ਵੀ ਨਾਲ ਹੈਗੇ, ਕੈਬਨਿਟ ਮੰਤਰੀ ਜਿੰਨੇ ਵੀ ਹੈ, ਉਹਨਾਂ ਨੂੰ ਸੰਸਦ ਵਿੱਚ ਇਹ ਬਿੱਲ ਪਾਸ ਕਰ ਦੇਣਾ ਚਾਹੀਦਾ ਕਿ ਜਿੱਥੇ ਵੀ ਇਨਫੋਰਮੇਸ਼ਨ ਗਲਤ ਜਾ ਰਹੀ ਹੈ, ਉਹਨੂੰ ਰੋਕਣਾ ਚਾਹੀਦਾ। ਜਿਹੜਾ ਗਲਤ ਦੇ ਰਿਹਾ ਇਨਫੋਰਮੇਸ਼ਨ, ਉਹਦੇ 'ਤੇ ਵੀ ਇਹਨਾਂ ਨੂੰ ਕਾਨੂੰਨ ਕਾਇਦਾ ਉੱਤੇ ਧਾਰਾ ਲਾ ਕੇ ਉਹਨੂੰ ਅੰਦਰ ਕਰਨਾ ਚਾਹੀਦਾ, ਸਜ਼ਾ ਦੇਣੀ ਚਾਹੀਦੀ, ਤਾਂ ਕਿ ਦੂਸਰਾ ਬੰਦਾ ਇੱਦਾਂ ਦੀ ਹਮਾਕਤ ਨਾ ਕਰ ਸਕੇ ਕਿ ਮੈਂ ਵੀ ਇੱਦਾਂ ਦਾ ਬਣਾ ਕੇ ਤਾਂ ਤੋਰੀ ਜਾਵਾਂ। ਕਈਆਂ ਦਾ ਖਾਣਾ ਜੀ ਬੇਸਿਕ ਸ਼ੌਕ ਵੀ ਹੈਗਾ ਕਿ ਇੱਦਾਂ ਦੀਆਂ ਚੀਜ਼ਾਂ ਨੂੰ ਵਾਇਰਲ ਕਰ ਦਿਓ ਅਤੇ ਲੋਕਾਂ ਨੂੰ ਪਾਗਲ ਬਣਾ ਦਿਓ। ਫਿਰ ਉਹਦੇ 'ਤੇ ਕਈ ਵਾਰੀ ਕ੍ਰਿਟਿਸਾਈਜ਼ ਹੁੰਦਾ, ਉੱਤੇ ਜਿਹੜੇ ਕਮੈਂਟਸ ਆਉਂਦੇ ਆ ਉਹ ਵੀ ਆਉਂਦੇ ਆ। ਔਰ ਇਹ ਵਿਹਲੜ ਲੋਕਾਂ ਦਾ ਕੰਮ ਹੈ, ਜਿਹੜੇ ਕੰਮ ਕਰ ਰਹੇ ਆ, ਜਿਹੜੇ ਵਿਚਾਰੇ ਕੰਮ ਕਰਕੇ ਰੋਟੀ ਰੋਜ਼ੀ ਕਮਾ ਰਹੇ ਆ, ਸ਼ਾਇਦ ਉਹ ਇਸ ਗੱਲ ਤੋਂ ਤਾਂ ਬਹੁਤ ਦੂਰ ਨੇ। ਇਹ ਲੋਕ ਉਹ ਨੇ, ਕੁਝ ਗਰੁੱਪ ਬਣੇ ਆ, ਕੁਝ ਲੋਕਾਂ ਨੂੰ ਮਾਰ ਤਾੜ ਕਰਨ ਵਾਲੇ ਆ, ਲੁਟੇਰੇ ਆ, ਸਾਈਬਰ ਕ੍ਰਾਈਮ ਵਾਲੇ ਆ, ਕਈ ਚੀਜ਼ਾਂ ਵਾਲੇ ਜਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਆ। ਇਹ ਸਿਰਫ ਇਸ ਕਰਕੇ ਹੈ ਕਿ ਜਿਹੜਾ ਸੋਸ਼ਲ ਮੀਡੀਆ ਇਸ ਵੇਲੇ ਬਹੁਤ ਪ੍ਰਚਲਿਤ ਹੋ ਗਿਆ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਏਜੰਸੀਆਂ ਬਣ ਗਈਆਂ। ਔਰ ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ, ਬਰਾਕ ਓਬਾਮਾ ਜੀ ਨੇ ਕਿਹਾ ਸੀਗਾ ਕਿ ਸੋਸ਼ਲ ਮੀਡੀਆ ਜਦੋਂ ਜ਼ਿਆਦਾ ਪ੍ਰਵੇਲ ਹੋ ਗਿਆ, ਲੋਕਾਂ 'ਚ ਜ਼ਿਆਦਾ ਆ ਗਿਆ, ਤੇ ਇਹਦਾ ਨਤੀਜਾ ਮਾੜਾ ਨਿਕਲੂਗਾ। ਇਸ ਕਰਕੇ ਮਾੜਾ ਨਿਕਲੂਗਾ ਕਿ ਲੋਕਾਂ ਦੇ ਵਿੱਚ ਹਫੜਾ ਦਫੜੀ ਪੈ ਜੂ, ਲੜਾਈ ਝਗੜਾ ਹੋ ਜਾਊਗਾ, ਮਾਰ ਧਾੜ ਹੋ ਜਾਊਗੀ, ਲੁਟੇਰੇ ਆ ਜਾਣਗੇ। ਉਹ ਗੱਲ ਉਸੇ ਤਰ੍ਹਾਂ ਹੁਣ ਵਾਪਰ ਰਹੀ ਹੈ। ਐਕਚੁਅਲੀ ਸਰਕਾਰ ਤਾਂ ਠੀਕ ਹੈ, ਰੂਲ ਬਣਾਏਗੀ, ਲਾਅ ਬਣਾਏਗੀ, ਪਰ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਨਾ, ਕਿਉਂਕਿ ਸੈਲਫ ਡਿਸਪਲਿਨ ਜ਼ਰੂਰੀ ਹੈ। ਸਹੀ ਗੱਲ। ਰੂਲ ਲਾਅ ਕਿੱਥੋਂ ਤੱਕ ਤੁਸੀਂ ਇੰਪਲੀਮੈਂਟ ਕਰੋਗੇ? ਠੀਕ ਹੈ ਨਾ, ਜੇ ਇਨਸਾਨ ਆਪ ਹੀ ਆਪਣੇ ਕਾਬੂ 'ਚ ਰਵੇ, ਆਪ ਹੀ ਅਨੁਸ਼ਾਸਨ ਦੇ ਵਿੱਚ ਰਵੇ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਗਲਤ ਇਸਤੇਮਾਲ ਨਾ ਕਰੇ, ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਨਾ ਕਰੇ, ਤਾਂ ਮਜ਼ਾਲ ਹੈ ਕਿ ਕੋਈ ਗਲਤ ਕਦਮ ਕੋਈ ਚੁੱਕ ਸਕੇ। ਕਿਉਂਕਿ ਸਿੱਧੀ ਸਾਦੀ ਗੱਲ ਇਹ ਹੈ ਕਿ ਕਾਨੂੰਨ ਬਣਾਉਣਾ ਸਰਕਾਰ ਦਾ ਕੰਮ ਹੈ, ਪਰ ਕਾਨੂੰਨ ਮੰਨਣਾ ਤੇ ਲੋਕਾਂ ਦਾ ਕੰਮ ਹੈ। ਜੇ ਲੋਕ ਨਹੀਂ ਮੰਨਣਗੇ, ਇੱਥੇ ਤਾਂ ਟ੍ਰੈਫਿਕ ਰੂਲ ਨਹੀਂ ਮੰਨਦੇ ਪਏ, ਲਾਲ ਬੱਤੀ ਦੇ ਉੱਤੇ ਅਸੀਂ ਨਿਕਲ ਜਾਂਦੇ ਹਾਂ। ਸੋ ਵੱਡੇ ਵੱਡੇ ਕਾਨੂੰਨ ਕਿੱਥੇ? ਅਸੀਂ ਸੰਵਿਧਾਨ ਦੀ ਗੱਲ ਕਰੀਏ, ਟ੍ਰੈਫਿਕ ਰੂਲ ਅਸੀਂ ਮੰਨਦੇ ਨਹੀਂ, ਸੰਵਿਧਾਨ ਨੂੰ ਅਸੀਂ ਮਨਵਾਉਣਾ ਚਾਹੁੰਦੇ ਹਾਂ। ਕਿੱਡਾ ਵੱਡਾ ਗੈਪ ਹੈ। ਹਾਲਾਂਕਿ ਸੰਵਿਧਾਨ ਨੂੰ ਮੰਨਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਉਸ ਨੂੰ ਵਿਵਹਾਰ ਦੇ ਵਿੱਚ ਲੈ ਕੇ ਆਉਣਾ, ਡੇਲੀ ਲਾਈਫ ਦੇ ਵਿੱਚ ਲੈ ਕੇ ਆਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਪਰ ਡੇਲੀ ਲਾਈਫ ਦੇ ਵਿੱਚ ਅਸੀਂ ਰੂਲ ਆਫ ਦਾ ਰੋਡ ਨਹੀਂ ਲੈ ਕੇ ਆ ਰਹੇ। ਸੋ ਇਹ ਕਿੱਡਾ ਵੱਡਾ ਗੈਪ ਅਸੀਂ ਕਵਰ ਕਰਨਾ। ਸੋ ਇਸ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਇਹਦੇ 'ਚ ਇੱਕ ਗੱਲ ਹੋਰ ਹੈਗੀ ਹੈ। ਗੱਲ ਇਹ ਹੈਗੀ ਕਿ ਜਿਹੜੇ ਆਪਾਂ ਕਾਨੂੰਨ ਬਣ ਰਹੇ ਆ ਜਾਂ ਹੋ ਰਿਹਾ ਜਾਂ ਵਾਇਰਲ ਕਰ ਰਹੇ ਆ, ਇਹਦੇ ਵਿੱਚ ਕੋਈ ਪਹਿਲਾਂ ਹੈਂਡਫੁਲ ਲੋਕ ਨੇ, ਇਹ ਮੁੱਠੀ ਭਰ ਲੋਕ ਹੈਗੇ, ਸਾਰੀ ਦੁਨੀਆ ਨਹੀਂ ਇਹਦੇ ਵਿੱਚ। ਜਿਹੜੇ ਲੋਕ ਕੰਮ ਕਰ ਰਹੇ, ਮੈਂ ਤੁਹਾਨੂੰ ਦੱਸਿਆ, ਅੱਗੇ ਗੱਲ ਕੀਤੀ ਹੈ ਕਿ ਜਿਹੜੇ ਕੰਮ ਕਰ ਰਹੇ ਆ, ਦਿਹਾੜੀ ਕਰ ਰਹੇ ਆ, ਮਿਹਨਤ ਕਰ ਰਹੇ ਆ, ਪੜ੍ਹ ਰਹੇ ਆ, ਜਾਂ ਲੋਕਾਂ ਦਾ ਭਲਾ ਕਰ ਰਹੇ ਆ। ਕੁਝ ਏਜੰਸੀਆਂ ਇੱਦਾਂ ਦੀਆਂ ਜਿਹੜੀਆਂ ਭਲਾਈ 'ਚ ਲੱਗੀਆਂ, ਧਾਰਮਿਕ ਏਜੰਸੀਆਂ ਹੈਗੀਆਂ, ਉਹ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੀਆਂ। ਇਹ ਕੁਝ ਉਹੀ ਲੋਕ ਆ ਜਿਹੜੇ ਫੜੇ ਵੀ ਜਾਂਦੇ ਆ, ਜਿਹੜੇ ਸਾਈਬਰ ਕ੍ਰਾਈਮ ਕਰ ਰਹੇ ਆ, ਜਿਹਦੇ ਵਿੱਚ ਪੈਸਾ ਇਕੱਠਾ ਕਰ ਰਹੇ ਆ, ਗਲਤ ਇਨਫੋਰਮੇਸ਼ਨ ਦਿੰਦੇ ਆ। ਲਓ ਜੀ, ਅਸੀਂ ਆਹ ਕੰਪਨੀ ਬਣਾਤੀ, ਇਹਦੇ ਵਿੱਚ ਆਹ ਚਿੱਟ ਫੰਡ ਆ ਗਏ ਜੀ, ਆਹ ਤੁਸੀਂ ਇਹਦੇ ਵਿੱਚ ਪੈਸਾ ਇਨਵੈਸਟ ਕਰ ਦਿਓ ਜੀ, ਪੈਸਾ ਲੈ ਕੇ ਉਹ ਤਿੱਤਰ ਹੋ ਜਾਂਦੇ ਆ। ਇਸੇ ਤਰ੍ਹਾਂ ਦੀਆਂ ਕੁਝ ਏਜੰਸੀਆਂ ਹੈਗੀਆਂ, ਉਹਨਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ ਸਰਕਾਰ ਵੱਲੋਂ। ਆਮ ਲੋਕਾਂ ਦਾ ਇਹ ਨਹੀਂ ਹੈਗਾ। ਆਮ ਲੋਕ ਤਾਂ ਪੋਜ਼ੀਟਿਵਿਟੀ ਤਰੀਕੇ ਨਾਲ ਕੰਮ ਕਰ ਰਹੇ ਆ, ਜਿਹਦੇ 'ਚ ਵਾਇਰਲ ਕਰਦੇ ਆ, ਜੋ ਕੁਝ ਕਰ ਰਹੇ ਆ, ਇਨਫੋਰਮੇਸ਼ਨ ਦੀ ਗੱਲ ਕਰ ਰਹੇ ਆ, ਕੋਈ ਇੰਟਰਟੇਨਮੈਂਟ ਦੀਆਂ ਗੱਲਾਂ ਕਰ ਰਹੇ, ਕੋਈ ਐਜੂਕੇਟਿਵ ਗੱਲਾਂ ਕਰ ਰਹੇ ਆ, ਨਾ ਕਿ ਆਮ ਲੋਕਾਂ ਨੂੰ ਮੂਰਖ ਬਣਾਉਣ ਲਈ, ਪੈਸਾ ਇਕੱਠਾ ਕਰਨ ਲਈ, ਜਾਂ ਉਹਨਾਂ 'ਤੇ ਦਾਅ ਪੇਚ ਆਪਣੇ ਲਾਉਣ ਲਈ। ਉਹ ਗੱਲ ਨਹੀਂ ਹੈਗੀ।
ਪਰ ਮੇਰਾ ਖਿਆਲ ਹੈ ਕਿ ਜਿਹੜੇ ਵੀ ਆਂਦੇ ਨੇ ਜਦੋਂ ਕੋਈ ਅੱਗ ਬਲਦੀ ਆ ਜਾਂ ਕੋਈ ਧੂੰਆਂ ਨਿਕਲਦਾ ਉਹਨੂੰ ਇੱਕਦਮ ਉਹਨੂੰ ਬੰਦ ਕਰਨਾ ਚਾਹੀਦਾ, ਨਹੀਂ ਤੇ ਭਾਂਬੜ ਬਣ ਜੂਗਾ। ਬਿਲਕੁਲ ਭਾਂਬੜ ਬਣ ਸਕਦਾ ਹੈ। ਚਲੋ ਆਪਾਂ ਅੱਗੇ ਵਧਦੇ ਹਾਂ। ਗਣਤੰਤਰ ਦਿਵਸ ਮੌਕੇ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ ਫਿਰ ਲਟਕ ਗਿਆ ਜੀ। ਇਹਨਾਂ ਦਾ ਤਾਂ ਰੌਲਾ ਪੈ ਗਿਆ ਪਹਿਲੋਂ 15 ਅਗਸਤ ਔਰ 26 ਜਨਵਰੀ ਤੇ ਹਰ ਸਾਲ ਕੁਝ ਰਿਹਾ ਕਰਦੇ ਆ ਜਿਨ੍ਹਾਂ ਦੀ ਕੁਝ ਭੁਗਤ ਜਾਂਦੀ ਹੈ ਸਜ਼ਾ, ਕੁਝ ਜਿਹੜੇ ਅਜੇ ਸਜ਼ਾ ਰਹਿੰਦੀ ਹੁੰਦੀ ਆ। ਨਵਜੋਤ ਸਿੱਧੂ ਦੀ ਅਜੇ ਮੇਰੇ ਖਿਆਲ 61% ਇਹਨਾਂ ਨੇ ਅਵੇਲ ਕਰ ਲਈ ਸਜ਼ਾ, ਬਾਕੀ ਜਿਹੜੀ ਬਚਦੀ ਹੈ 40% ਉਹਦੇ ਲਈ ਇਹਨਾਂ ਨੇ ਬਣਾ ਲਿਆ ਸੀ ਪ੍ਰਪੋਜ਼ਲ, ਤੇ ਉਹਦੇ ਵਿੱਚ ਇਹਨਾਂ ਨੇ ਕਹਿਤਾ ਸੀ ਕਿ ਫਾਈਲ ਬਣ ਗਈ ਸੀ, ਉਹਦੇ ਵਿੱਚ ਸਾਰਿਆਂ ਦੇ ਨਾਂ ਸੀਗੇ। ਹੁਣ ਉਹਦੇ 'ਚ ਇਹ ਹੋਇਆ ਕਿ ਜਦੋਂ ਸਾਡੇ ਗਵਰਨਰ ਸਾਹਿਬ ਕੋਲ ਜਦੋਂ ਫਾਈਲ ਗਈ ਔਰ ਫਾਈਲ ਜਾਣ ਤੋਂ ਬਾਅਦ ਉਹਨਾਂ ਨੇ ਫਾਈਲ ਕਮੈਂਟ ਕਰਕੇ ਵਾਪਸ ਕਰਤੀ ਕਿ ਇਹ ਜਿਹੜੀ ਫਾਈਲ ਹੈ ਇਹਦੇ 'ਤੇ ਮੁੱਖ ਮੰਤਰੀ ਤੇ ਮੰਤਰੀ ਜਿਹੜੇ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਵਿੱਚ ਪਹਿਲਾਂ ਇਹ ਕਰਨਗੇ, ਸਾਰੀ ਕਿਆਸ ਸਾਰਾ ਉਹਦੇ 'ਚ ਫਾਈਨਲ ਕਰਨਗੇ, ਫਿਰ ਮੇਰੇ ਕੋਲ ਆਊ। ਫਾਈਨਲ ਉਹਨਾਂ ਨੇ ਕਰਨੀ ਹੈ, ਇਹਨਾਂ ਨੇ ਪਹਿਲਾਂ ਉੱਥੇ ਭੇਜਤੀ। ਔਰ ਇਹਨਾਂ ਦਾ ਸੈਸ਼ਨ ਤਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈਗਾ ਆਪ ਸਰਕਾਰ ਦਾ, ਇਹ ਤਾਂ ਜੇ 3 ਫਰਵਰੀ ਨੂੰ ਹੈਗਾ, ਤੇ ਉਦੋਂ ਤੱਕ ਕੀ ਫਾਈਨਲ ਹੋ ਜੂ। ਅੱਜ ਜਿੱਥੋਂ ਆਪਾਂ ਗੱਲਬਾਤ ਕਰ ਰਹੇ ਹਾਂ 25 ਜਨਵਰੀ ਹੈ ਨਾ, ਜਦੋਂ ਪ੍ਰੋਗਰਾਮ ਚੱਲੇਗਾ ਉਦੋਂ 26 ਜਨਵਰੀ ਹੋਊਗੀ ਔਰ ਉਦੋਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੋਊਗਾ ਚਾਰੇ ਪਾਸੇ, ਔਰ ਉਦੋਂ ਸੈਲੀਬ੍ਰੇਸ਼ਨ ਹੋਣਗੀਆਂ ਔਰ ਉਸੇ ਸੈਲੀਬ੍ਰੇਸ਼ਨ 'ਚ ਇਹ ਆ ਗਿਆ। ਔਰ ਮੇਰਾ ਖਿਆਲ ਜੇ ਉਦੋਂ ਤੱਕ ਇਹ ਨਹੀਂ ਸੈਸ਼ਨ ਆਇਆ ਤੇ ਇਹ ਫਿਰ ਖਟਾਈ 'ਚ ਪੈ ਜਾਊਗਾ, ਇਹ ਠੰਡੇ ਬਿਸਤੇ 'ਚ ਪੈ ਜਾਊਗਾ। ਔਰ ਉਹਦੇ 'ਚ ਇੱਕ ਹੋਰ ਗੱਲ ਹੈ, ਤੁਹਾਨੂੰ ਸ਼ਾਇਦ ਪਤਾ ਹੋਊਗਾ ਖੰਨਾ ਜੀ, ਲੁਧਿਆਣਾ ਦਾ ਏਰੀਆ ਤੇ ਪੂਰੇ ਪੰਜਾਬ ਵਿੱਚ ਉਹਨਾਂ ਦੇ ਸਵਾਗਤ ਲਈ, ਉਹਨਾਂ ਦੇ ਵੈਲਕਮ ਲਈ, ਉਹਨਾਂ ਦੇ ਆਉਣ ਲਈ ਇਹ ਛਾਇਆ ਹੋ ਗਿਆ। ਉਦੋਂ ਤੋਂ ਪੋਸਟਰ ਲੱਗ ਗਏ, ਸਾਰਾ ਕੁਝ ਲੱਗ ਗਿਆ, ਲੋਕਾਂ ਨੇ ਇਹ ਵੀ ਪੈਸਾ ਵਾਧੂ ਲੱਗ ਗਿਆ, ਤਿਆਰੀਆਂ ਚੱਲ ਰਹੀਆਂ ਪਿਆਰੇ ਨੇ। ਨਵਜੋਤ ਸਿੱਧੂ ਜੀ ਪਹੁੰਚ ਰਹੇ ਨੇ, ਉਦੋਂ ਪਹਿਲਾਂ ਭਗਵੰਤ ਮਾਨ ਜੀ ਬੰਬੇ ਜਾ ਬੈਠੇ ਆ ਔਰ ਉਹਦੇ ਵਿੱਚ ਨਾ ਤਾਂ ਕੋਈ ਸੈਸ਼ਨ ਹੋਣਾ ਨਾ ਕੋਈ ਗੱਲਬਾਤ ਹੋਣੀ ਆ। ਮੇਰਾ ਖਿਆਲ ਹੈ ਕਿ ਸਾਰਾ ਕੁਝ ਇਹਦੇ ਨਾਲ ਸਿਰਫ ਤੇ ਸਿਰਫ ਨਵਜੋਤ ਸਿੱਧੂ ਨੇ ਨਹੀਂ ਸੀ ਬਾਹਰ ਆਉਣਾ, ਹੋਰ ਵੀ 50-60 ਬੰਦੇ ਹੋਰ ਹੈਗੇ ਨੇ ਜਿਹੜੇ ਰਿਹਾ ਹੋ ਕੇ ਆ ਰਹੇ ਆ, ਗ੍ਰਿਫਤਾਰ ਹੋਏ ਸੀਗੇ, ਉਹ ਵੀ ਵਿਚਾਰੇ ਨਾਲ ਹੀ ਜਾਣਗੇ। ਹੁਣ ਇਹਦੇ ਨਾਲ ਇਹ ਵੇਖ ਲਓ, ਹੁਣ ਮੇਰਾ ਖਿਆਲ ਹੈ ਇਹ ਵੀ ਇਹਨਾਂ ਨੂੰ ਹੋ ਸਕਦਾ ਵੀ ਜਦੋਂ ਸਿੱਧੂ ਜੀ ਆ ਗਏ ਉਦੋਂ ਹੋ ਸਕਦਾ ਕਿ ਦੂਜੀਆਂ ਸਰਕਾਰਾਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਅਫੜਾ ਦਫੜੀ ਪੈ ਜਾਂਦੀ ਹੈ। ਉਹਨਾਂ ਨੂੰ ਇਹ ਵੀ ਹੈਗਾ ਕਿ ਉਹ ਬੋਲਦੇ ਅੱਛਾ ਵਾ ਔਰ ਇਮਾਨਦਾਰ ਲੋਕ ਨੇ, ਇਮਾਨਦਾਰ ਨੇਤਾ ਹੈਗਾ ਹੈ ਨਾ, ਔਰ ਮੰਤਰੀ ਵੀ ਰਿਹਾ ਔਰ ਸਾਰਾ ਕੁਛ ਨੇ, ਕਿੰਨਾ ਵਧੀਆ ਖਿਡਾਰੀ ਰਿਹਾ ਹੈ ਨਾ, ਪੰਜਾਬ ਦਾ ਨਾਂ ਕਿੱਥੋਂ ਤੱਕ ਰੋਸ਼ਨ ਕੀਤਾ, ਪਾਕਿਸਤਾਨ ਨਾਲ ਕਿੰਨੇ ਅੱਛੇ ਸਬੰਧ ਉਹਨਾਂ ਨੇ ਬਣਾਏ, ਕਰਤਾਰਪੁਰ ਸਾਹਿਬ ਦਾ ਜੋ ਕੁਛ ਕੀਤਾ ਉੱਥੇ ਜਾਣ ਦਾ, ਲੋਕਾਂ ਦੇ ਯਾਤਰੂਆਂ ਨੂੰ ਖੁੱਲ੍ਹ ਦਿੱਤੀ, ਉਹ ਹੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਪਰ ਹੁਣ ਦੇਖੋ ਜੋ ਵਿਰੋਧੀ ਪਾਰਟੀਆਂ ਕੀ ਕਰਨਗੀਆਂ ਤੇ ਜਿਹੜੀ ਇਸ ਵੇਲੇ ਮੌਕੇ ਦੀ ਹਕੂਮਤ ਹੈਗੀ ਹੈ ਜਿਹਦੇ 'ਚ ਆਪ ਸਰਕਾਰ ਹੈਗੀ ਹੈ ਕੀ ਕਰਦੀ ਹੈ। ਜਦੋਂ ਰਹਿ ਗਿਆ ਕੀ ਟਾਈਮ ਹੈਗਾ, ਰਹਿ ਗਿਆ ਤਾਂ 24 ਘੰਟੇ ਰਹਿ ਗਏ, ਉਹਦੇ ਵਿੱਚ ਕੀ ਹੋਊਗਾ ਤੇ ਕੀ ਨਹੀਂ ਹੋਣਾ। ਇਹਦੇ ਮੈਨੂੰ ਲੱਗਦਾ ਵੀ ਇਹ ਮਾਮਲਾ ਕਟਾਈ 'ਚ ਰਹੂਗਾ, ਸ਼ਾਇਦ ਉਹ ਬਾਹਰ ਨਾ ਆਉਣ। ਹੋ ਸਕਦਾ ਹੈ ਕਿ ਮਾਮਲਾ ਕਟਾਈ 'ਚ ਚਲਾ ਜਾਵੇ। ਔਰ ਬਾਕੀ ਤੁਸੀਂ ਜਿੱਦਾਂ ਦੱਸਦੇ ਪਏ ਹੋ ਕਿ 60 ਤੋਂ 61% ਸਜ਼ਾ ਪੂਰੀ ਹੋ ਚੁੱਕੀ ਹੈ, ਬਾਕੀ 40% ਰਹਿੰਦੀ ਹੈ। ਚਲੋ ਕਿਉਂਕਿ ਬੰਦਾ ਦਿਲ ਦਾ ਸਾਫ਼ ਹੈ ਤੇ ਕਹੇਗਾ ਵੀ ਚਲੋ ਜੋ ਕੁਦਰਤ ਦਾ ਭਾਣਾ, ਜਿਸ ਭਾਣੇ 'ਚ ਵਾਹਿਗੁਰੂ ਰੱਖੇ ਆਪਾਂ ਪੂਰੇ ਦਿਨ ਕਰਕੇ ਚੱਲਦੇ ਹਾਂ। ਕਰ ਲੂਗਾ, ਉਹਦਾ ਸ਼ਹਿਰ ਹੈਗਾ ਪਟਿਆਲੇ ਤੇ ਅਰੈਸਟ ਹੈਗਾ, ਉਹਦਾ ਆਪਣਾ ਸ਼ਹਿਰ ਆ, ਉਹਨੂੰ ਲੋਕ ਰੋਜ਼ ਮਿਲਣ ਆਉਂਦੇ ਆ, ਉਹਦੇ ਡਾਈਟ ਦਾ ਤੇ ਰਹਿਣ ਸਹਿਣ ਦਾ ਸਾਰਾ ਕੁਝ ਵਧੀਆ। ਕਹਿੰਦੇ ਨੇ ਕਿ ਫਿਟਨੈਸ ਦਾ ਕਾਫੀ ਧਿਆਨ ਰੱਖਿਆ ਹੈ, 20-25 ਕਿਲੋ weight ਵੀ ਘਟਾ ਲਿਆ ਹੈ। ਔਰ ਉੱਥੇ ਆਪ ਖੇਤੀਬਾੜੀ ਕਰਦੇ ਨੇ, ਸਬਜ਼ੀਆਂ ਬੀਜਦੇ ਨੇ, ਉਹ ਸਬਜ਼ੀਆਂ ਖੂਬ ਸ਼ੌਕ ਨਾਲ ਖਾਂਦੇ ਨੇ ਜਿਹੜੀਆਂ ਆਪ ਬੀਜਦੇ ਨੇ। ਜੇਲ੍ਹ ਦੇ ਵਿੱਚ ਉਹਨਾਂ ਨੇ ਦੱਸਿਆ ਖਿਡਾਰੀ ਰਿਹਾ, ਪੂਰਾ ਜੋਸ਼ ਕੰਮ ਕਰਦਾ, ਫਿਟਨੈਸ ਦਾ ਧਿਆਨ ਰੱਖਦੇ ਨੇ। ਹਾਲਾਂਕਿ ਮੈਨੂੰ ਲੱਗਦਾ ਇਹੋ ਹੀ ਹੈ ਵੀ ਜਿੱਦਾਂ ਤੁਹਾਨੂੰ ਘਰ ਦੇ ਵਿੱਚ ਗ੍ਰਿਫਤਾਰ ਕਰਕੇ ਕੁੰਡਾ ਲਾ ਦਿਓ, ਉਹੀ ਹੈਗਾ, ਉਹਦਾ ਘਰ ਹੈ ਪਟਿਆਲਾ ਦਾ, ਜਨਮ ਭੂਮੀ ਹੈ, ਸਾਰਾ ਕੁਝ ਉੱਥੇ ਲੋਕ ਉਹਦੇ ਆਪਣੇ ਆ, ਦੁਨੀਆ ਉਹਦੀ ਆਪਣੀ ਹੈ, ਧਰਤੀ ਉਹਦੀ ਆਪਣੀ ਹੈ। ਆਈ ਥਿੰਕ ਜਦੋਂ ਇਹ ਬਾਹਰ ਆਉਣਗੇ ਨਾ ਇੱਕ ਨਵਾਂ ਇਨਸਾਨ ਹੀ ਆਏਗਾ, ਇੱਕ ਰਿਫਾਈਨਡ, ਕਿਉਂਕਿ ਬੰਦੇ ਦੇ ਅੰਦਰ ਚੇਂਜ ਆ ਜਾਂਦੀ ਹੈ, ਸਿੱਧੂ ਬਦਲ ਜਾਣਗੇ। ਹਾਂ ਨਵਜੋਤ ਸਿੱਧੂ ਬਹੁਤ ਕੁਝ ਬਦਲਿਆ ਲੱਗੂਗਾ, ਜਾਂ ਤਾਂ ਜ਼ਿਆਦਾ ਬੋਲਣਾ ਜਾਂ ਸੀ ਉਹ ਬੰਦ ਕਰ ਦੂਗਾ, ਜਾਂ ਫਿਰ ਹੋਰ ਬੋਲੂਗਾ, ਜਾਂ ਫਿਰ ਲੋਕਾਂ ਨਾਲ ਹੋਰ ਸਹਿਯੋਗ ਹੋਊਗਾ, ਲੋਕਾਂ ਨੇ ਇਹਨੂੰ ਵੈਲਕਮ, ਪਰਿਵਰਤਨ ਆ ਜਾਂਦਾ ਬੰਦੇ ਦੇ ਵਿੱਚ। ਔਰ ਜੋ ਜੀਵਨ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਨਾ, ਬਿਲਕੁਲ ਹਮੇਸ਼ਾ ਪਰਿਵਰਤਨ ਲੈ ਕੇ ਆਉਂਦੀਆਂ ਨੇ। ਬਿਲਕੁਲ ਇਹ ਗੱਲ ਤੁਹਾਡੀ ਬਹੁਤ ਸਿਆਣੀ ਹੈ, ਕਿਉਂਕਿ ਜਦੋਂ ਬੰਦਾ ਬਦਲਦਾ ਨਾ ਉਹਨੂੰ ਕੌਣ ਬਦਲਾਉਂਦਾ, ਉਹਦਾ ਜਿਹੜਾ ਆਲਾ ਦੁਆਲਾ ਐਟਮੋਸਫੀਅਰ, ਵਾਤਾਵਰਨ। ਹੁਣ ਵਾਤਾਵਰਨ ਕਿਹੜੇ 'ਚ ਗਿਆ, ਲੋਕਾਂ ਨੂੰ ਕਿੱਦਾਂ ਵੇਖ ਰਿਹਾ, ਕਿੱਦਾਂ ਦੀ ਰੋਟੀਆਂ ਖਾਂਦੇ ਵਿਚਾਰੇ, ਕਿੱਦਾਂ ਦੀ ਯੂਨੀਫਾਰਮ ਪਾਈ ਆ, ਕਿੱਥੇ ਸੌਂਦੇ, ਕਿੱਥੇ ਬਹਿੰਦੇ ਹੈ ਨਾ, ਜਦੋਂ ਬਿਮਾਰ ਹੁੰਦੇ ਕੋਈ ਬਾਤ ਨਹੀਂ ਪੁੱਛਦਾ। ਇਹ ਚੀਜ਼ਾਂ ਵੇਖ ਕੇ ਨੂੰ ਪਤਾ ਲੱਗੂਗਾ ਕਿ ਜ਼ਿੰਦਗੀ ਇਹ ਵੀ ਹੈਗੀ ਹੈ, ਇੱਕ ਜ਼ਿੰਦਗੀ ਦਾ ਵੱਖਰਾ ਹਿੱਸਾ ਹੈਗੀ ਹੈ। ਬਿਲਕੁਲ ਜ਼ਿੰਦਗੀ ਇਹ ਵੀ ਹੈਗੀ ਹੈ, ਜ਼ਿੰਦਗੀ ਮਹਿਲਾਂ ਵਿੱਚ ਵੀ ਹੈਗੀ ਹੈ, ਜ਼ਿੰਦਗੀ ਪਕਵਾਨਾਂ ਵਿੱਚ ਵੀ ਹੈਗੀ ਹੈ, ਜ਼ਿੰਦਗੀ ਚੌਂਪੜੀਆਂ 'ਚ ਵੀ ਹੈ। ਉਹ ਵੀ ਬੱਚੇ ਹੈਗੇ ਨੇ ਜਿਹੜੇ ਗੰਦ ਦੇ ਢੇਰ 'ਚੋਂ ਕਾਗਜ਼ ਚੁੱਕਦੇ ਫਿਰਦੇ ਨੇ, ਉਹ ਵੀ ਰੋਟੀ ਵਾਸਤੇ ਇਹ ਕਰਦੇ ਫਿਰਦੇ ਨੇ। ਤਾਂ ਇਨਸਾਨ ਹੀ ਆ, ਸੜਕਾਂ ਤੇ ਸੁੱਤੇ ਪਏ ਨੇ, ਉਹਨਾਂ ਜਨਮ ਲਿਆ, ਉਹ ਵੀ ਉਹਨਾਂ ਦੀ ਪਾਲਣ ਪੋਸ਼ਣ ਤੇ ਉਦਾਂ ਦਾ ਹੋਇਆ, ਉਹ ਵੀ ਜ਼ਿੰਦਗੀ ਇਸੇ ਤਰ੍ਹਾਂ ਵਾਪਰੂਗੀ ਉਹਨਾਂ ਦੀ, ਉਹ ਵੀ ਉਮਰ ਇਦਾਂ ਹੀ ਬਿਤਾਉਣਗੇ।
ਇਸੇ ਤਰ੍ਹਾਂ ਦੀ ਗੱਲਾਂ ਜਿਹੜੀਆਂ ਇਹ बड़ी ਵੇਖ ਕੇ अच्छी ਬੰਦਾ ਬੜਾ एक ਕੁਝ पोइम है ਉਹਦੀ दो लाइना ने टुकड़े जो खा रहा है सो है वो भी आदमी नेमत जो खा रहा है सो है वो भी आदमी सो सारे ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ, ਹੈ ਨਾ। ਇਹ ਦੋ, ਇੱਕ ਪਾਸੇ ਲੋਕ ਨੇ, ਇੱਕ ਪਾਸੇ ਜੋਕ ਨੇ। ਜੋਕ ਕੌਣ ਨੇ? ਜਿਹੜੇ ਲੋਕਾਂ ਦਾ ਖੂਨ ਚੂਸ ਰਹੇ। ਦੋ ਘੜੇ, ਦੋ ਧੜੇ ਨੇ, ਦੋ ਗਰੁੱਪ ਹੈ, ਉਹਦੇ ਵਿੱਚ ਹੀ ਹੈ। ਖਲਕਤ ਮੀਨਸ ਲੋਕ, ਪੀਪਲ ਡਿਵਾਈਡ ਇਨ ਟੂ ਗਰੁੱਪ। जो बादशाह है वो भी आदमी है, जो भिखारी है वो भी आदमी है, सारे आदमी ने, आदमियां दी दुनिया है। हाँ सो चलो ਆਪਾਂ ਅੱਗੇ ਵਧੀਏ ਜੀ। ਫਿਲਮ ਆਸਕਰ ਅਵਾਰਡ ਲਈ ਭਾਰਤ ਨੂੰ ਮਿਲੀਆਂ 3 ਨਾਮਜ਼ਦਗੀਆਂ। ਇਹ ਬੜੀ ਖੂਬਸੂਰਤ ਗੱਲ ਹੈ ਕਿ 3 ਨਾਮਜ਼ਦਗੀਆਂ ਮਿਲੀਆਂ ਨੇ। ਪਹਿਲਾਂ ਤਾਂ RRR ਦਾ ਗਾਣਾ ਜਿਹੜਾ ਨਾਟੂ ਨਾਟੂ ਹੈ ਉਹਨੂੰ 골ਡਨ ਗਲੋਬ ਅਵਾਰਡ ਮਿਲਿਆ, ਉਹ ਵੀ ਬਹੁਤ ਵਧੀਆ ਰਿਹਾ। ਮਿਲ ਗਿਆ ਹੁਣ ਇਹ ਨਾਮਜ਼ਦਗੀਆਂ ਮਿਲ ਰਹੀਆਂ ਨੇ, ਇਹਦੇ ਬਾਰੇ ਜ਼ਰਾ ਦੱਸੋ ਸਾਨੂੰ। ਇਹਦੇ ਵਿੱਚ ਇਹ ਹੈਗਾ ਕਿ 13 ਮਾਰਚ ਨੂੰ ਜਿਹੜਾ ਇਹਦਾ ਰਿਜ਼ਲਟ ਬਣਨਾ, ਸਾਰਾ ਕੁਝ ਕਹਿੰਦੇ ਕਿਹੜੇ ਜੇਤੂ ਰਹੇ, ਕੀ ਹੋਇਆ। ਆਸਕਰ ਅਵਾਰਡ ਬੜਾ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਆ, ਔਰ ਇਹਦੇ ਵਿੱਚ ਜੇ ਭਾਰਤ ਨੂੰ 3 ਨੋਮੀਨੇਸ਼ਨ ਮਿਲ ਗਈਆਂ, ਜਿਹਦੇ ਵਿੱਚ ਕੁਝ ਡਾਕੂਮੈਂਟਰੀ ਵੀ ਹੈਗੀਆਂ, ਕੁਝ ਸ਼ਾਰਟ ਫਿਲਮਾਂ ਵੀ ਹੈਗੀਆਂ, ਕੁਝ ਫੀਚਰ ਫਿਲਮਾਂ ਵੀ ਹੈਗੀਆਂ। ਔਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਕਈ ਜਿਹੜੇ ਸਾਡੇ ਪ੍ਰੋਡਿਊਸਰ ਡਾਇਰੈਕਟਰ ਬੰਬੇ ਤੋਂ ਗਏ ਨੇ, ਉਹ ਬੜੀ ਖੁਸ਼ੀ ਦੀ ਲਹਿਰ ਉਹਨਾਂ ਦੇ ਵਿੱਚ ਕਿ ਜੇ ਇਸ ਤਰ੍ਹਾਂ ਦੀ ਗੱਲ ਬਣਦੀ ਆ ਤੇ ਜੇ ਵਿੱਚੋਂ ਨੋਮੀਨੇਸ਼ਨ ਜੇ ਚਲੇ ਜਾਂਦਾ ਤਾਂ ਉਹਦੇ ਵਿੱਚ ਹੋ ਸਕਦਾ ਫਾਈਨਲ 'ਤੇ ਆ ਕੇ ਉਹਨਾਂ ਨੂੰ ਰਿਜ਼ਲਟ ਜਿਹੜਾ ਮਿਲਦਾ ਤਾਂ ਉਹ ਉਹਦੇ ਵਿੱਚ ਜੇਤੂ ਕਰਾਰ ਦਿੱਤੇ ਜਾ ਸਕਦੇ ਆ। ਪਰ ਮੇਰਾ ਖਿਆਲ ਹੈ ਕਿ ਕਈ ਵਾਰ ਅਮਰੀਕਾ ਦੀ ਹਾਲੀਵੁੱਡ ਦੀਆਂ ਬੜੀਆਂ ਫਿਲਮਾਂ ਅੱਗੇ ਨਿਕਲ ਜਾਂਦੀਆਂ, ਇੰਗਲੈਂਡ ਦੇ ਵਿੱਚ ਕੁਝ ਅੱਛੀਆਂ ਫਿਲਮਾਂ ਬਣੀਆਂ ਜਿਹੜੀਆਂ ਉਹ ਨਾਵਲ 'ਤੇ ਬੇਸਡ ਜਿਹੜੀਆਂ ਫਿਲਮਾਂ ਅੱਗੇ ਚੱਲ ਜਾਂਦੀਆਂ ਇੰਗਲਿਸ਼ ਦੀਆਂ। ਔਰ ਮੇਰਾ ਖਿਆਲ ਹੈ ਇਹ ਸਾਡੇ ਸਾਰੇ ਦਰਸ਼ਕਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ 3 ਕੈਟਾਗਰੀ ਵਿੱਚ 3 ਫਿਲਮਾਂ ਲੈ ਕੇ ਅੱਗੇ ਆ ਗਏ ਹਾਂ। ਔਰ ਉਹਦੇ ਵਿੱਚ ਜਿੰਨੇ ਵੀ ਇਹਦੀ ਜਿਊਰੀ ਜਿਹਦੇ ਵਿੱਚ ਮੈਂਬਰ ਬੈਠੇ ਨੇ ਉਹ ਹੁਣ ਇਹਨਾਂ ਨੂੰ ਵਾਚ ਕਰ ਰਹੇ ਆ, ਦੇਖ ਰਹੇ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ RRR ਫਿਲਮ ਦੀ ਜਿਹੜੀ ਉੱਥੇ ਸਕਰੀਨਿੰਗ ਹੋਈ ਆ, ਉਹਦੇ ਵਿੱਚ ਜਿਹੜਾ ਨੀਟੂ ਨੀਟੂ ਸੌਂਗ ਆ ਉਹਨਾਂ ਉੱਪਰ ਦਰਜੇ ਦਾ ਰੱਖਿਆ। ਉਹਦੀ ਕੰਪੋਜੀਸ਼ਨ ਬੜੀ ਪਿਆਰੀ ਹੈ, ਉਹਦੇ ਵਰਡ ਬੜੇ ਪਿਆਰੇ ਹੈ। ਇਹ ਚੀਜ਼ਾਂ ਜਦੋਂ ਕੰਟੈਂਟ ਦੇਖਦੇ ਆ ਨਾ, ਇਹਦੇ ਵਿੱਚ ਸਭ ਤੋਂ ਦੇਖਿਆ ਜਾਂਦਾ ਮਿਊਜ਼ਿਕ, ਕੰਪੋਜੀਸ਼ਨ, ਵਰਡਿੰਗ, ਹੈ ਨਾ। ਇਹਦੇ ਵਿੱਚ ਲੋਕਾਂ ਨੂੰ ਕੀ ਸਮਝਾਇਆ, ਓਰੀਜਨੈਲਿਟੀ ਉਹਦੇ ਵਿੱਚ ਜੋ ਉਹਦੀ ਸ਼ੂਟਿੰਗ ਫਿਲਮਾਉਣ ਦੀ ਜਿਹੜੀ ਉਹਦੇ 'ਚ ਡਾਇਰੈਕਸ਼ਨ ਆ, ਉਹਦਾ ਨਾਮ ਹੀ ਬਹੁਤ ਵੱਡੇ ਤਰੀਕੇ ਨਾਲ ਲਿਆ ਜਾਂਦਾ। ਔਰ ਮੇਰੇ ਖਿਆਲ ਇਹ ਬੜੀ ਵੱਡੇ ਮਾਣ ਦੀ ਗੱਲ ਹੈ ਕਿ ਇੱਕ ਗਾਣਾ ਗੀਤ ਜਿਹੜਾ ਕਿੱਥੇ ਤੱਕ ਕਿੱਥੇ ਪਹੁੰਚ ਗਿਆ। ਔਰ ਉਸ ਤੋਂ ਬਾਅਦ ਦੂਜੀ ਜਿਹੜੇ ਅਸੀਂ ਵਧਾਈ ਦੇ ਪਾਤਰ ਹੋਵਾਂਗੇ ਜਦੋਂ ਸ਼ਾਰਟ ਫਿਲਮਾਂ ਜਿਹੜੀਆਂ ਆ ਰਹੀਆਂ ਨੇ ਉੱਥੇ ਜਿਹੜੀਆਂ ਨੋਮੀਨੇਟ ਹੋ ਗਈਆਂ, ਇੱਕ ਡਾਕੂਮੈਂਟਰੀ ਜਿਹੜੀਆਂ ਡਾਕੂਮੈਂਟਰੀ ਦਸਤਾਵੇਜ਼ੀ ਫਿਲਮਾਂ ਉਹ ਵੀ ਐਤਕੀ ਪਹਿਲੀ ਵਾਰ ਜਿਹੜੀ ਆ ਇੰਡੀਆ ਦੀਆਂ ਗਈਆਂ, ਨਹੀਂ ਤਾਂ ਫੀਚਰ ਫਿਲਮਾਂ ਦੇ ਵਿੱਚ ਹੀ ਲਿਆ ਜਾਂਦਾ। ਔਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਬਾਹਰਲੇ ਇਹਦੇ ਵਿੱਚ ਸਿਰਫ ਜਿਹੜੀਆਂ ਡਾਕੂਮੈਂਟਰੀਆਂ ਆਈਆਂ ਪੰਜਾਬ 'ਚੋਂ ਨਹੀਂ ਗਈਆਂ, ਪੰਜਾਬੀ ਨਹੀਂ, ਦੂਜੀਆਂ ਲੈਂਗੁਏਜ 'ਚ ਵੀ ਗਈਆਂ, ਮਰਾਠੀ 'ਚ ਵੀ ਗਈਆਂ, ਹੈ ਨਾ। ਉਹਦੇ ਵਿੱਚ ਬਾਕੀ ਜਿਹੜੀਆਂ ਹੋਰ ਲੈਂਗੁਏਜ ਨੇ ਉਹਨਾਂ 'ਚ ਵੀ ਗਈਆਂ। ਅਤੇ ਨਾ ਤਾਂ ਫਿਰ ਹਿੰਦੁਸਤਾਨ ਦਾ ਜਾਣਾ ਕਿ ਇੰਡੀਅਨ ਫਿਲਮਾਂ ਜਿਹੜੀਆਂ ਇਹਦੇ ਵਿੱਚ ਨੋਮੀਨੇਸ਼ਨ ਦੇ ਵਿੱਚ ਆ ਗਈਆਂ। ਔਰ ਮੇਰਾ ਖਿਆਲ ਹੈ ਕਿ ਕਈ ਸਾਡੇ ਅੱਛੇ ਡਾਇਰੈਕਟਰ ਜਿਹੜੇ ਉੱਥੇ ਜਾ ਕੇ ਲੈ ਕੇ ਬੈਠੇ ਨੇ, ਉਹਦੇ ਵਿੱਚ ਨੋਮੀਨੇਸ਼ਨ ਜਾਂ ਉਹਨਾਂ ਵਿੱਚ ਸਕਰੀਨਿੰਗ ਉਹਨਾਂ ਦੀ ਹੁੰਦੀ ਹੈ ਜਿਹੜੀ ਪਹਿਲਾਂ ਜੂਰੀ ਨੇ ਦੱਸ ਦਿੱਤਾ ਕਿ ਆਹ ਠੀਕ ਆ, ਇਹਨਾਂ ਨੂੰ ਵੇਖਿਆ ਜਾ ਸਕਦਾ। ਸਾਰੀਆਂ ਚੱਲਣਗੀਆਂ, ਸਾਰੀਆਂ ਚੱਲਣ ਤੋਂ ਬਾਅਦ ਫਿਰ ਜਦੋਂ ਇਹ ਵੇਖੀਆਂ ਗਈਆਂ, ਇਹਦੇ ਵਿੱਚ ਕੁਆਲਿਟੀ ਦੇ ਲਿਹਾਜ਼ ਨਾਲ ਦੇਖਣੀਆਂ ਕਿ ਦੀਦੀ ਕੁਆਲਿਟੀ ਦੇ ਵਿੱਚ ਇਹਦੇ ਵਿੱਚ ਰਿਜ਼ਲਟ ਕੀ ਹੈ, ਇਹ ਕੀ ਕਹਿਣਾ ਚਾਹੁੰਦੀ ਹੈ ਨਾ। ਇਹਦੇ ਵਿੱਚ ਹੈ ਨਾ ਡਾਇਲਾਗ ਕੀ ਹੈ, ਇਹਦੇ ਵਿੱਚ ਹੈ ਨਾ, ਇਹਦੇ ਵਿੱਚ ਜਿਹੜਾ ਤੱਥ ਕੀ ਆ, ਫੈਕਟ ਕੀ ਆ, ਇਹ ਚੀਜ਼ਾਂ ਸਾਰੀਆਂ ਵੇਖ ਕੇ ਔਰ ਬੜੇ ਵੱਡੇ ਉੱਚ ਦਰਜੇ ਦਾ ਅਵਾਰਡ ਹੁੰਦਾ। ਔਰ ਇਹ ਮੇਰਾ ਖਿਆਲ ਹੈ ਜੇ ਇੱਕ ਅੱਧਾ ਅਵਾਰਡ ਮਿਲ ਜਾਂਦਾ ਤਾਂ ਇੰਡੀਆ ਦਾ ਜਿਹੜਾ ਨਾਮ ਆ ਬੜੀ ਵੱਡੀ ਮੋਹਰ ਲਈ ਕਤਾਰ ਦੇ ਵਿੱਚ ਆ ਜਾਊਗਾ। ਬਿਲਕੁਲ ਵਧੀਆ ਹੈ। ਔਰ ਪਹਿਲਾਂ ਵੀ ਅਸੀਂ ਕਾਫੀ ਕੁਝ ਕਰਦੇ ਰਹੇ ਹਾਂ ਇਸ ਫੀਲਡ ਦੇ ਵਿੱਚ, ਕਿਉਂਕਿ ਬਾਹਰ ਦੀ ਦੁਨੀਆ ਦੇ ਵਿੱਚ ਸਾਡੇ ਭਾਰਤ ਦੇ ਕਲਚਰ ਦੇ ਉੱਤੇ ਜਿਹੜੀਆਂ ਬੇਸਡ ਫਿਲਮਸ ਨੇ, ਜਿਹੜਾ ਸਾਡਾ ਸਿਨੇਮਾ ਇੰਡੀਅਨ ਸਿਨੇਮਾ ਹੈ, ਉਹਨੇ ਕਾਫੀ ਜ਼ਿਆਦਾ ਨਾਮਨਾ ਕਮਾਇਆ। ਤੇ ਉਮੀਦ ਹੈ ਕਿ ਇਹਦੇ ਵਿੱਚ ਵੀ ਵਧੀਆ ਰਿਜ਼ਲਟਸ ਹੋਣਗੇ, ਕਿਉਂਕਿ ਨਾਮਜ਼ਦਗੀ ਹੋਣਾ, ਕੁਆਲੀਫਾਈ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਬਾਕੀ ਰਿਹਾ ਅਵਾਰਡ ਮਿਲਣਾ, ਉਹ ਤਾਂ ਅਗਲੀ ਗੱਲ ਹੈ, ਪਰ ਪਹਿਲਾਂ ਤੁਸੀਂ ਕੁਆਲੀਫਾਈ ਤਾਂ ਕਰਦੇ ਹੋ, ਤੁਸੀਂ ਉਸ ਸਟੈਂਡਰਡ ਦੇ ਤਾਂ ਹੈਗੇ ਹੋ ਕਿ ਤੁਹਾਨੂੰ ਤੁਹਾਡੇ ਅੰਦਰ ਮੈਦਾਨ 'ਚ ਜਾਓਗੇ ਜਦੋਂ ਟੀਮਾਂ ਨਿਕਲਦੀਆਂ ਹੈ ਨਾ, ਫਿਰ ਉਹ ਆਪਣੇ ਆਪ ਨੂੰ ਵਾਰਮ ਅਪ ਹੁੰਦੀਆਂ, ਫਿਰ ਦੇਖਦੇ ਸਾਰਾ ਕੁਝ। ਟੀਮ ਦਾ ਕੁਆਲੀਫਾਈ ਕਰਕੇ ਕੁਆਟਰ ਫਾਈਨਲ ਤੇ ਫਾਈਨਲ 'ਚ ਪਹੁੰਚਣਾ ਬਹੁਤ ਵੱਡੀ ਗੱਲ ਹੈ। ਬਿਲਕੁਲ ਹੈ, ਕੁਆਲੀਫਾਈ ਕਰਨਾ ਆਪਣੇ ਆਪ ਦੇ ਵਿੱਚ ਕਾਮਯਾਬੀ ਹੈ, ਕਿਉਂਕਿ ਤੁਸੀਂ ਉਸ ਸਟੈਂਡਰਡ ਦੇ ਉੱਤੇ ਹੈਗੇ ਹੋ ਕਿ ਤੁਹਾਡੇ ਵੱਲ ਨਜ਼ਰ ਜਾਂਦੀ ਪਈ ਹੈ, ਕੁਆਲਿਟੀ ਰੱਖਦੇ ਜੋ ਮੈਰਿਟ ਹੈ ਤੁਹਾਡੇ 'ਚ। ਔਰ ਦੇਖੋ ਹੁਣ ਆਸਕਰ ਅਵਾਰਡ ਸਾਨੂੰ ਕਿੱਦਾਂ ਮਿਲਦਾ, ਇਹ ਵੀ ਆਪਾਂ ਦੇਖਣ ਵਾਲੀ ਗੱਲ ਹੈ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਅੱਗੇ ਹੈ ਕਿ ਪੈਰੋਲ ਤੇ ਜੇਲ੍ਹ ਤੋਂ ਬਾਹਰ ਆ ਕੇ ਡੇਰਾ ਮੁਖੀ ਨੇ ਤਲਵਾਰ ਨਾਲ ਕੇਕ ਕੱਟ ਕੇ ਜਨਮ ਦਿਨ ਜਸ਼ਨ ਮਨਾਇਆ। ਇਹ ਰਾਮ ਰਹੀਮ ਜੀ ਜਿਹੜੇ ਡੇਰਾ ਸੱਚਾ ਸੌਦਾ ਦੇ ਸਰਪ੍ਰਸਤ ਨੇ,
ਪਹਿਲੀ ਗੱਲ ਤਾਂ ਹੈਗਾ ਕਿ ਇਹਨਾਂ ਨੂੰ ਪੈਰੋਲ ਜਿਹੜੀ ਮਿਲ ਰਹੀ ਆ, ਛੁੱਟੀ ਮਿਲ ਰਹੀ ਆ, ਇਹ ਮੇਰੇ ਖਿਆਲ ਹੈ ਚੌਥੀ ਪੰਜਵੀਂ ਛੁੱਟੀ ਹੋ ਸਕਦੀ ਹੈ। ਉਹ 19 ਤੋਂ ਫਿਰ 20 ਫਿਰ 21 ਤੇ ਫਿਰ 22 22 ਜਿਹੜੀ ਹੈ ਇਹਨਾਂ ਨੂੰ 40 ਦਿਨ ਦੀ ਫਿਰ ਪੈਰੋਲ ਮਿਲੀ ਆ। ਔਰ ਇਹਦੇ ਪੈਰੋਲ ਦੇ ਵਿੱਚ ਇਹਨਾਂ ਨੇ ਸਾਰੇ ਡੇਰੇ ਦੇ ਜਿਹੜੇ ਸ਼ਰਧਾਲੂ ਉਹਨਾਂ ਨੂੰ ਇਕੱਠਾ ਕਰ ਲੈਂਦੇ ਆ, ਵੀਡੀਓ ਕਾਨਫਰੰਸ ਵੀ ਹੁੰਦੀ ਆ। ਇਹ ਜਿਹੜੇ ਇਸ ਡੇਰੇ ਦੇ ਕਰਤਾ ਧਰਤਾ ਸੰਸਥਾਪਕ ਸੀਗੇ, ਉਹਨਾਂ ਦਾ ਨਾਂ ਸੀ ਸਤਨਾਮ ਸ਼ਾਹ। ਉਹਨਾਂ ਦੇ ਯਾਦ ਵਿੱਚ ਇਹਨਾਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਔਰ ਜਨਮ ਦਿਨ ਮਨਾਉਣ ਤੋਂ ਬਾਅਦ ਕੇਕ ਰੱਖੇ ਤੇ ਔਰ ਕਿੰਨੇ ਸ਼ਰਧਾਲੂ ਕਿੰਨੇ ਲੋਕ ਆਏ ਔਰ ਇਹਨਾਂ ਨੇ ਤਲਵਾਰ ਕੱਢੀ ਤੇ ਉਹਨੂੰ ਉਹਦੇ ਨਾਲ ਕੱਟ ਕੇ ਕੇਕ ਨੂੰ ਤੇ ਤਾੜੀ ਵਜਾਈ ਤੇ ਸਾਰਾ ਕੁਝ ਹੋਇਆ। ਔਰ ਦੂਜਾ ਇਹਨਾਂ ਨੇ ਕਿਹਾ ਕਿ ਇਹ ਅਜੇ ਇੱਕ ਕੇਕ ਤਲਵਾਰ ਨਾਲ ਕੱਟਿਆ, ਮੈਂ 5 ਕੇਕ ਕੱਟਣੇ ਸੀ ਕਿਉਂਕਿ 5 ਜਿਹੜੇ ਜਨਮ ਦਿਨ ਆ ਮੈਂ ਤੋਂ ਨਹੀਂ ਆਇਆ ਗਿਆ, ਮੈਂ ਨਹੀਂ ਮਿਲ ਸਕਿਆ ਤੇ ਮੈਂ ਲਗਾਤਾਰ 5 ਵੀ ਕੱਟ ਸਕਦਾ, ਪਰ ਇੱਕ ਜਿਹੜਾ ਇਹ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਦੀ ਜਨਮ ਦਿਨ ਨੂੰ। ਔਰ ਉਸ ਜਨਮ ਦਿਨ ਨੂੰ ਮਨਾਇਆ ਇਹਨਾਂ ਨੇ। ਪਰ ਇਹਦੀ ਆਲੋਚਨਾ, ਇਹਦਾ ਕ੍ਰਿਟਿਸਿਜ਼ਮ ਇੰਨਾ ਰੱਜ ਕੇ ਹੋਇਆ ਪੂਰੇ ਹਿੰਦੁਸਤਾਨ 'ਚ, ਪੰਜਾਬ 'ਚ ਖਾਸ ਕਰਕੇ ਜ਼ਿਆਦਾ। ਉਹਦੇ 'ਚ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਤਾਂ ਜਿਹੜੀ ਸ਼ਮਸ਼ੀਰ ਹੈ ਗੁਰੂ ਸਾਹਿਬਾਨ ਨੇ ਸੈਲਫ ਪ੍ਰੋਟੈਕਸ਼ਨ ਲਈ ਦਿੱਤੀ ਹੈ। ਜਦੋਂ ਅੰਮ੍ਰਿਤ ਛਕਦੇ ਨੇ ਉਦੋਂ ਇਹ ਲੈਂਦੇ ਕਿ ਆਪਣੇ ਆਪ ਨੂੰ ਆਪਣੀ ਆਤਮ ਸੁਰੱਖਿਆ ਕਰਨੀ ਦਿੱਤੀ ਜਾਂਦੀ ਹੈ ਔਰ ਇਹਦੇ ਵਿੱਚ ਕੇਕ ਕੱਟਣ ਵਾਲਾ ਤਾਂ ਨਹੀਂ ਹੈ। ਔਰ ਦੂਜੇ ਪਾਸੇ ਇਹ ਹੈਗੀ ਹੈ ਕਿ ਜਦੋਂ ਕਾਨੂੰਨ ਵਿਵਸਥਾ ਜਾਂ ਕਾਨੂੰਨ ਦੇ ਸਕੰਜੇ 'ਚ ਆਉਂਦੀ ਗੱਲ, ਕਾਨੂੰਨ ਦੇ ਵਿੱਚ ਇਹਦੇ ਨਾਲ ਕਦੀ ਤਲਵਾਰ ਨਾਲ ਕੇਕ ਕੱਟਣਾ ਲਾਜ਼ਮੀ ਨਹੀਂ ਔਰ ਇਹਦੇ ਵਿੱਚ ਉਹ ਵੀ ਜਿਹੜੀ ਹੈਗੀ ਆ ਧਾਰਾ ਦੇ ਅਗੇਂਸਟ ਆ ਸਕਦਾ, ਜਿਹਦੇ ਵਿੱਚ ਕੁਝ ਵਕੀਲਾਂ ਨੇ ਇਹਦੀ ਗਲਤ ਬਿਆਨਬਾਜ਼ੀ ਕੀਤੀ ਹੈ ਕਿ ਗਲਤ ਕੀਤਾ ਉਹਨਾਂ ਨੇ ਔਰ ਕਈਆਂ ਨੇ ਉਹਦੇ ਸ਼ਰਧਾਲੂਆਂ ਨੇ ਤਾਂ ਇਹਦੀ ਪ੍ਰੋੜਤਾ ਕਰਨੀ ਹੈ। ਔਰ ਜਦੋਂ ਤੱਕ ਵੀ ਇਹਨਾਂ ਨੇ ਰਾਮ ਰਹੀਮ ਜੀ ਨੇ ਜਦੋਂ ਤੱਕ ਵੀ ਆਏ ਨੇ, ਜਦੋਂ ਵੀ ਕੀਤੇ ਇਹਨਾਂ ਨੇ ਐਕਸ਼ਨ ਲਏ ਆ, ਉਹ ਕਈ ਵਾਰੀ ਬਾਕੀ ਧਰਮ ਸੰਸਥਾਵਾਂ ਦੇ ਆਲੋਚਨਾ ਦਾ ਪਾਤਰੀ ਬਣੇ ਆ ਔਰ ਇਹਨਾਂ 'ਤੇ ਕਿੰਨੇ ਦੋਸ਼ ਲੱਗ ਕੇ ਗਏ ਆ, ਕਿੰਨਾ ਕੁਛ ਇਹਨਾਂ 'ਤੇ ਹੋਇਆ ਔਰ ਇਹਦੇ 'ਚ ਰੇਪ ਆ, ਉਹਦੇ 'ਚ ਮਾਰ ਤਾੜ ਆ, ਕਤਲ ਆ, ਕਈ ਕੁਛ ਹੈਗਾ। ਇਹਨਾਂ ਨੂੰ ਜਿਹੜੀ ਕੈਦ ਦੀ ਸਜ਼ਾ ਸੁਣਾਈ ਗਈ ਆ ਉਹਦੇ 'ਤੇ ਇਹ ਆਪਣੇ ਉੱਥੇ ਜੇਲ੍ਹ 'ਚ ਹੈ, ਸੁਨਾਰੀਆ ਜੇਲ੍ਹ ਹੈ ਸੋਨੀਪਤ ਦੇ ਨਾਲ ਹਰਿਆਣੇ 'ਚ, ਉਸ ਜੇਲ੍ਹ 'ਚ ਬੰਦ ਹੈ। ਪਰ ਇਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਕਾਨੂੰਨ ਦਾ ਜਿਹੜੀ ਨਿਆਂਇਕ ਪ੍ਰਣਾਲੀ ਆ ਇਹ ਕਿਸ ਤਰ੍ਹਾਂ ਹੋ ਰਿਹਾ ਕਿ ਕਿੱਥੇ ਕਿੱਥੇ ਇਹਨਾਂ ਨੂੰ ਹਰ ਵਾਰੀ ਜਿਹੜੀ ਪੈਰੋਲ ਮਿਲ ਜਾਂਦੀ ਅਤੇ ਹਰ ਵਾਰੀ ਆ ਜਾਂਦੇ ਆ, ਜਦੋਂ ਕਿ ਪੰਜਾਬ ਦੇ ਜਿੰਨੀ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਜ਼ੋਰ ਲਾ ਲਿਆ, ਜ਼ੋਰ ਜਹਾਨ ਦਾ ਲਾ ਲਿਆ। ਉੱਥੇ ਸਾਡੇ ਗ੍ਰਹਿ ਮੰਤਰੀ ਤੱਕ ਵੀ ਰਿਕੁਐਸਟ ਗਈ ਆ, ਪ੍ਰਾਈਮ ਮਿਨਿਸਟਰ ਤੱਕ ਵੀ ਗਈ ਆ ਕਿ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਆ ਉਹ ਵਿਚਾਰੇ ਅਜੇ ਸਿੱਖਾਂ ਅੰਦਰ ਬੰਦ ਪਏ ਆ, ਉਹਨਾਂ ਨੂੰ ਕਿਸੇ ਹੀਲੇ ਨਾਲ ਬਾਹਰ ਕੱਢੋ, ਆਪਣੇ ਬੱਚਿਆਂ ਕੋਲ ਆਪਣੇ ਪਰਿਵਾਰ 'ਚ ਬਹਿਣ, ਹਾਲ ਚਾਲ ਪੁੱਛਣ ਉਹਨਾਂ ਦਾ, ਤਾਂ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ। ਉਹਨਾਂ ਦਾ ਕਿਸੇ ਨੇ ਨਹੀਂ ਪਤਾ ਕੀਤਾ ਕਿੱਥੇ ਬੈਠੇ ਆ, ਉਹ ਵਿਚਾਰੇ ਆਏ ਨਹੀਂ ਗੇ। ਇਹ ਹਰ ਚੌਥੇ ਦਿਨ ਪੰਜਾਬ ਦੀ ਧਰਤੀ 'ਤੇ ਫਿਰ ਬਿਰਾਜਮਾਨ ਹੋ ਜਾਂਦੇ ਆ ਕੇ, ਵੀਡੀਓ ਕਾਨਫਰੰਸ ਵੀ ਹੁੰਦੀਆਂ, ਕੇਕ ਵੀ ਕੱਟੇ ਜਾਂਦੇ ਆ, ਲੰਗਰ ਵੀ ਲੱਗਦੇ ਆ ਔਰ ਸ਼ਰਧਾਲੂ ਜਿਹੜੇ ਆ ਉਹ ਨਾਲ ਬਹਿੰਦੇ ਵੀ ਆ ਔਰ ਉਹਨਾਂ ਦੇ ਪ੍ਰਵਚਨ ਵੀ ਸੁਣਦੇ ਆ। ਪਰ ਮੇਰਾ ਖਿਆਲ ਹੈ ਕਿ ਕਈ ਵਾਰੀ ਇਹ ਜਿਹੜੀਆਂ ਉਣਤਾਈਆਂ ਨੇ ਇਹ ਸ਼ਾਇਦ ਨਿਆਂਇਕ ਪਾਲਿਕਾ ਦੇ ਵਿੱਚ ਆ ਜਾਂਦੀਆਂ ਜਾਂ ਨੇਤਾਗਿਰੀ ਦੇ ਵਿੱਚ ਆ ਜਾਂਦੀਆਂ, ਪਰ ਪਤਾ ਨਹੀਂ ਇਹਨਾਂ ਨੂੰ ਪੈਰੋਲ ਦੇਣ ਦਾ ਕਿਸ ਤਰ੍ਹਾਂ ਦੇ ਹੈਗਾ। ਦਿੰਦੀ ਤਾਂ ਜੁਡੀਸ਼ਰੀ ਹੈ, ਜੁਡੀਸ਼ਰੀ ਦੇ ਰਾਹੀਂ ਜਾਂਦਾ, ਅਪਲਾਈ ਕੌਣ ਕਰਦਾ, ਕੌਣ ਇਹਨਾਂ ਨੂੰ ਲੈ ਕੇ ਆਉਂਦਾ। ਔਰ ਮੇਰਾ ਖਿਆਲ ਹੈ ਕਿ ਵੈਸੇ ਤਾਂ ਚਲੋ ਲੋਕ ਇਹਨਾਂ ਦੇ ਸ਼ਰਧਾਲੂ ਬਹੁਤ ਨੇ, ਬੜਾ ਕੁਛ ਹੈਗਾ, ਪਰ ਬਾਕੀ ਲੋਕਾਂ ਨਾਲ ਪੈਰਲਲ ਤਾਂ ਚੱਲਣਾ ਚਾਹੀਦਾ ਨਾ। ਤਾਂ ਜਿਹੜੇ ਬਾਕੀ ਬੈਠੇ ਉਹਨਾਂ ਨੂੰ ਵਿਚਾਰਿਆਂ ਦੀ ਤਾਂ ਕੋਈ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ। ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਜਦੋਂ ਕੋਈ ਪੈਰੋਲ ਇੰਨੀ ਨਹੀਂ ਮਿਲ ਸਕਦੀ, ਲਗਾਤਾਰ ਨਹੀਂ ਮਿਲ ਸਕਦੀ। ਔਰ ਕਾਨੂੰਨ ਦੀ ਡਾਇਰੀ ਵਿੱਚ ਵੀ ਸਾਰਾ ਕੁਛ ਹੈਗਾ, ਪਰ ਉਹਦੇ ਵਿੱਚ ਇਹ ਸਾਡਾ ਮੀਡੀਆ ਜਾਂ ਮੈਂ ਜਾਂ ਤੁਸੀਂ ਨਹੀਂ ਕਰ ਰਹੇ ਆਲੋਚਨਾ। ਇਹਦੇ ਵਿੱਚ ਕਿਸੇ ਨੂੰ ਪੁੱਛੋ ਉਹੀ ਗੱਲ ਕਹੂਗਾ ਕਿ ਇਹ ਮਾੜੀ ਗੱਲ ਹੈ। ਇਹਦੇ ਵਿੱਚ ਜਾਂ ਤਾਂ ਫਿਰ ਸਾਰਿਆਂ ਨੂੰ ਇੱਦਾਂ ਦਾ ਕਾਨੂੰਨ ਕਾਇਦਾ ਬਣਾ ਲਓ ਜਾਂ ਫਿਰ ਇਕੱਲੇ ਰਾਮ ਰਹੀਮ ਲਈ ਨਾ ਬਣਾਓ, ਕਿਉਂਕਿ ਉਹਨਾਂ ਦੀ ਆਲੋਚਨਾ ਨਹੀਂ ਕਰ ਰਹੇ, ਉਹ ਕਹਿ ਰਹੇ ਕਿ ਦੇਸ਼ ਵਿੱਚ ਕੀ ਵਾਪਰ ਰਿਹਾ ਤੇ ਕਿਉਂ ਹੋ ਰਿਹਾ, ਇਹ ਗੱਲ ਹੈਗੀ। ਹਾਂ ਬਿਲਕੁਲ। ਕੁਝ ਲੋਕ ਕਹਿੰਦੇ ਨੇ ਕਿ ਪਿੱਛੇ ਸਿਆਸੀ ਤਾਕਤਾਂ ਕੰਮ ਕਰਦੀਆਂ ਪਈਆਂ ਨੇ, ਸਿਆਸੀ ਤਾਕਤਾਂ ਕਹਿੰਦੀਆਂ ਨੇ ਕਿ ਨਹੀਂ, ਇਹ ਤੇ ਹਰ ਜੋ ਜੇਲ੍ਹ ਵਿੱਚ ਬੈਠਾ ਬੰਦਾ ਹੈ ਜਿਹਨੂੰ ਸਜ਼ਾ ਹੋਈ ਉਹਦਾ ਹੱਕ ਹੈ, ਕਾਨੂੰਨਨ ਹੱਕ ਹੈ, ਇਹ ਤਾਂ ਕੋਰਟ ਫੈਸਲਾ ਕਰਦੀਆਂ ਨੇ। ਸੋ ਜੋ ਵੀ ਹੈ, ਮਤਲਬ ਇਤਰਾਜ਼ ਵੀ ਹੈਗੇ ਨੇ, ਪਰ ਇਹ ਇਹਨਾਂ ਨੂੰ ਪੈਰੋਲ ਮਿਲ ਰਹੀ ਹੈ, ਇਹ ਆਪਣੇ ਸਤਸੰਗ ਕਰ ਰਹੇ ਨੇ, ਜੋ ਵੀ ਇਹਦੇ ਸ਼ਰਧਾਲੂਆਂ ਨੂੰ ਤਾਂ ਖੁਸ਼ੀ ਹੈ, ਇਹਨਾਂ ਨੇ ਲੋਕਾਂ ਨੂੰ ਆਪਣਾ ਗਿਆਨ ਦੇ ਰਹੇ ਨੇ ਜਿਸ ਤਰ੍ਹਾਂ ਵੀ ਹੈ, ਇਹ ਤਾਂ ਇਹਨਾਂ ਨੂੰ ਪਤਾ ਹੈ। ਬਾਕੀ ਇਹ ਹੈ ਕਿ ਇਤਰਾਜ਼ ਤੇ ਹੋ ਰਹੇ ਨੇ ਕਿਉਂਕਿ ਬੰਦੀ ਸਿੰਘਾਂ ਦੀ ਗੱਲ ਵੀ ਹੋ ਰਹੀ ਹੈ ਔਰ ਬਿਲਕਿਸ ਬਾਨੋ ਕੇਸ ਦੀ ਗੱਲ ਵੀ ਹੋ ਰਹੀ ਹੈ, ਸਾਰੀਆਂ ਗੱਲਾਂ ਹੋ ਰਹੀਆਂ ਨੇ। ਸੋ ਦੇਖੋ, ਗੱਲ ਇਹ ਹੈ ਕਿ ਕਿਤੇ ਨਾ ਕਿਤੇ ਵੋਟਾਂ ਤੇ ਤਾਂ ਅਸਰ ਪੈਂਦਾ ਹੀ ਹੈ। ਸਹੀ ਗੱਲ, ਇਹ ਤਾਂ ਹੈ ਹੀ ਹੈ। ਇਲੈਕਸ਼ਨ ਆਉਣ ਵਾਲੀ ਹੈ, ਰਾਜਨੀਤਿਕ ਦਲਾਂ ਨੂੰ ਫਾਇਦਾ ਤਾਂ ਹੁੰਦਾ ਹੀ ਹੁੰਦਾ ਠੀਕ ਹੈ। ਵੋਟ ਬੈਂਕ ਹੈ ਇਹਦੇ ਕੋਲ, ਸ਼ਰਧਾਲੂ ਬਹੁਤ ਨੇ, ਲੋਕ ਬਹੁਤ ਨੇ। ਈਵਨ ਸਾਡੇ ਇੰਨੇ ਨੇਤਾ ਜਦੋਂ ਉੱਥੇ ਪਹੁੰਚਦੇ ਆ,
ਜਦੋਂ ਇਲੈਕਸ਼ਨ ਸ਼ੁਰੂ ਹੁੰਦੀ ਹੈ ਤੇ ਉੱਥੇ ਡੇਰੇ 'ਚ ਜਾਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ, ਫੋਟੋ ਜਿਹੜੀਆਂ ਆਉਂਦੀਆਂ ਨੇ ਉਹਦਾ ਵੀ ਪਤਾ ਲੱਗਦਾ ਲੋਕਾਂ ਨੂੰ ਵੀ ਕਿਹੜੇ ਲੀਡਰ ਕਿਹੜੇ ਨੇਤਾ ਉੱਥੇ ਗਏ ਨੇ। ਔਰ ਇਸੇ ਕਰਕੇ ਤਾਂ ਜਿੱਤਦੇ ਆ, ਇਸੇ ਕਰਕੇ ਸਾਰਾ ਕੁਝ ਹੁੰਦਾ। ਇਹਨਾਂ ਡੇਰਿਆਂ ਵਿੱਚ ਜਾ ਕੇ ਸਾਰਾ ਕੁਝ ਕਰਦੇ ਆ ਜਿੱਥੇ ਇਹ ਬੈਠੇ ਨੇ। ਔਰ ਨੇਤਾ ਜਾਣਾ ਉੱਥੇ ਆਪਣਾ ਪਸੰਦ ਕਰਦੇ ਆ ਕਿ ਵੋਟ ਬੈਂਕ ਨੂੰ ਤਾਂ ਜਾਣਗੇ ਹੁਣ 2-4 ਘਰਾਂ 'ਚ ਉਹਨਾਂ ਕੀ ਲੈਣਾ ਹੈਗਾ, ਜਾਂ ਹੋਰ ਕਿਸੇ ਲੋਕਾਂ ਨੂੰ ਕੀ ਲੈਣਾ, ਵਿਹੜੇ 'ਚ ਜਾ ਕੇ ਕੀ ਲੈਣਾ, ਜਾਂ ਪੰਚਾਇਤਾਂ ਨੂੰ ਮਿਲ ਕੇ ਕੀ ਲੈਣਾ। ਉਹਨਾਂ ਨੇ ਉਹ ਕਹਿੰਦੇ ਸਿੱਧੇ ਹੱਥ ਮਾਰੋ ਉੱਥੇ ਜਿੱਥੇ ਬਹੁਤ ਵੱਡਾ ਗੱਫਾ ਹੈ। ਅਸੀਂ ਸਾਰੇ ਹੀ ਜਾਣਦੇ ਹਾਂ, ਭਾਰਤ ਦੇ ਵਾਸੀ ਜੀ ਸਾਰੇ ਹੀ ਜਾਣਦੇ ਹਾਂ ਕਿ ਇਹ ਕੀ ਸਾਰਾ ਮਾਹੌਲ ਬਣਿਆ ਹੋਇਆ ਹੈ, ਕੀ ਕੁਝ ਚੱਲਦਾ ਪਿਆ, ਸਭ ਨੂੰ ਸਭ ਕੁਝ ਪਤਾ ਹੈ। ਫਿਰ ਵੀ ਚੱਲਦਾ ਪਿਆ ਕਿਉਂਕਿ ਆਮ ਲੋਕ ਕੀ ਕਰ ਸਕਦੇ ਨੇ, ਕੁਝ ਨਹੀਂ ਕਰ ਸਕਦੇ। ਜੀ ਜੀ, ਸਭ ਨੂੰ ਡਰ ਹੈ, ਸਹੀ ਗੱਲ, ਸਭ ਡਰਦੇ ਨੇ ਕਿਉਂਕਿ ਪਾਵਰ ਦੇ ਨਾਲ ਕੌਣ, ਸਿੱਧੀ ਗੱਲ, ਕੌਣ ਮੱਥਾ ਲਾਵੇ, ਹੈ ਨਾ। ਇਹ ਪਾਵਰਫੁਲ ਲੋਕ ਨੇ, ਕੌਣ ਮੱਥਾ ਲਾਏਗਾ। ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਈ ਮੀਡੀਆ ਹਾਊਸਿਸ ਇਹਨਾਂ ਪਾਵਰਫੁਲ ਲੋਕਾਂ ਦੇ ਨਾਲ ਤਾਲਮੇਲ ਬਿਠਾਉਂਦੇ ਨੇ ਔਰ ਇਹਨਾਂ ਦੇ ਹੱਕ ਦੀਆਂ ਨਿਊਜ਼ ਦਿੰਦੇ ਨੇ, ਇਹਨਾਂ ਦੇ ਹੱਕ ਦੀ ਹੀ ਗੱਲ ਕਰਦੇ ਨੇ ਔਰ ਕਿਤੇ ਵੀ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ, ਕਿਤੇ ਓਪਨ ਗੱਲ ਨਹੀਂ ਕਰਦੇ। ਜੋ ਸੰਵਿਧਾਨ ਦੇ ਮੁਤਾਬਿਕ ਸਹੀ ਰਿਪੋਰਟਿੰਗ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ, ਉਹ ਵੀ ਨਹੀਂ ਪਹੁੰਚਦੀ। ਠੀਕ ਹੈ ਨਾ। ਇਹ ਵੀ ਕਈ ਮੀਡੀਆ ਹਾਊਸਿਸ ਕਰਦੇ ਨੇ। ਕੁਝ ਮੀਡੀਆ ਹਾਊਸਿਸ ਨੇ ਜੋ ਪਰਤਾਂ ਖੋਲ੍ਹਦੇ ਨੇ, ਫਿਰ ਉਹਨਾਂ ਨੂੰ ਕਈ ਵਾਰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ। ਸੱਚ ਬੋਲੂਗਾ ਤੁਹਾਨੂੰ ਦਿੱਕਤ ਆਉਣੀ ਹੈ। ਸਾਰਾ ਮਾਹੌਲ ਸਾਨੂੰ ਸਭ ਨੂੰ ਪਤਾ ਹੈ ਕਿ ਕੀ ਚੱਲਦਾ ਪਿਆ, ਸਾਰਾ ਮਾਹੌਲ ਸਾਰੀ ਜਨਤਾ ਨੂੰ ਪਤਾ ਕੀ ਚੱਲਦਾ ਪਿਆ, ਪਰ ਫਿਰ ਵੀ ਚੱਲਦਾ ਪਿਆ ਕਿਉਂਕਿ ਕੋਈ ਕੁਝ ਨਹੀਂ ਕਹਿ ਸਕਦਾ, ਕੋਈ ਕੁਝ ਨਹੀਂ ਕਰ ਸਕਦਾ, ਸਭ ਬੇਬਸ ਨੇ। ਫਿਰ ਵੀ ਜੇ ਸੱਚ ਸੱਚ ਹੈ ਤੇ ਝੂਠ ਝੂਠ ਹੈ, ਉਹ ਤਾਂ ਉਹਦਾ ਨਖੇੜਾ ਤਾਂ ਕਰ ਲੈਂਦੇ ਲੋਕ, ਪਤਾ ਲੱਗ ਜਾਂਦਾ ਵੀ ਆਹ ਗੱਲ ਸੱਚੀ ਹੈ, ਇਹ ਫੈਕਟ ਹੈਗਾ, ਇਹ ਤੱਥ 'ਤੇ ਆਧਾਰਿਤ ਹੈਗੀ ਹੈ। ਦੂਜੇ ਪਾਸੇ ਨੂੰ ਪਤਾ ਵੀ ਝੂਠ ਦਾ ਪਲੰਦਾ ਵਾ, ਇਹਦੇ ਪਿੱਛੇ ਕੌਣ ਲੋਕ ਨੇ। ਲੋਕ ਇਸ ਵੇਲੇ ਜਿਹੜੀ ਪਬਲਿਕ ਆ ਬਹੁਤ ਸਿਆਣੀ ਹੋ ਗਈ ਹੈ, ਸਮਝਦਾਰ ਹੋ ਗਈ ਹੈ। ਇੱਕ ਸੋਸ਼ਲ ਮੀਡੀਆ 'ਤੇ ਇੱਕਦਮ ਕਰੋ ਘਰ ਚੀਜ਼ ਤੁਸੀਂ ਦੇਖੋ ਬਲਕਾਰ ਜੀ, ਵੋਟਾਂ ਤੱਕ ਮੈਨੀਪੂਲੇਟ ਹੋ ਜਾਂਦੀਆਂ ਨੇ, ਵੋਟਾਂ ਤੱਕ ਮੈਨੀਪੂਲੇਟ ਹੁੰਦੀਆਂ ਨੇ। ਔਰ ਜੇ ਕੋਈ ਜਿੱਤ ਗਿਆ, ਉਹਨੂੰ ਜਿਤਾ ਦਿੱਤਾ ਜਨਤਾ ਨੇ, ਕੋਈ ਵਿਧਾਇਕ ਬਣ ਗਿਆ, ਕੋਈ ਜਿੱਤ ਗਿਆ, ਉਹਨੂੰ ਕੋਈ ਜਿਹੜੀ ਪਾਵਰਫੁਲ ਪੋਲੀਟੀਕਲ ਪਾਰਟੀ ਹੈ ਉਧਰੋਂ ਤੋੜ ਕੇ ਆਪਣੇ ਵੱਲ ਲੈ ਜਾਂਦੀ ਹੈ। ਹੁਣ ਦੱਸੋ ਉੱਥੇ ਪਬਲਿਕ ਨੇ ਜਿਹੜੀ ਵੋਟ ਪਾਈ ਉਹਦਾ ਕੀ ਮੁੱਲ ਰਹਿ ਗਿਆ, ਉਹਦੀ ਕੀ ਵੈਲਿਊ ਰਹਿ ਗਈ, ਕਿਉਂਕਿ ਉਹ ਬੰਦਾ ਤੇ ਪਾਰਟੀ ਛੱਡ ਕੇ ਦੂਜੀ ਪਾਰਟੀ ਚਲਾ ਗਿਆ। ਸਹੀ ਗੱਲ, ਉਹ ਆਪਣਾ ਮਕਸਦ ਦੇਖਦਾ ਪਿਆ, ਉਹ ਆਪਣੀ ਕੁਰਸੀ ਦੇਖਦਾ ਪਿਆ, ਜਨਤਾ ਫਿਰ ਉੱਥੇ ਦੀ ਉੱਥੇ। ਯਾਨੀ ਕਿ ਵੋਟਾਂ ਵੀ ਮੈਨੀਪੂਲੇਟ ਹੋ ਗਈਆਂ। ਗਣਤੰਤਰ ਦਿਵਸ ਅਸੀਂ ਮਨਾਉਣਾ ਹੈ 26 ਜਨਵਰੀ ਨੂੰ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ ਜੀ। ਇਹ ਸੰਵਿਧਾਨ ਦਾ ਅਸੀਂ ਕੀ ਹਾਲ ਕਰਦੇ ਪਏ ਹਾਂ ਔਰ ਅਸੀਂ ਸਭ ਜਾਣਦੇ ਹਾਂ ਕਿ ਕਿੱਦਾਂ ਮੈਨੀਪੂਲੇਟ ਕੀਤਾ ਜਾਂਦਾ ਹੈ। ਸੰਵਿਧਾਨ ਦੇ ਵਿੱਚ ਹੀ, ਦਾਇਰੇ ਦੇ ਵਿੱਚ ਹੀ ਉਹਨੂੰ ਕਿੱਦਾਂ, ਮਤਲਬ ਸਭ ਜਾਣਦੇ ਨੇ ਕਿੱਦਾਂ ਮੈਨੀਪੂਲੇਟ ਕਰਕੇ ਆਪਣੇ ਮਕਸਦ ਹੱਲ ਕੀਤੇ ਜਾ ਰਹੇ ਨੇ। ਹਰ ਬੰਦਾ ਇਸ ਗੱਲ ਨੂੰ ਸਮਝਦਾ ਪਿਆ, ਜਾਣਦਾ ਪਿਆ, ਪਰ ਫਿਰ ਵੀ ਇਹ ਸਭ ਕੁਝ ਚੱਲਦਾ ਪਿਆ। ਸਭ ਚੁੱਪ ਬੈਠੇ ਨੇ ਔਰ ਚੁੱਪ ਰਹਿਣ ਤੋਂ ਸਿਵਾ ਹੋਰ ਕਰਨਗੇ ਵੀ ਕੀ, ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਸਾਰੇ ਕਵਰ ਅਪ ਹੋ ਜਾਂਦੇ ਨੇ। ਹਰ ਗੱਲ ਨੂੰ ਕਵਰ ਅਪ ਕਰ ਦਿੱਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਬਾਕੀ ਸਭ ਡਰਦੇ ਨੇ ਕਿ ਸਾਡੇ ਮਗਰ ਮਤਲਬ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਮਗਰ ਕੋਈ ਹੋਰ ਗੱਲ ਨਾ ਹੋ ਜਾਏ, ਕੋਈ ਹੋਰ ਸਾਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈ ਜਾਵੇ, ਸਭ ਡਰਦੇ ਨੇ। ਸੋ ਸਭ ਚੱਲਦਾ ਪਿਆ। ਸੋ ਠੀਕ ਹੈ। ਔਰ ਜੋ ਕ੍ਰਿਟਿਸਾਈਜ਼ ਕਰਨ ਵਾਲੇ ਨੇ ਕ੍ਰਿਟਿਸਾਈਜ਼ ਕਰਦੇ ਪਏ ਨੇ, ਜੋ ਉਸ ਹੱਕ ਦੇ ਵਿੱਚ ਗੱਲ ਕਰਨ ਵਾਲੇ ਨੇ ਉਹ ਉਸ ਹੱਕ ਦੇ ਵਿੱਚ ਗੱਲ ਕਰਦੇ ਪਏ ਨੇ। ਸੋ ਜਿੱਦਾਂ ਗਾਲੀ ਸਾਹਿਬ ਕਹਿੰਦੇ ਨੇ ਨਾ, ਇਹ ਤਮਾਸ਼ਾ ਮੇਰੇ ਸਾਹਮਣੇ ਹਰ ਰੋਜ਼ ਚੱਲਦਾ ਪਿਆ ਔਰ ਮੈਂ ਤਮਾਸ਼ਾ ਦੇਖਦਾ ਪਿਆ। ਸੋ ਚਲੋ ਆਪਾਂ ਤਮਾਸ਼ੇ ਤੋਂ ਅੱਗੇ ਵਧੀਏ। ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਮਾਰਟ ਸਕੂਲ ਬਣਨੇ ਨੇ 1000 ਦੇ ਕਰੀਬ। ਹੁਣ ਉਹ ਪ੍ਰਿੰਸੀਪਲਸ ਵੀ ਚੱਲੇ ਨੇ, ਬਾਹਰਲੇ ਦੇਸ਼ਾਂ ਦੇ ਵਿੱਚ ਟ੍ਰੇਨਿੰਗ ਲੈਣ ਵਾਸਤੇ ਚੱਲੇ ਨੇ, ਸਿੰਗਾਪੁਰ ਚੱਲੇ ਨੇ, ਉੱਥੋਂ ਟ੍ਰੇਨਿੰਗ ਲੈ ਕੇ ਆਉਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਕੀਆਂ ਨੂੰ ਵੀ ਟ੍ਰੇਨ ਕਰਨਾ ਹੈ। ਔਰ ਉਸ ਤੋਂ ਬਾਅਦ ਕਹਿੰਦੇ ਨੇ ਸਮਾਰਟ ਸਕੂਲ ਬਣਨੇ ਨੇ ਔਰ ਉੱਥੇ ਜਿਹੜੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਖੜੇ ਨਹੀਂ ਹੋ ਸਕਣਗੇ ਕਿਉਂਕਿ ਸਮਾਰਟ ਸਕੂਲ ਸਰਕਾਰੀ ਸਕੂਲ ਹੋਣਗੇ ਤਾਂ ਉੱਥੇ ਮੰਤਰੀਆਂ ਦੇ, ਆਫਿਸਰਸ ਦੇ ਔਰ ਮਜ਼ਦੂਰਾਂ ਦੇ ਬੱਚੇ ਇਕੱਠੇ ਇੱਕੋ ਹੀ ਬੈਂਚ 'ਤੇ ਬਹਿ ਕੇ ਇਕੱਠੇ ਪੜ੍ਹਨਗੇ, ਸਭ ਸਮਾਨ ਹੋਏਗਾ ਔਰ ਟੱਕਰ ਦੇਵਾਂਗੇ ਅਸੀਂ ਪ੍ਰਾਈਵੇਟ ਸਕੂਲਾਂ ਨੂੰ, ਵੱਡੇ ਵੱਡੇ ਸਕੂਲਾਂ ਨੂੰ, ਇਹਨਾਂ ਸਰਕਾਰੀ ਸਕੂਲਾਂ ਦੇ ਨਾਲ, ਇਹਨਾਂ ਸਮਾਰਟ ਸਕੂਲਾਂ ਦੇ ਨਾਲ। ਸੋ ਇਹ ਸਭ ਵਿਉਂਤਬੰਦੀ ਚੱਲਦੀ ਪਈ ਆ। ਵੈਸੇ ਪੰਜਾਬ ਗੌਰਮੈਂਟ ਵੱਲੋਂ ਮੇਰਾ ਖਿਆਲ ਹੈ ਯਤਨ ਜਿਹੜਾ ਕੀਤਾ ਗਿਆ ਹੈ ਤਾਂ ਬਿਲਕੁਲ ਠੀਕ ਹੈਗਾ, ਜਾਂ ਕਿ ਪੜ੍ਹਾਈ ਦੇ ਵਿੱਚ, ਐਜੂਕੇਸ਼ਨ ਵਿੱਚ ਜਿਹੜਾ ਇਹਨਾਂ ਨੇ ਪ੍ਰਮੋਸ਼ਨ ਦਿੱਤੀ ਆ ਉਹਦੇ ਲਿਹਾਜ਼ ਨਾਲ ਇਹਨਾਂ ਨੇ 1000 ਦੇ ਕਰੀਬ ਸਕੂਲ ਜਿਹੜੇ ਸਮਾਰਟ ਸਕੂਲ ਉਹਨਾਂ ਦੀ ਬਣਤਰ ਬਣਾ ਕੇ ਔਰ ਉਹਨਾਂ ਨੇ ਜਗ੍ਹਾ ਦੇਖ ਲਈ ਆ ਔਰ ਇਹ ਸ਼ੁਰੂ ਕਰ ਰਹੇ ਆ। ਔਰ ਉਹਦੇ ਵਿੱਚ 200 ਕਰੋੜ ਦਾ ਬਜਟ ਇਹਨਾਂ ਨੇ ਰੱਖ ਲਿਆ। ਉਹਦੇ ਵਿੱਚ ਬਜਟ ਇੰਨਾ ਪੈਸਾ ਆਊਗਾ, ਪਰ ਉਹਦੇ ਵਿੱਚ ਇਹ ਹੈਗਾ ਕਿ ਜਿੱਥੇ ਜਿੱਥੇ ਜਿਹੜੇ ਇਹ ਮੰਤਰੀ ਨੇ ਹਰਜੋਤ ਬੈਂਸ ਜੀ, ਇਹਨਾਂ ਨੇ ਬਣਾ ਲਿਆ ਸਾਰਾ ਕੁਝ ਔਰ ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਆਹ ਪੈਸਾ ਸਾਡੇ ਕੋਲ ਆ ਗਿਆ। ਖਾਸ ਕਰਕੇ ਕਹਿੰਦੇ ਕਿ ਅਸੀਂ ਜਿਹੜੇ ਹੈਗੇ ਉਸ ਏਰੀਆ 'ਚ ਲਾਵਾਂਗੇ ਜਿੱਥੇ ਇੱਕ
ਬੱਚੇ ਪੜ੍ਹਨ ਯੋਗ ਨੇ, ਪੜ੍ਹਨ ਵਾਲੇ ਨੇ, ਜਿੱਥੇ ਟੀਚਰ ਜਿਹੜੇ ਆ ਕੇ ਕੈਪੇਬਲ ਨੇ, ਉਸ ਤਰੀਕੇ ਨਾਲ ਇਹਨਾਂ ਨੇ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ। ਔਰ ਜੇ ਅਸੀਂ ਇਹ ਪੈਸਾ ਲੱਗ ਕੇ ਜੇ ਐਜੂਕੇਸ਼ਨ ਦਾ ਮਿਆਰ ਥੋੜ੍ਹਾ ਬਹੁਤ ਉੱਪਰ ਆਉਂਦਾ ਤੇ ਵਧੀਆ ਗੱਲ ਹੈਗੀ ਹੈ, ਕਿਉਂਕਿ +2 ਤੋਂ ਬਾਅਦ ਪੰਜਾਬ 'ਚੋਂ ਕੋਈ ਵੀ ਬੱਚਾ ਅੱਗੇ ਪੜ੍ਹਨਾ ਨਹੀਂ ਚਾਹੁੰਦਾ। ਯੂਨੀਵਰਸਿਟੀਆਂ ਵੀ ਖਾਲੀ ਪਈਆਂ ਉਸੇ ਤਰ੍ਹਾਂ ਦੀਆਂ, ਫਿਰ ਕਾਲਜਸ ਜਿਹੜੇ ਆ ਉਹਨਾਂ ਵਿੱਚ ਵੀ ਬੱਚੇ ਨਹੀਂ ਜਾਣਾ ਚਾਹੁੰਦੇ। ਬੱਚੇ +2 ਤੋਂ ਬਾਅਦ ਅਡਾਰੀ ਮਾਰ ਜਾਂਦੇ ਆ, ਕੈਨੇਡਾ, ਅਮਰੀਕਾ, ਇੰਗਲੈਂਡ, ਔਰ ਪੰਜਾਬ 'ਚ ਖਾਸ ਕਰਕੇ ਪੰਜਾਬ ਇਸ ਪਾਸੇ ਜ਼ਿਆਦਾ ਆ ਗਿਆ, ਵੀਰਾਂ ਘੱਤ ਰਹੇ ਨੇ ਉਸ ਪਾਸੇ। ਨੰਬਰ 1 ਇਹ ਹੈਗਾ ਕਿ ਪੰਜਾਬ ਜੇ ਅਸੀਂ ਐਜੂਕੇਸ਼ਨ ਰੱਖਦੇ ਹਾਂ, ਇਹਨੂੰ ਪ੍ਰੋਫੈਸ਼ਨਲ ਜਿਹੜੀ ਐਜੂਕੇਸ਼ਨ ਆ ਉਹਦੇ ਨਾਲ ਕਿੱਤਾਕਾਰੀ ਐਜੂਕੇਸ਼ਨ ਨਾਲ ਜੋੜਨਾ ਚਾਹੀਦਾ। ਸਿਰਫ ਕਿਤਾਬੀ ਭਾਸ਼ਾ ਨਾਲ ਨਹੀਂ ਰੱਖਣਾ ਚਾਹੀਦਾ ਕਿ ਬੱਚੇ ਨੇ ਪੜ੍ਹ ਲਿਆ, ਉਹਦੇ 'ਚ ਮੈਰਿਟ ਬਣ ਗਈ, 95% ਲੈ ਗਿਆ, ਪਰ ਬੱਚਾ ਆਰਟ ਉਹਦੇ ਕੋਲ ਕੀ ਆ, ਕੀ ਕੰਮ ਕਰ ਸਕਦਾ, ਕਿਸ ਤਰ੍ਹਾਂ ਦਾ ਟੈਕਨੀਕਲ ਕੀ ਉਹਨੇ ਸਿੱਖਿਆ, ਹੱਥਾਂ ਨਾਲ ਕੰਮ ਕਰਨਾ ਜਾਣਦਾ, ਉਸ ਐਜੂਕੇਸ਼ਨ ਵੱਲ ਨਹੀਂ ਇਹਨਾਂ ਨੇ ਅਜੇ ਮੇਰਾ ਖਿਆਲ ਪਾਸਾ ਵਟਿਆ। ਜਦੋਂ ਕਿ ਇਹ ਹੈਗਾ ਕਿ ਇਹ ਜਿਹੜੀ ਬੁਕਸ਼ਨਲ ਜਿਹੜੀ ਐਜੂਕੇਸ਼ਨ ਆ, ਕਿਤਾਬੀ ਜਿਹੜੀ ਵਿਦਿਆ ਹੈਗੀ ਆ, ਇਹ ਤੋਂ ਥੋੜ੍ਹਾ ਜਿਹਾ ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਉਹ ਅਜੇ ਤੱਕ ਇਹੀ ਹੈਗਾ, ਸਿਸਟਮ ਨੂੰ ਬਦਲਣ ਲਈ ਥੋੜ੍ਹਾ ਜਿਹਾ ਇਹਨਾਂ ਦਾ ਓਪਰਾਪਨ ਲੱਗਦਾ। ਔਰ ਇਸੇ ਕਰਕੇ ਬੱਚੇ ਤੁਹਾਨੂੰ ਪਤਾ ਸਾਡੇ ਜਿੰਨੇ ਵੀ ਲੋਕ ਪੜ੍ਹੇ ਲਿਖੇ ਨੇ ਉਹਨਾਂ ਨੂੰ ਸੂਝਵਾਨ ਨੂੰ ਪਤਾ ਹੈਗਾ ਕਿ ਬੱਚੇ ਉਡਾਰੀ ਕਿਉਂ ਬਾਹਰ ਮਾਰ ਰਹੇ ਆ, ਬੇਰੁਜ਼ਗਾਰੀ ਕਰਕੇ। ਪੜ੍ਹਾ ਦਿਓ ਜਿੰਨੇ ਮਰਜ਼ੀ, ਜਦੋਂ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਕਿ B.Ed ਤੇ M.Ed ਦੇ ਇੰਨੇ ਕਾਲਜ ਖੁੱਲ੍ਹੇ ਆ ਪੰਜਾਬ 'ਚ, ਜਿੱਥੇ ਜਿੱਥੇ ਵੀ ਇੰਸਟੀਟਿਊਸ਼ਨ ਹੈਗੀਆਂ, ਧਾਰਮਿਕ ਸੰਸਥਾ ਦੇ ਵਿੱਚ ਵੀ ਹੈਗੇ ਆ, ਸਰਕਾਰੀ ਤੌਰ 'ਤੇ ਵੀ ਹੈਗੇ ਆ। ਜਦੋਂ ਕਿ ਸਿੰਗਲ ਟੀਚਰ ਸਕੂਲ ਹੈਗੇ ਆ, ਬਾਕੀ ਜਿਹੜੇ ਬੱਚੇ B.Ed ਕਰਕੇ ਟੀਚਰ ਬਣ ਜਾਂਦੇ ਉਹਨਾਂ ਨੂੰ ਲਾਉਂਦਾ ਹੀ ਕੋਈ ਨਹੀਂ। ਉਹ ਵਿਚਾਰੇ ਉਹਨਾਂ ਦੇ ਟੈਸਟ ਬੜੇ ਹੈਗੇ ਆ, ਉਹ ਟੈਸਟ ਕਲੀਅਰ ਕਰਦੇ ਆ, ਫਿਰ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਜੇ ਨੌਕਰੀ ਮਿਲਦੀ ਹੈ ਤਾਂ ਕੈਜੂਅਲ ਨਹੀਂ ਰੱਖਦੇ, ਉਹਨਾਂ ਨੂੰ ਕੰਟਰੈਕਟ ਬੇਸ 'ਤੇ ਰੱਖਦੇ ਆ। ਹੁਣ ਜੇ ਬੱਚਿਆਂ ਦੇ ਇਹਨਾਂ ਨੇ ਇਹ ਕਹਿ ਦਿੱਤਾ ਕਿ 1000 ਸਕੂਲ ਸਮਾਰਟ ਸਕੂਲ ਬਣ ਗਿਆ, ਮੰਨ ਲਿਆ ਕਿ ਐਜੂਕੇਸ਼ਨ ਸਿਖਰਾਂ 'ਤੇ ਪਹੁੰਚ ਜੂ, ਬੜਾ ਕੁਛ ਹੋ ਜੂਗਾ, ਨੌਲੇਜ ਆ ਜੂ ਬੱਚਿਆਂ ਕੋਲ, ਉਹਦੇ ਬਾਵਜੂਦ ਵੀ ਪੈਰ ਤਾਂ ਉਹਨਾਂ ਦੇ ਧਰਤੀ 'ਤੇ ਹੈ ਪੰਜਾਬ ਦੀ, ਅਤੇ ਉਹ ਉਦੋਂ ਬਾਅਦ ਕਰਨਗੇ ਕੀ? ਟੈਕਨੀਕਲੀ ਉਹਨਾਂ ਨੂੰ ਇਹ ਤਾਂ ਕਰੋ ਕਿੱਤਾਕਾਰੀ ਜਿਹੜੀ ਹੈਗੀ ਐਜੂਕੇਸ਼ਨ, ਉਹਨੂੰ ਤਾਂ ਬੜਾਵਾ ਦਿਓ, ਉਹ ਤਾਂ ਪਤਾ ਲੱਗ ਜੇ। ਹੁਣ ਇਹ ਵਾਈਟ ਕਾਲਰ ਜਿਹੜੇ ਸਟੂਡੈਂਟ ਪੈਦਾ ਕਰ ਰਹੇ ਆ, ਜਿਨ੍ਹਾਂ ਨੇ ਕੁਰਸੀ 'ਤੇ ਬਹਿ ਕੇ ਹੁਕਮ ਚਲਾਉਣਾ, ਉਹ ਤਾਂ ਮੰਨ ਲਿਆ ਥੋੜ੍ਹੇ ਬਹੁਤ ਬਣ ਜਾਣਗੇ, ਜਿਸ 'ਚ ਜਨਰਲ, ਕਰਨਲ, ਬ੍ਰਿਗੇਡੀਅਰ, IPS, IAS ਆ, ਉਹ ਤਾਂ ਜਾਣਗੇ ਬੱਚੇ। ਬਾਕੀ ਜਿਹੜੇ ਬੱਚੇ ਪਿੱਛੇ ਰਹਿ ਜਾਂਦੇ ਆ, ਉਹ ਬੱਚੇ ਕਿੱਧਰ ਜਾਣਗੇ? ਇਸ ਨਾ ਤਾਂ ਕਿਸੇ ਸੂਝਵਾਨ ਨੇ ਜਾਂ ਕਿਸੇ ਜਿਹੜਾ ਵਿਦਿਆ ਨੂੰ ਸਮਝਣ ਵਾਲੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਦੱਸਿਆ। ਹੁਣ ਸਮਾਰਟ ਸਕੂਲ ਆ, ਆਦਰਸ਼ ਸਕੂਲ ਪਹਿਲਾਂ ਬਾਦਲ ਸਾਹਿਬ ਨੇ ਵੀ ਬੜੇ ਬਣਾਉਂਦੇ ਸੀ, ਉਹਦੇ 'ਚ ਜਲੰਧਰ ਬਹੁਤ ਹੈਗੇ, ਜਿਸ 'ਚ ਸਮਾਰਟ ਸਕੂਲ ਤੋਂ ਪਹਿਲਾਂ ਆਦਰਸ਼ ਸਕੂਲ ਸੀ ਬਹੁਤ ਜ਼ਿਆਦਾ। ਉਹਦੇ ਵਿੱਚ ਬਾਕੀ ਜਿਹੜੇ ਸਕੂਲਾਂ ਦੇ ਵਿਦਿਆਰਥੀ ਉੱਥੇ ਬਹਿੰਦੇ ਸੀ, ਉਹਦਾ ਪੈਸਾ ਵੀ ਬਹੁਤ ਸੀ ਉੱਥੇ ਖਰਚਿਆ। ਪਰ ਇਹਨਾਂ ਨੇ ਇਹ ਰਿਜ਼ਲਟ ਵੇਖਿਆ ਉਹਦਾ ਕਿ ਉਹਦੇ ਵਿੱਚੋਂ ਕਿੰਨੇ ਕੁ ਬੱਚੇ ਜਿਹੜੇ ਉਹਦੇ 'ਚ ਅੱਗੇ ਪਹੁੰਚੇ ਆ, ਉਹਦੇ ਵਿੱਚੋਂ ਕਿੰਨੇ ਪੰਜਾਬ 'ਚੋਂ ਗਏ ਆ। ਜਦੋਂ ਕਿ ਪੰਜਾਬ ਦੀ ਨਫਰੀ ਇਹਦੇ ਵਿੱਚ ਆਰਮੀ 'ਚ ਘੱਟ ਹੀ ਗਈ ਆ, ਜਿੰਨੇ ਰਿਕਰੂਟਮੈਂਟ ਜਾਂਦੀ ਸੀ, ਜਿੰਨੇ ਉਹ ਜਾ ਹੀ ਨਹੀਂ ਰਹੇ, ਹੈ ਨਾ। ਉਹ ਅਗਨੀਵੀਰ ਤਾਂ ਦੂਜਾ ਕਰਕੇ ਨਹੀਂ ਜਾ ਰਹੇ, ਪਹਿਲਾਂ ਵੀ ਨਹੀਂ ਜਾ ਰਹੇ, ਇਸ ਕਰਕੇ ਨਹੀਂ ਜਾ ਰਹੇ। ਉਹ ਡਾਰੀ ਮਾਰ ਕੇ ਕੈਨੇਡਾ 'ਚ ਬੈਠੇ ਬੱਚੇ, ਉੱਥੇ ਜਾ ਕੇ ਵਰਕ ਪਰਮਿਟ ਲੈ ਕੇ ਬਹਿ ਜਾਂਦੇ ਆ, ਹੈ ਨਾ। ਬਾਕੀ ਕੰਮ ਕਰ ਰਹੇ ਉੱਥੇ ਕਈ ਤਰ੍ਹਾਂ ਦੇ ਬਿਜ਼ਨਸ ਸ਼ੁਰੂ ਕਰ ਦਿੱਤੇ ਉਹਨਾਂ ਨੇ। ਫਿਰ ਪੰਜਾਬ 'ਚ ਰਹਿ ਕੇ ਕੀ ਕਰਨਾ, ਭੁੱਖੇ ਮਰਨਾ। ਇਸੇ ਕਰਕੇ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰੀ ਜਾਈਏ ਕਿ ਜੀ ਸਮਾਰਟ ਸਕੂਲ ਬਣਾਤੇ ਜੀ, 200 ਕਰੋੜ ਰੱਖ ਲਿਆ, ਉਹਦੇ ਵਿੱਚ ਆਹ ਕਰ ਲਿਆ, ਹੈ ਨਾ। ਉਹਦੇ 'ਚ ਇਹ ਤਾਂ ਸੋਚਣ ਸਿਲੇਬਸ ਕੀ ਹੈਗਾ, ਬੱਚਿਆਂ ਨੂੰ ਕੀ ਸਮਝਾਉਣਾ, ਕਿਹਨੇ ਪੜ੍ਹਾਉਣਾ। ਜਿਹੜੇ ਬਾਹਰੋਂ ਆਉਣਗੇ ਉਹ ਤਾਂ ਪੜ੍ਹਾ ਸਕਣਗੇ, ਪਰ ਪੜ੍ਹਾਈ ਜਿਹੜੀ ਉੱਧਰ ਦੀ ਉਹ ਹੋਰ ਤਰ੍ਹਾਂ ਦੀ ਹੈਗੀ ਆ। ਉਹਨਾਂ ਕੋਲ ਨੌਕਰੀ ਹੈਗੀ, ਉਹਨਾਂ ਕੋਲ ਬੜਾ ਕੁਛ ਹੈਗਾ। ਸਾਨੂੰ ਆਪਣੀ ਧਰਤੀ ਦੀ ਪੜ੍ਹਾਈ ਅਤੇ ਆਪਣੇ ਲੋਕਾਂ ਦੀ ਪੜ੍ਹਾਈ ਨੂੰ ਜਿਹੜੀ ਉਹਨਾਂ ਨੂੰ ਮੇਲ ਜੋੜਨਾ ਚਾਹੀਦਾ। ਖੇਤੀਬਾੜੀ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ, ਉਹਦੇ ਬਾਰੇ ਦੱਸਣ, ਉਹਨੂੰ ਨਾਲ ਮਿਕਸ ਕਰਨਾ, ਉਹਦਾ ਸਿਲੇਬਸ ਵਿੱਚ ਪਾਉਣ, ਖੇਤੀਬਾੜੀ ਦੇ ਸਿਲੇਬਸ 'ਚ ਪਾਉਣ, ਹੈ ਨਾ। ਉਹਦੇ ਵਿੱਚ ਸਾਰਾ ਕੁਝ ਕਰਨ, ਹੈ ਨਾ। ਬਾਕੀ ਚੀਜ਼ਾਂ ਜਿਹੜੀਆਂ ਉਹ ਤਾਂ ਅਸੀਂ ਮੰਨ ਲਿਆ, ਪਰ ਇਹ ਚੀਜ਼ਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਮਝਾਉਣ ਵਾਲੇ, ਕਰਨ ਵਾਲੇ ਜਿਹੜਾ ਮੰਤਰੀ ਕੀ ਕਰਦੇ ਆ। ਇਹ ਤੋਂ ਬਾਅਦ ਦੇਖ ਲਓ, ਅੱਜ ਦੀ ਗੱਲ ਆ, ਕੱਲ੍ਹ ਦੀ ਗੱਲ ਆ, ਜਦੋਂ ਤੁਸੀਂ ਇਹਦਾ ਰਿਜ਼ਲਟ ਦੇਖੋਗੇ ਉਹ ਕੁਛ ਵੀ ਨਹੀਂ ਨਿਕਲੂਗਾ। ਜਿੰਨਾ ਪੈਸਾ ਲੱਗਿਆ ਲਗਾਇਆ ਰਹਿ ਜਾਊਗਾ, ਬੱਚੇ ਉਹੀ +2 ਕਰਕੇ ਅਡਾਰੀ ਬਾਹਰ। ਉਹ ਫਿਰ ਪੜ੍ਹਾਈ ਦਾ ਕੀ ਮਤਲਬ? ਗੱਲ ਹੈ ਕਿ ਡਿਗਨਿਟੀ ਆਫ ਐਜੂਕੇਸ਼ਨ ਨਹੀਂ ਹੈ। ਜੈ ਜੋ ਤੁਹਾਨੂੰ ਪੜਾਇਆ ਗਿਆ ਉਹਦੀ ਖਪਤ ਕਿੱਥੇ ਹੈ, ਡਿਗਨਿਟੀ ਆਫ ਉਹਦੇ ਮੁਤਾਬਿਕ ਤੁਹਾਨੂੰ ਨੌਕਰੀ ਕਿੱਥੇ ਹੈ। ਡਿਗਨਿਟੀ ਆਫ ਐਜੂਕੇਸ਼ਨ ਨਹੀਂ ਹੈ। ਹਾਂ ਬਸ ਜੋ ਤੁਸੀਂ ਮੰਨ ਲਓ ਬਹੁਤ ਪੜ੍ਹ ਲਿਖ ਗਏ, ਤੁਹਾਨੂੰ ਤੁਹਾਡੇ ਮੁਤਾਬਿਕ ਕੰਮ ਨਹੀਂ ਮਿਲ ਰਿਹਾ, ਫਿਰ ਤੁਸੀਂ ਕੀ ਕਰੋਗੇ? ਦਿਲ ਲਾਓਗੇ, ਉਹ ਪੜ੍ਹਾਈ ਲਿਖਾਈ ਦਾ ਕੀ ਕਰੋਗੇ? ਹਾਂ। ਹਰਗੋਬਿੰਦ ਖੁਰਾਨਾ ਨੋਬਲ ਪ੍ਰਾਈਜ਼ ਜਿਨ੍ਹਾਂ ਨੂੰ ਮਿਲਿਆ, ਇੰਡੀਆ ਦਾ ਪਹਿਲਾ ਬੰਦਾ ਸੀ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਲਿਆ। ਅਮਰੀਕਾ ਚਲੇ ਗਏ ਹਾਂ, ਕਿਉਂਕਿ ਆਪਣੇ ਮੁਤਾਬਿਕ ਕੰਮ ਨਹੀਂ ਮਿਲਦਾ ਪਿਆ। ਨਹੀਂ ਮਿਲਦਾ, ਸਹੀ ਗੱਲ। ਡਾਕਟਰ ਹਰਗੋਬਿੰਦ ਖੁਰਾਨਾ ਕੋਈ ਬਹੁਤ ਵੱਡੀ ਮਿਸਾਲ, ਕੋਈ ਛੋਟੀ ਗੱਲ ਨਹੀਂ ਹੈਗੀ, ਵੱਡੀ ਮਿਸਾਲ ਹੈ। ਡਾਕਟਰ ਸਾਡੇ ਮੁੰਡੇ ਇੱਥੋਂ ਦੇ ਇੰਜੀਨੀਅਰ ਮੁੰਡੇ, ਤੁਸੀਂ ਇਹ ਇੱਕ ਵਾਰ ਲਿਸਟ ਬਣਾ ਕੇ ਦੇਖ ਲਓ ਪੰਜਾਬ ਦੀ, ਇਹਨਾਂ ਨੂੰ ਪੁੱਛ ਲਓ ਵੀ ਉਹ ਮੁੰਡੇ ਕਿੱਥੇ ਆ। ਜਿੰਨੇ ਡਾਕਟਰ ਆ ਬਾਹਰ ਆ, ਹੈ ਨਾ। ਜਿੰਨੇ ਐਜੂਕੇਸ਼ਨਿਸਟ ਜਿਹੜੇ ਵੱਡੇ ਆ ਉਹ ਬਾਹਰ ਆ, ਜਿਹੜੇ ਇਕਨੋਮਿਸਟ ਜਿਹੜੇ ਆ ਉਹ ਕਮਰਸ ਪੜ੍ਹਨ ਵਾਲੇ ਮੁੰਡੇ ਬਾਹਰ ਉੱਥੇ ਕੰਮ ਕਰ ਰਹੇ। ਵੈਸੇ ਬਲਕਾਰ ਜੀ ਤੁਸੀਂ ਗੱਲ ਦੱਸੋ ਜੀ,
ਇਹ ਕਿਸ ਬੇਸ ਦੇ ਉੱਤੇ ਇਦਾਂ ਦੀਆਂ ਪਾਲਿਸੀਆਂ ਬਣਾਉਂਦੇ ਨੇ? ਸਿੰਗਾਪੁਰ ਚੱਲੇ ਨੇ ਜੀ, ਉੱਥੇ ਟ੍ਰੇਨਿੰਗ ਲੈਣ ਚੱਲੇ ਨੇ ਜੀ, ਇਸ ਤੋਂ ਪਹਿਲਾਂ ਇੱਥੇ ਪੜ੍ਹਾਈ ਨਹੀਂ ਹੁੰਦੀ ਸੀ? ਬਿਲਕੁਲ ਉਹ ਐਜੂਕੇਸ਼ਨ ਸਾਡੇ ਕੀ ਕੁਝ ਨਹੀਂ ਹੈਗਾ ਇੱਥੇ? ਉੱਥੇ ਕੀ ਲੈਣ ਚੱਲੇ ਨੇ, ਕੀ ਸਿੱਖਿਆ ਲੈਣ ਚੱਲੇ ਨੇ ਉੱਥੇ? ਇਹ ਮਤਲਬ ਇਹ ਕਿੱਦਾਂ ਦੀਆਂ ਪਾਲਿਸੀਆਂ ਬਣਾਉਂਦੇ ਨੇ? ਕਿਹਨੂੰ ਪੁੱਛ ਕੇ ਪਾਲਿਸੀਆਂ ਬਣਾਉਂਦੇ ਨੇ? ਕੌਣ ਇਹਨਾਂ ਦੇ ਸਲਾਹਕਾਰ ਨੇ? ਸਹੀ ਗੱਲ ਸਾਡੇ ਐਕਸਪਰਟਸ ਕਈ ਵਾਰ ਪਤਾ ਕੀ ਕਹਿੰਦੇ ਨੇ ਕਿ ਜਿਹੜੇ ਇਹ ਚਲਾਉਂਦੇ ਪਏ ਨੇ ਇਹ ਸਾਰੀਆਂ ਪਾਲਿਸੀਆਂ ਬਣਾਉਂਦੇ ਪਏ ਨੇ, ਇਹਨਾਂ ਨੂੰ ਇੱਲ ਦਾ ਨਾ ਕੋਕੋ ਨਹੀਂ ਆਉਂਦਾ ਪਾਲਿਸੀ ਦੇ ਨਾਂ ਦੇ ਉੱਤੇ। ਇਹ ਪਤਾ ਨਹੀਂ ਕੌਣ ਇਹਨਾਂ ਦੇ ਸਲਾਹਕਾਰ ਨੇ ਬਣਾ ਕੇ ਬਹਿ ਜਾਂਦੇ। ਵੈਸੇ ਇਹਨਾਂ ਨੂੰ ਇਹ ਚਾਹੀਦਾ ਹੈ ਐਕਸਪਰਟਸ ਦੀ ਗੱਲ ਹੈ ਇਹ। ਜੇ ਚਾਹੀਦਾ ਹੈਗਾ ਤੇ ਜਿਹੜੇ ਸਲਾਹਕਾਰ ਲੋਕ ਨੇ, ਵਾਈਸ ਚਾਂਸਲਰ ਇੱਥੇ ਬੈਠੇ ਆ, ਇਕਨੋਮਿਸਟ ਬੈਠੇ ਆ, ਬੜੇ ਐਜੂਕੇਸ਼ਨ ਨੂੰ ਸਮਝਦਾਰ ਬੈਠੇ ਆ। ਇਹ ਨਹੀਂ ਹੁੰਦਾ ਕਿ ਮੈਂ ਮੰਤਰੀ ਬਣ ਜਾਂਦਾ, ਤੁਸੀਂ ਮੰਤਰੀ ਬਣ ਜਾਓ ਤੇ ਸਾਰਾ ਤੁਸੀਂ ਜਾਣਦੇ ਜੇ ਐਜੂਕੇਸ਼ਨ ਨੂੰ ਪੜ੍ਹਾਉਣ ਵਾਲੇ, ਜਾਣਨ ਵਾਲੇ ਉਹ ਹੋਰ ਬੈਠੇ ਨੇ। ਉਹਨਾਂ ਨੂੰ ਸਲਾਹ ਲਓ ਕਿ ਅਸੀਂ ਆਹ ਸਮਾਰਟ ਸਕੂਲ ਬਣਾ ਰਹੇ, ਇਹਦਾ ਕਾਨੂੰਨ ਕਾਇਦਾ ਹੈਗਾ, ਸਿਲੇਬਸ ਇਹਦਾ ਇਹ ਹੈਗਾ, ਸਾਨੂੰ ਦੱਸੋ ਠੀਕ ਹੈਗੀਆਂ ਕਿਤਾਬਾਂ ਆਹ ਲੱਗਣਗੀਆਂ ਇਹਦੇ ਵਿੱਚ ਆਹ ਬੱਚੇ ਮੈਰਿਟ 'ਚ ਆਉਣਗੇ, ਹੈ ਨਾ। ਉਹ ਬੱਚਿਆਂ ਦਾ ਤਾਂ ਪਤਾ ਨਹੀਂ ਕਰਦੇ। ਉਹਦੇ ਵਿੱਚ ਫਿਰ ਤੁਹਾਨੂੰ ਮੈਂ ਦੱਸਾਂ, ਉਹਦੇ ਵਿੱਚ ਬੱਚੇ ਉਹੀ ਆਉਣੇ ਆ ਨੇਤਾਗਿਰੀ, ਉਹ 'ਚ ਬੱਚੇ ਆਉਣੇ ਆ ਚੰਗੇ ਲੋਕਾਂ ਦੇ, ਗਰੀਬ ਬੱਚੇ ਰਹਿ ਜਾਣੇ ਆ। ਅੱਛੇ ਦਿਮਾਗ ਵਾਲੇ ਬੱਚੇ ਫਿਰ ਪਿੰਡਾਂ ਦੇ ਖਾਲਾਂ 'ਤੇ ਡਿੱਗਦੇ ਰਹਿਣਗੇ, ਛੱਪੜਾਂ 'ਚ ਡੁੱਬਦੇ ਰਹਿਣਗੇ। ਉਹਨਾਂ ਦਾ ਖਿਆਲ ਬਿਕੋਜ਼ ਜਿਹੜੇ ਮਿਨਿਸਟਰਸ ਬਹਿੰਦੇ ਨੇ ਨਾ ਵੱਡੀਆਂ ਵੱਡੀਆਂ ਕੁਰਸੀਆਂ ਦੇ ਉੱਤੇ, ਜਿਹੜੇ ਮਿਨਿਸਟਰੀਆਂ ਚਲਾਉਂਦੇ ਨੇ, ਉਹਨਾਂ ਦਾ ਕੰਮ ਇੱਕ ਤਰ੍ਹਾਂ ਨਾਲ ਮੈਨੇਜਰ ਦਾ ਕੰਮ ਵੀ ਹੈ ਕਿ ਮੈਨੇਜ ਕਰੋ ਜੋ ਚੀਜ਼ਾਂ ਟੈਲੈਂਟ ਹੈਗਾ ਉਹਨੂੰ ਮੈਨੇਜ ਕਰੋ। ਮੈਨੇਜਰ ਦਾ ਕੰਮ ਹੈ। ਉਹ ਕੰਮ ਕਿੱਥੇ ਗਿਆ? ਸਹੀ ਗੱਲ। ਉਹ ਕੰਮ ਤੇ ਕਿਤੇ ਵਿਖਾਈ ਨਹੀਂ ਦਿੰਦਾ ਪਿਆ। ਤੁਸੀਂ ਮੈਨੇਜ ਕਿੱਥੇ ਕਰਦੇ ਪਏ ਹੋ? ਇੰਨਾ ਹੁਨਰ ਖਿੰਡਿਆ ਪਿਆ ਭਾਰਤ ਦੇ ਅੰਦਰ, ਪੰਜਾਬ ਦੇ ਅੰਦਰ ਇੰਨਾ ਹੁਨਰ ਖਿੰਡਿਆ ਪਿਆ, ਉਹਨੂੰ ਇਕੱਠਾ ਕਿਉਂ ਨਹੀਂ ਕਰਦੇ, ਸਮੇਟਦੇ ਕਿਉਂ? ਮੈਂ ਤੁਹਾਨੂੰ ਅੱਗੇ ਇੱਕ ਵਾਰੀ ਸ਼ਾਇਦ ਗੱਲ ਕੀਤੀ ਸੀ ਕਿ ਬਾਹਰਲੇ ਦੇਸ਼ਾਂ ਵਿੱਚ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਲਾਉਂਦੇ ਆ ਪ੍ਰਾਇਮਰੀ ਐਜੂਕੇਸ਼ਨ, ਕਿਉਂਕਿ ਬੇਸ ਹੁੰਦਾ, ਬੇਸ ਦੇ ਵਿੱਚ ਬੱਚਾ ਜੋ ਬਣ ਗਿਆ, ਜੋ ਉਹਨੂੰ ਆਂਦੇ ਕੱਚੇ ਘੜੇ ਤੇ ਨਿਆਈ ਹੁੰਦਾ ਬੱਚਾ, ਜੋ ਰੰਗ ਦੇ ਦਿੱਤਾ, ਜੋ ਤੇ ਪਰਪੱਕਤਾ ਆ ਗਈ, ਉਹ ਬਣ ਗਿਆ, ਉਹਨੇ ਕਰਤਾ। ਸਾਡੇ ਜਿਹੜੇ ਪ੍ਰਾਇਮਰੀ ਸਕੂਲ ਨੇ ਇਹਨਾਂ ਦੀ ਹਾਲਤ ਪਹਿਲਾਂ ਦੇਖੋ, ਪਿੰਡਾਂ ਜਾ ਕੇ ਬੋੜਾਂ ਥੱਲੇ ਬੱਚੇ ਟਾਟ ਲਾ ਕੇ ਵਿਛਾ ਕੇ ਪੜ੍ਹ ਰਹੇ ਆ, ਕਿਤਾਬਾਂ ਨਹੀਂ, ਬੱਸੇ ਨਹੀਂ, ਸਲੇਟਾਂ ਨਹੀਂ, ਫੱਟੀਆਂ ਨਹੀਂ, ਕੁਝ ਨਹੀਂ ਹੈਗਾ। ਔਰ ਬੱਚੇ ਉਹਨਾਂ ਨੇ ਉੱਪਰ ਜਾਣਾ, ਜੇ ਬੱਚੇ ਉਹੀ ਉੱਥੇ ਖਤਮ ਹੋ ਜਾਂਦੇ ਆ, ਉਹਨਾਂ ਨੂੰ ਕੋਈ ਨੌਲੇਜ ਨਹੀਂ, ਕੋਈ ਗਿਆਨ ਨਹੀਂ ਹੁੰਦਾ, ਫਿਰ ਕੀ ਹੈਗਾ? ਨਾ ਕਿਸੇ ਇੱਦਾਂ ਦੇ ਮੰਤਰੀ ਨੇ ਗੱਲ ਕੀਤੀ ਹੈ, ਨਾ ਕਿਸੇ ਸੂਝਵਾਨ ਨੇ, ਨਾ ਕਿਸੇ ਐਜੂਕੇਸ਼ਨਿਸਟ ਨੇ ਗੱਲ ਕੀਤੀ ਹੈ। ਔਰ ਉਹੀ ਗੱਲ ਹੈ, ਸਿੱਧਾ ਸਮਾਰਟ ਸਕੂਲ, ਸਿੱਧੇ ਆਦਰਸ਼ ਸਕੂਲ। ਤੁਹਾਨੂੰ ਮੈਂ ਦੱਸਿਆ ਕਿ ਬਾਦਲ ਸਰਕਾਰ ਦੇ ਵੇਲੇ ਆਦਰਸ਼ ਸਕੂਲ ਬਣੇ ਸੀ, ਉਹ ਫਿਰ ਉਸੇ ਤਰ੍ਹਾਂ ਗਏ। ਉਹ 'ਚੋਂ ਕੋਈ ਬੱਚੇ ਅੱਜ ਦੱਸਣ ਕਿ ਉਹ ਬੱਚੇ ਕਿੱਥੇ ਜਾ ਕੇ ਵੱਡੇ ਅਫਸਰ ਬਣੇ ਆ। ਅੱਜ ਤੁਸੀਂ ਦੇਖੋ ਜਨਰਲ ਕਰਨਲ ਬ੍ਰਿਗੇਡੀਅਰ ਜਿੱਥੇ ਐਸਐਸਪੀ ਆ, ਜਿਹੜੇ ਸਰਕਾਰੀ ਸਕੂਲਾਂ ਪਿੰਡਾਂ 'ਚੋਂ ਪੜ੍ਹ ਕੇ ਆ ਕੇ ਵੱਡੇ ਵੱਡੇ ਅਹੁਦਿਆਂ 'ਤੇ ਲੱਗ ਗਏ। ਇਹ ਨਹੀਂ ਕਿ ਵੱਡਾ ਸਕੂਲ ਹੈ ਤਾਂ ਵੱਡੀ ਬਿਲਡਿੰਗ ਹੈ ਤਾਂ ਉਹਦੇ ਵਿੱਚ ਰਹਿ ਕੇ ਵੱਡਾ। ਐਕਚੁਅਲੀ ਇਹ ਸਾਰਾ ਨਾ ਪੋਲੀਟੀਕਲ ਨੈਸੈਸਿਟੀ ਹੈ। ਇੱਕ ਪੋਲੀਟੀਕਲੀ ਮੋਟੀਵੇਟਿਡ ਡਿਸੀਜਨਸ ਨੇ ਕਿ ਅਸੀਂ ਇਹ ਕਰਦੇ ਪਏ ਆ, ਇਹ ਕਰਕੇ ਦਿਖਾਉਂਦੇ ਪਏ ਆ, ਅਸੀਂ ਬੈਠੇ ਆ ਜੀ, ਅਸੀਂ ਕੰਮ ਕਰਕੇ ਦਿਖਾਉਂਦੇ ਪਏ ਆ। ਪੋਲੀਟੀਕਲੀ ਮੋਟੀਵੇਟਿਡ ਡਿਸੀਜਨਸ ਨੇ, ਇਹ ਪੋਲੀਟੀਕਲ ਨੈਸੈਸਿਟੀ ਹੈ। ਔਰ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ, ਇਹ ਸਾਨੂੰ ਸਭ ਨੂੰ ਦਿਖਦਾ ਪਿਆ। ਸਹੀ ਗੱਲ ਹੈ, ਬਿਲਕੁਲ ਬਿਲਕੁਲ। ਵੇਸਟੇਜ ਆਫ ਮਨੀ, ਵੇਸਟੇਜ ਆਫ ਟਾਈਮ, ਵੇਸਟੇਜ ਆਫ ਟੈਲੈਂਟ। ਇਸ ਨਾਲੋਂ ਚੰਗਾ ਕਿ ਤਬਾਹ ਹੁੰਦਾ ਬੱਚੇ ਦਾ ਫਿਊਚਰ। ਤਾਂ ਜੋ ਤੁਹਾਡੇ ਕੋਲ ਹੈ ਉੱਥੋਂ ਸ਼ੁਰੂ ਕਰੋ, ਉੱਥੋਂ ਸ਼ੁਰੂ ਕਰੋ। ਹੋ ਗਿਆ, ਫਿਰ ਸਮਾਂ ਹੋ ਗਿਆ ਤੇ ਜਾਂਦੇ ਜਾਂਦੇ ਇਹ ਕਹਿ ਦਈਏ ਕਿ ਕੱਲ 26 ਜਨਵਰੀ ਹੈ, ਗਣਤੰਤਰ ਦਿਵਸ ਹੈ, ਤੇ ਪੰਜਾਬ ਦਾ ਝੰਡਾ ਸਾਡੇ ਜਲੰਧਰ 'ਚ ਲਹਿਰਾਇਆ ਜਾਏਗਾ। ਇੱਥੇ ਬਨਵਾਰੀ ਲਾਲ ਪੁਰੋਹਿਤ ਜੀ ਸਾਡੇ ਗਵਰਨਰ ਸਾਹਿਬ ਆ ਰਹੇ ਨੇ ਤੇ ਜਲੰਧਰ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਬੜੀ ਧੂਮਧਾਮ ਨਾਲ ਸਾਰੇ ਲੋਕ ਇਕੱਠੇ ਹੋ ਰਹੇ ਆ। ਔਰ ਗਵਾਰੇ ਵੀ ਚੱਲਣਗੇ, ਰੰਗਾ ਰੰਗ ਪ੍ਰੋਗਰਾਮ ਵੀ ਹੋਊਗਾ, ਪਰੇਡ ਵੀ ਹੋਊਗੀ, ਔਰ ਜਿਪਸੀਆਂ ਵੀ ਚੱਲਣਗੀਆਂ, ਔਰ ਪਟਾਕੇ। ਔਰ ਮੈਨੂੰ ਆਪਣਾ ਬਚਪਨ ਯਾਦ ਆਉਂਦਾ, ਨਿੱਕਾ ਹੁੰਦਾ ਮੈਂ ਪਰੇਡ 'ਚ ਹਮੇਸ਼ਾ ਸ਼ਾਮਿਲ ਹੁੰਦਾ ਸੀ। ਮੈਂ ਐਨਸੀਸੀ ਕਰਦਾ ਹੁੰਦਾ ਸੀ, ਉਦੋਂ ਫਿਰ ਮੈਂ ਯੂਨੀਫਾਰਮ ਪਾ ਕੇ ਜਾਣਾ, ਸਵੇਰੇ ਸਵੇਰੇ ਉੱਠ ਕੇ ਤਿਆਰ ਹੋ ਕੇ, ਬੜਾ ਚਾਅ ਹੁੰਦਾ ਸੀ, ਔਰ ਜਾ ਕੇ ਪਰੇਡ ਕਰਨੀ ਮੈਦਾਨ ਦੇ ਵਿੱਚ, ਔਰ ਸੈਲੂਟ ਦੇਣੇ ਰਾਸ਼ਟਰੀ ਝੰਡੇ ਨੂੰ। ਜੀ ਜੀ ਜੀ, ਤੇ ਸਾਰਿਆਂ ਨੂੰ ਹੋਣਾ ਚਾਹੀਦਾ ਕਿ ਸਾਡਾ ਸੰਵਿਧਾਨ ਅੱਜ ਕੱਲ੍ਹ ਦੇ ਦਿਨ 26 ਜਨਵਰੀ ਨੂੰ ਲਾਗੂ ਹੋਇਆ। ਬਹੁਤ ਮਜ਼ਾ। ਕਈ ਵਾਰੀ ਸੈਲੀਬ੍ਰੇਟ ਕਰ ਲੈਂਦੇ ਆ, ਕਈ ਵਾਰੀ ਬੱਚਿਆਂ ਨੂੰ ਦੱਸਦੇ ਨਹੀਂ ਗੇ। ਦੱਸਣਾ ਚਾਹੀਦਾ ਬੱਚਿਆਂ ਨੂੰ ਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ, ਪੂਰੇ ਦਾ ਪੂਰਾ ਸੋਵਰਨ ਕੰਟਰੀ ਬਣ ਗਿਆ ਸੀ, ਪ੍ਰਭੂ ਸੱਤਾ ਸੰਪੰਨ ਦੇਸ਼ ਬਣ ਗਿਆ ਸੀ, ਔਰ ਉਹਦੀ ਪ੍ਰਭੂ ਸੱਤਾ ਨਾਲ ਹੀ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ। ਉਸ ਦਿਨ ਨੂੰ ਲੋਕ ਬੜੇ ਰੰਗਾ ਰੰਗ ਤਰੀਕੇ ਨਾਲ ਮਨਾ ਰਹੇ। ਬਿਲਕੁਲ ਸਹੀ। ਔਰ ਉਹਦਾ ਪ੍ਰੀਐਂਬਲ ਹੈ, ਵੀ ਦ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਮਤਲਬ ਅਸੀਂ ਸਾਰੇ ਇਕੱਠੇ ਹਾਂ, ਮਤਲਬ ਅਸੀਂ ਸਾਰੇ ਇੱਕੋ ਹਾਂ, ਸਾਰੇ ਬਰਾਬਰ ਹਾਂ। ਬਿਲਕੁਲ। ਸੋ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ।